KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:09 ਹੋਏ। ਅੱਜ ਤਾਂ 17 ਜੂਨ ਦਾ ਦਿਨ ਹੈ, ਵਰਾ 2020 ਦਾ ਬੁੱਧਵਾਰ ਹੈ। 3 ਹਾੜ ਨਾਨਕਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕਿ ਸਰੀ ਦੇ ਮੇਅਰ ਡਗ ਮਕੱਲਮ ਹੋਰੀ ਆਉਣ ਤੇ ਗੱਲਬਾਤ ਕਰੀਏ ਵੀ ਸਰੀ ਜਿਹੜੀ ਡਿਵੈਲਪਮੈਂਟ ਕਾਰਪੋਰੇਸ਼ਨ ਸੀ ਉਹਦੇ ਵਿੱਚ ਕੀ ਗੱਲਬਾਤ ਹੋਈ ਹੈ, ਉਹ ਕਦ ਸ਼ੁਰੂ ਹੋਈ, ਕਿਵੇਂ ਹੋਈ, ਉਹਦਾ CEO 3.5 ਲੱਖ ਡਾਲਰ ਸਾਲ ਦੀ ਤਨਖਾਹ ਲੈਂਦਾ ਰਿਹਾ। ਜੁਗਾੜ ਬੰਨਿਆ ਕਿਉਂ, ਕੀ ਲੋੜ ਪੈ ਗਈ ਸ਼ਹਿਰ ਨੂੰ, ਤੇ ਕਿੰਨੇ ਕੁ ਅਸਾਸੇ ਨੇ, ਹੁਣ ਉਹ 'ਚ ਕੀ ਹੋਊ, ਪੁਲਿਸ ਡਿਪਾਰਟਮੈਂਟ ਦਾ ਕੀ ਹੋ ਰਿਹਾ ਤੇ ਵੱਡੇ ਪ੍ਰੋਜੈਕਟ ਨੇ ਉਸ 'ਚ ਕੀ ਹੋ ਰਿਹਾ, ਤੇ ਨਾਲ ਹੀ ਪ੍ਰੋਪਰਟੀ ਟੈਕਸ ਸਿਰ ਤੇ ਚੜਿਆ ਆਉਂਦਾ ਹੈ, ਉਹਨੂੰ ਗਾਹਾਂ ਕਰਨਾ ਜਾਂ ਨਹੀਂ ਕਰਨਾ। ਕੋਸ਼ਿਸ਼ ਕਰ ਰਹੇ ਹਾਂ ਮੇਅਰ ਸਾਹਿਬ ਨਾਲ ਗੱਲਬਾਤ ਕਰਨ ਦੀ। ਅਗਲੇ ਹਿੱਸੇ ਦੇ ਵਿੱਚ 12 ਤੋਂ 1 ਖਬਰਾਂ ਦੇ ਨਾਲ ਤੁਹਾਡੀ ਗੱਲਬਾਤ। ਤੇ ਸਾਊਥ ਈਸਟ ਏਸ਼ੀਆ ਦੇ ਵਿੱਚ ਜਾਂ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਕੁਝ ਬਦਲਾਅ ਆ ਰਿਹਾ ਉਹਦਾ ਕੀ ਕਾਰਨ ਹੈ, ਉਹ ਬਦਲਾਅ ਦੇ ਚਲਦਿਆਂ ਭਾਰਤ ਤੇ ਭਾਰਤ ਦੇ ਵਿੱਚ ਪੰਜਾਬ, ਉਹਦੇ ਭਵਿੱਖ ਦੀ ਗੱਲਬਾਤ, ਸਿੱਖ ਕੌਮ ਦਾ, ਕਿਉਂਕਿ ਸਿੱਖ ਕੌਮ ਇੱਕ ਧਿਰ ਰਹੀ ਹੈ ਸਰਕਾਰੀ ਖਾਲਸਾ ਦੇ ਸਮੇਂ, ਜਿਸ ਦਾ ਰੇੜਕਾ ਪਿਆ ਹੈ ਤਿੱਬਤ ਦੇ ਵਿੱਚ ਰਾਜ ਰਿਹਾ ਸਾਡਾ। ਅਸੀਂ ਦਰਿਆ ਖੈਬਰ ਤੋਂ ਲੈ ਕੇ ਸਤਲੁਜ ਤੱਕ ਉਸ ਖਿੱਤੇ ਦੇ ਮਾਲਕ ਰਹੇ 50 ਵਰੇ ਕੀ 1775 ਤੋਂ ਲੈ ਕੇ 75 ਸਾਲ ਇਹ ਲਾ ਲਓ। ਰਾਜ ਬਣ ਤੋਂ ਪਹਿਲਾਂ ਵੀ 25 ਵਰੇ ਅਬਦਾਲੀ ਦੇ ਮਨ ਤੋਂ ਬਾਅਦ ਮੂੰਹ ਨਹੀਂ ਕਰਨ ਦਿੱਤਾ ਕਿਸੇ ਨੂੰ। ਤੋ ਇਸ ਤੇ ਗੱਲਬਾਤ ਹੋਏਗੀ। ਤੇ ਅਖੀਰ ਦੇ ਵਿੱਚ ਮੈਂ ਤੁਹਾਡੇ ਨਾਲ ਅੱਜ ਕਹਾਣੀ ਬੂਟਾ ਸਿੰਘ ਸ਼ਾਦ ਦੀ ਪੇਸ਼ ਕਰਨੀ। 1-844 247 1550 ਇਹ ਆਨਲਾਈਨ ਨੰਬਰ ਰਹੇਗਾ। 18442471550 KRPRadio.com ਤੇ ਸਿੱਧਾ ਪ੍ਰਸਾਰਣ ਚੱਲਦਾ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਲੋਕ ਸਭ ਦੇ ਥੱਲੇ harjeet.g@krpradio.com ਤੇ ਤੁਸੀਂ ਈਮੇਲ ਭੇਜ ਸਕਦੇ ਹੋ। ਫੇਸਬੁੱਕ ਦਾ ਹਰਜੀਤ ਸਿੰਘ ਗਿੱਲ ਦਾ ਪੇਜ 604 440 6462 ਜਿੱਥੇ ਤੁਸੀਂ ਦਫ਼ਤਰ 'ਚ ਫੋਨ ਕਰ ਸਕਦੇ ਹੋ। info@krpradio.com ਤੇ ਤੁਸੀਂ ਸਾਰੀ ਇਨਫੋਰਮੇਸ਼ਨ ਕੋਈ ਵੀ ਭੇਜ ਸਕਦੇ ਹੋ, ਲੈ ਸਕਦੇ। ਕੇਸ ਜੂਹੇ ਨੀ ਚੁਗਣ ਮਿਰਗੜੇ, ਕੇਸ ਜੂਹੇ ਨੀ ਆਉਂਦੇ ਮੋਰ, ਕੇਸ ਜੂਹੇ ਨੀ ਵਗਦੀ ਵਾਹ ਦਾ ਸੁੱਤਿਆਂ ਸਾਹਾਂ ਵਰਗਾ ਸ਼ੋਰ, ਕੇਸ ਜੂਹੇ ਨੀ ਟੁਕ ਟੁਕ ਪੰਖੂ ਭੁੰਜੇ ਸੁੱਟ ਗਿਆ ਅਖਰੋਟ, ਕੇਸ ਜੂਹੇ ਨੀ ਆਪ ਵਿਧਾਤਾ ਪੰਖੜੀਆਂ ਦੀ ਕਰਦਾ ਸੋਟ, ਸਿਰ ਤੇ ਚੌਂਕਾ ਨੱਕ ਵਿੱਚ ਨੱਥਾਂ ਘੱਗਰ ਪਾ ਕੇ ਸਾਵੇ ਲਾਲ, ਕੇਸ ਜੂਹੇ ਨੀ ਗੱਦਣ ਕੁੜੀਆਂ ਤੁਰਦੀਆਂ ਬੇਪਰਵਾਹੀ ਨਾਲ, ਕੇਸ ਜੂਹੇ ਨੀ ਬਾਂਸਾਂ ਵਿੱਚੋਂ ਲੰਘ ਜਾਵਣ ਭੀੜੇ ਰਾਹ, ਕੇਸ ਜੂਹੇ ਨੀ ਡੁੱਲਦੀ ਰਹਿੰਦੀ ਸੁਚੜੀ ਹਰੜ ਬਹੇੜੀ ਸ਼ਾਂ, ਕੇਸ ਜੂਹੇ ਇੱਕ ਲੱਜਿਆ ਬੰਤੀ ਫਿਰੇ ਅਡਾਉਂਦੀ ਧੀਗਤ ਲੋਰ, ਕੇਸ ਜੂਹੇ ਉਹ ਪਦਵਾ ਸ਼ਾਮੇ ਛੱਪਣੀਆਂ ਦੀ ਵੀ ਤੁਰਦੀ ਤੋਰ, ਕੇਸ ਜੂਹੇ ਫੁੱਲ ਖਰਮਾਨੀ ਦੇ ਖਿੱਚਣ ਨੂੰ ਆਪਣੀ ਔਰ, ਕੇਸ ਜੂਹੇ ਉਹ ਜਾਦੂਗਰਨੀ ਘੁੰਮ ਜਾਵੇ ਵਿੱਚ ਅੱਖ ਦੇ ਫੋਰ, ਵਾਣ ਵਾਂਗਰਾਂ ਸਿੱਧ ਸਪਾਟੇ ਸਿਮਲਾ ਦੀ ਇੱਕ ਸੁੰਨੀ ਪਾਗ, ਕੇਸ ਜੂਹੇ ਨੀ ਸੰਗਲ ਜੰਗਲੀ ਨਾਖਾਂ ਖੇਡਣ ਚਿੱਟਿਆਂ ਫੁੱਲਾਂ ਨਾਲ, ਕੇਸ ਜੂਹੇ ਨੀ ਪਾਣੀਆਂ ਉੱਤੇ ਮੁਰਗਾਈਆਂ ਲੱਤ ਆਵਣ, ਦੁੱਧ ਚਾਨਣੀਆਂ ਰਾਤਾਂ ਅੰਦਰ ਗੰਧਾਂ ਵੀ ਅਸਲਾਵਣ, ਕੇਸ ਜੂਹੇ ਮੇਰੇ ਤਿੱਤਰ ਉੱਡਣੇ ਇੱਥੇ ਜੜ ਚਰਨਾ, ਕੇਸ ਜੂਹੇ ਬੇਕੇਸਰੀਆ ਮੈਂ ਸੀਸ ਤੇਰੇ ਪਗ ਧਰਨਾ, ਕੇਸ ਜੂਹੇ ਨੀ ਚੁਗਣ ਮਿਰਗੜੇ, ਕੇਸ ਜੂਹੇ ਨੀ ਚੁਗਣ ਮਿਰਗੜੇ, ਕੇਸ ਜੂਹੇ ਨੀ ਆਉਂਦੇ ਮੋਰ, ਕੇਸ ਜੂਹੇ ਨੀ ਵਗਦੀ ਵਾਦਾ ਸੁੱਤਿਆਂ ਸਾਹਾਂ ਵਰਗਾ ਸ਼ੋਰ। ਹਰਮਨਜੀਤ ਲਿਖਦਾ। ਧੰਨਵਾਦ ਜੀ ਸਾਰਿਆਂ ਦਾ ਜਿੱਥੇ ਵੀ ਬੈਠੇ ਹੋ। ਅੱਜ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿਜ਼ ਵਰਸ਼ਿਪ ਮੇਅਰ ਡਗ ਮਕੱਲਮ ਆਉਣਗੇ, ਗੱਲਬਾਤ ਆਪਾਂ ਕਰਾਂਗੇ ਉਹਨਾਂ ਨਾਲ। ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੀ, ਪ੍ਰੋਪਰਟੀ ਟੈਕਸ ਦੀ, ਸਰੀ ਪੁਲਿਸ ਡਿਪਾਰਟਮੈਂਟ ਤੇ ਹਾਊ ਇਜ਼ ਆਵਰ ਸਿਟੀ ਡੂਇੰਗ, ਸਭ ਗੱਲਬਾਤ ਹੋਏਗੀ। ਮੇਰੇ ਨਾਲ ਨੇ ਮੇਅਰ ਡਗ ਮਕੱਲਮ। ਮਿਸਟਰ ਮਕੱਲਮ, ਗੁੱਡ ਮਾਰਨਿੰਗ। Good morning to all your listeners. Beautiful day in the city of Surrey. ਸ਼ੁਰੂ ਕਰਦੇ ਹਾਂ ਹੁਣ ਮੇਅਰ ਮਕੱਲਮ ਨਾਲ। ਥੈਂਕ ਯੂ ਫॉर coming by. Good morning. Yeah, good morning to you. Good morning to all your listeners.
beautiful day in your area from where you're coming in Crescent Beach. Yeah, boy, I live at Crescent Beach near the water, and went for a walk this morning, 5:30. It was gorgeous. The birds were out singing. Yeah. But it's great to be in Surrey. It's really vibrant. Beautiful day after we had a rain for a few days. Now, you were here, I think, 3 or 4 months ago. Now there are lots of business to discuss. Yes, very much. We're on the move. Yes. The city's on the move in a big way. So how about COVID-19? Are we doing okay by policy-wise, or, how was your experience through COVID-19? Well, I just want to give a huge thank you to all the people in Surrey. We followed all the rules, and we were one of the first cities to get on top of it across Canada. I talked to all the big cities across Canada mayors once a week. And our city of Surrey, is leading in Canada as far as addressing the issue. And it's not us as politicians, it's the people in Surrey that have done such a good job in following the rules and working together throughout Surrey, and especially with all the different cultures, working together so that we've got this under control now. COVID-19 has flattened out in our city. And so now we're starting to open up our different facilities. In fact, we sent a press release out this morning opening up all our playing fields in our parks. So we're now starting to open up. We're going to open our outdoor pools in the middle of June, and we will continue to be opening up different facilities throughout Surrey. Okay, about COVID-19, if we get about, everyone is concerned about property tax is looming July 1st week. So where we are standing about, is it due on July 1st week, or sometimes we are giving? Well, what we have said, and first of all, we've kept taxes very low. We campaigned that we would not increase our property taxes anything more than the Consumer Price Index, which this year is 2.9%. Those tax notices have gone up. They're due on July 2nd, but we have said that we will not charge any interest. We will not charge any interest for 3 months. So you have a 3 months leeway before you actually have to pay your tax. There's another issue nowadays everywhere for Surrey Development Corporation. Can you tell us when it was established? Because most of our citizens don't know about much when we are telling that there is a development corporation, there is a company within city, owned by city, and have so many assets. And when it was formed, who formed it, why it was formed? Well, it was formed in a previous council a number of years ago. It was formed, as I understand, I wasn't involved at the time, but I understand it was formed to sell off our excess land that we have in the city of Surrey. First of all, that principle I don't agree with entirely. I don't agree with setting up a Surrey Development Corporation in competition with our development industry. Our development industry and our builders and plumbers and so forth, they can't compete with a city that has just about free land so that they can develop on. So I have been for a number of years campaigning very hard to shut down the Surrey Development Corporation. There isn't anyone similar to this in any big city across Canada. So it completely is unaccountable to the taxpayers' money. And well, that goes against the principle completely of taxing the public. And so I tried to shut it down for many years. And so finally this year we were able to shut it down. It is now shut down. We're going to disband it. The land that it's owned is going to come back to the city. And then it will be under the city's control and under council's control what we do with it. I believe very strongly that we shouldn't be selling off
its own, had its own board. They had a title to our land, and they could do anything they wanted with our land. That's not acceptable. They don't have to get any permission from your board? No, it was from council. They had no. They didn't have to come back to get permission unless it was a very large fee. But they could do a whole bunch of practices with no control. And special privilege from city, as it is part of development city, or it will be going as other companies apply for permits and everything? Well, no, it didn't come in. It sold our land off, and then whoever bought the land then had to come through the development and do the permit. But the fact is, they got cheap land, and they could sell land without our permission. In fact, it's got a shopping that the city owns that's up for sale now with no control by city council. So the accountability wasn't there. Also, the competition. The city shouldn't be in competition. Yes. Free enterprise developers. I've never heard of that. So we worked hard. We shut it down. The land is going to come back into the city, and it will be under complete control of council and the taxpayers through the city council. Mr. Mayor, there would be some logic behind it, why they started it, what they said when they started it. Mayor Watts started it. And can you tell us, board of directors, who was controlling it? I heard the CEO was getting $300,000 plus per year. Is it right? I don't know what he was getting per year. But it did have a board made up of different developers and different businesses and so forth. But the fact remains that it was completely unaccountable to the city or city council to do anything it wanted. It actually had title to our own land, which is unheard of. And so, anyways, it was extremely. I've never heard of that type of structure. Okay. The governance structure was completely wrong, and even the concept of selling off city land is not one that I support. So we brought it back in, and we're dismantling it. Legally, we're changing all the structure so it'll come back into the city, and then it'll be controlled from now on by the private sector. So next for the Surrey Police Department, lately RCMP, or I don't know who hired them, Mr. Dillon, and I heard Dan Watts also working to keep RCMP in Surrey. And where, in terms of Surrey Police Department, where we are standing right now, how long it will take? Well, right now we have been given our own Surrey Police by the provincial government already. Actually, a few months ago, they through the Police Act, which is governing act for all police in BC, we were given our Surrey Police. The next step to get it operational is to appoint a police board. That's been going on. And the police board is made up of residents of Surrey that have applied to be on the police board. That has been worked on. We've been working very, very hard with the government on that police board. And so it's the applicants did put their names in a couple of months ago. They've been shortlisted. And now the shortlist has to go to cabinet for approval. Once that happens, we can start operating there. We've been assured this morning, actually, by Minister Farnworth that police board will be established in the next 2 weeks. And so by the end of this month, we'll be up and operating as Surrey. That's good news. Who was in favor? It was clear mandate when you got elected. And in terms of other legacies, this is Surrey Police Department and Development Corporation, and obviously we are City of Parks, and you are doing that for the shelters for our senior citizen in parks and everywhere, and wherever community wants, you are there. Now, it comes to major projects, our SkyTrain extension to Langley and to White Rock. In terms of that, where we are standing? Well, I've been working actually very, very hard. I'm working with the federal government and the province.
the very top of the governments and talking to them because coming out of COVID-19, the different governments are looking for shovel-ready projects to get our economy going. Our SkyTrain is the number one shovel-ready project, literally in Canada, that can start right away because we've finished all the design. We've worked with the roadway that is going to go down Fraser Highway. In fact, the business plan, which is the last of the documents, has been done. It's been approved by Transport Board. It is now currently sitting in the Provincial Treasury Board and the Federal Treasury Board. And the plan is to get started to build it from our city center to Fleetwood at the first stage. The second stage is Lang. We're working very, very hard with both governments right now to encourage them to build it all the way to Lang, not just Fleetwood. Because it is a shovel-ready. It would create thousands of jobs in the community. We're the fastest growing city, literally in BC, but not in Canada right now. Growth is out through the Fraser Highway. And so it's a perfect project to create jobs and provide transportation to a very fast area. So every day I'm out pushing both the province and to get this SkyTrain going. The current section is still on time. It might be a couple months a little later, but with these big projects, there's always a little bit of delay. I've been involved as Translink chair in Canada Line, Evergreen Line, until I was chairman at the time. We always have a few months delay here and there. And so we're basically on time to go ahead with it, at least to Fleetwood, but we're pushing hard to get it planned. This COVID-19, people are worried about our housing industry, and the major projects already going on, multi-family. If you look in Clayton and Fleetwood, Newton, obviously, we don't have much land for multi-family. These projects, Surrey Police Department and extensions are big capital-funded projects, and your opponents are saying it that we will be in deep debt at financial level. Where we are standing? No, I mean, the previous government put us in deep debt. When I left Surrey, we had about $500 million in cash reserves and no debt. No debt. When we got elected this year, or a year ago from now, there was debt of about $500 million, and we have no cash reserves. So our commitment is that there will be we're trying to pay down some of the debt. At the same time, we have to provide the infrastructure and balance our budget for the city of Surrey. So we're doing a balancing act of trying to pay down the debt, and at the same time keep our taxes low for our rent. That was our commitment. We're on stream. We're not going to be pouring any more money. We're going to continue to operate on a balanced budget, which all cities have to. We're certainly not looking at going out and pouring. And our summer is very beautiful. We have our July, August. Kids are home, and summer vacation is there. We have so many events on that time, city tournaments and Sikh parades and July 1st week celebrations of Canada Day. So, what is city's policy this year due to COVID-19? Well, pretty well every other day we're announcing opening of different facilities that we have under direction of the government. They are the controlling one in our ability to open, so they're going very cautiously to open different facilities. They gave us permission to open our outdoor pools, so we open in about a week's time. Today, this morning, we announced the opening up of our playing field, which is huge. Soccer, football, all the different sports. Rugby won't be allowed because it's too close to sport for a while. Anyway, certainly soccer, baseball, some of the other sports that we're going to allow. And so what they call the permitting of our parks, where you apply for a permit to use it for soccer tournaments, that opens up in about a week's time. We announced that this morning.
And so we're going to open up our facilities as soon as the provincial government allows us in their different stages to open our facilities. The city has always been a way out in front of everybody as far as keeping our parks open for people to walk in and to enjoy the fresh air. We're a city of parks. Yes. More parks than any other city in BC. Yeah. We enjoy our parks. We also are continuing to buy parks. A number of places we were buying new parks over the last 2 or 3 months. So we're very, very active out there in our parks because we think the city's metropolitan type city. We're 11th largest in Canada. Yes. Needs parks. People enjoy the parks. Our kids, our youth. We want to be an active city. So we're working very, very hard. Mr. Mayor, as if I'm talking about my community, we started to move in Newton, and everyone, whoever living in this city, he sometimes, somewhere, lived in Newton. And I'm feeling Newton is not well cared. We don't have proper facilities. If you look at the density cluster, I'm feeling a sort of ghetto for us, and need a good facility. The sort of you have in Fleetwood, we need a gym and we need a pool. This wave pool is not. This is for the kids. Do you have something in mind to give to Newton? Yeah, what we're looking at, and it goes back actually to Newton when I was there. I've always thought that Newton and sort of what I would say northwest part of from King George Highway is lacking facilities. Yeah. You do have a very large soccer field, which Yes. is the largest in Surrey. Yeah. And it has been going lots of houses each year. We know that bigger and better. So we do have that. But outside that, you don't really have a lot of facilities. So in Bear Creek Park, we have the designs and we'll be ready for construction of a world-regulated track and field stadium, which is one thing we did. In the northern part of that area, we just opened 3 ice rinks, and they have different groups like weight groups and so forth. We're looking at a pool in that area, and we did work with previous council for a joint project together with the Y. But it didn't work because the Y couldn't put any money into it. So we're re-looking at that. But as far as right in Newton, when I was there before, we bought all of the houses behind the wave pool, or just south of the wave pool, because I wanted to put a big recreation center in that area. So we own the land in there. The houses down some of it by the city. That plan, I looked at it actually the other day because we do need to put something. That location is a good location. Some people think it's hard to get to because George is there and Very busy. 72nd, it's a busy intersection for people that are more west to get there. Yes. But the fact remains, we have that land. Yes. It's a big chunk of land. We have a library there. Library there. And we also have a senior center. Yes. That's there. And so my vision anyways, and we are starting to look at areas that we can do that. My vision is to build a very big recreation. Mayor, I had to get Councillor Nagra after you, and he's going to say in Punjabi as well, whatever we are taking. Anything would you like to say in closing? I just want to thank all the people in Surrey. They've been tremendous in this COVID-19. There's some strict restrictions to put on. They've worked with that. We've had tremendous success in Surrey as far as COVID virus. And I'm proud of our people in Surrey and how they have cooperated, worked under the regulation, and have really, at the same time, be out now, energetic with smiles on their faces. We still have a way to go with the virus. We still have to be careful, keep our
this and no very big event. But I really am proud when I'm out in the park or I live in Mexico, walking in the day. People have smiles. Families are getting back together. We live in one of the greatest cities. We're going to be recognized around North America very soon. We're developing a new way to do policing. And the people we're going to hire are going to be reflective of our different cultures. So we're going to be a leader right now in North America. People have our eyes on how we're going to develop this police force. But Surrey's always been a leader. Yes. I'm proud of the people that are here. We welcome people from all over the world Yes. who live here. They've done such a good job of it. I just want to say thank you. Thank you, Mayor. I wish you very good health, and you are always looks young. Thank you. Thank you very much. Thank you. ਹੁਣ ਅਗਲੇ ਹਿੱਸੇ ਦੇ ਵਿੱਚ ਬ੍ਰੇਕ ਤੋਂ ਬਾਅਦ ਕੌਂਸਲਰ ਨਾਗਰਾ ਗੱਲਬਾਤ ਕਰਨ। ਹੁਣ ਗੱਲਬਾਤ ਆਪਾਂ ਕਰਾਂਗੇ ਕੌਂਸਲਰ ਨਾਗਰਾ ਦੇ ਨਾਲ, ਕਿਉਂਕਿ ਬਹੁਤ ਕੰਮ ਚੱਲ ਰਹੇ ਨੇ ਸ਼ਹਿਰ ਦੇ ਵਿੱਚ, ਇਸ਼ੂ ਬਹੁਤ ਨੇ ਤੇ ਕਦੇ ਕਦੇ ਸਮਾਂ ਮਿਲਦਾ ਫਿਰ ਤੁਹਾਡੇ ਸਵਾਲ ਵੀ ਨੇ ਬਹੁਤ, ਉਹਨਾਂ ਦੇ ਵੀ ਜਵਾਬ ਪੁੱਛਾਂਗੇ। ਨਾਗਰਾ ਸਾਹਿਬ ਤੁਹਾਡਾ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਅੱਛਾ, ਸ਼ੁਰੂਆਤ ਦੇ ਵਿੱਚ ਮੇਅਰ ਉਹਨਾਂ ਨੂੰ ਵੀ ਸਵਾਲ ਜਿਹੜੇ ਪੁੱਛੇ ਨੇ ਇੱਕ ਵਾਰ ਫੇਰ, ਜਿਹੜੀ ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਆ, ਹੁਣ ਇਹਨੂੰ ਪੰਜਾਬੀ 'ਚ ਸਮਝਾਈਏ ਲੋਕਾਂ ਨੂੰ, ਇਹਦੀ ਜ਼ਰੂਰਤ ਕਿਉਂ ਪਈ, ਇਹ ਕਿਉਂ ਸ਼ੁਰੂ ਕੀਤੀ? ਜਿਹੜਾ ਰੈਸ਼ਨਲ ਪੁਰਾਣੀ ਕਾਉਂਸਲ ਆਲਵੇਜ਼ ਅੱਜ ਤੱਕ ਵੀ ਜਦੋਂ ਗੌਰ ਕੀਤੀ ਅੱਜ ਵੀ ਦੇ ਰਿਹਾ ਜਿਹੜੇ ਕਿ ਸਰੀ ਨੂੰ ਗਰੋ ਕਰਨ ਵਾਸਤੇ ਬੜੀ ਜ਼ਰੂਰੀ ਉਹ ਸਰੀ ਦੇ ਵਿੱਚ ਟੋਰਾਂਟੋ ਐਡਮਿਸ਼ਨ ਦੇ ਵਿੱਚ ਹਾਈ ਰਾਈਜ਼ ਕਾਲਜ ਦੇ ਪ੍ਰਤੀ ਪੁਰਾਣੀ ਡਿਵੈਲਪਰਸ ਉਹ ਸਰੀ ਦੇ ਵਿੱਚ ਕਰ ਰਹੇ ਹੋਵੇ ਸਰੀ ਦੇ ਵਿੱਚ ਪ੍ਰੋਜੈਕਟਸ ਲੈ ਕੇ ਆਉਂਦਾ ਹੋਵੇ ਲਿਆਉਣੇ ਚਾਹੁੰਦਾ ਹੋਵੇ ਤੇ ਫਿਰ ਆਪਾਂ ਨੂੰ ਉਹਨਾਂ ਦੇ ਨਾਲ ਕੰਪੀਟ ਕਰਨ ਵਾਸਤੇ ਆਪਣੀ ਸਰੀ ਸਿਟੀ ਦੀ ਕੰਪਨੀ ਦੀ ਕੀ ਜ਼ਰੂਰਤ। ਬੈਕ ਇਨ 2007 ਇਹ ਕਹਿ ਰਿਹਾ ਕਿ ਉਦੋਂ ਕੋਈ ਪ੍ਰਾਈਵੇਟ ਸੈਕਟਰ ਉਦੋਂ ਕੋਈ ਇੰਟਰਸਟ ਨਹੀਂ ਸੀ। ਫੋਰ ਐਗਜ਼ਾਮਪਲ ਇੱਕ ਸਾਰਿਆਂ ਨੂੰ ਵੱਡਾ ਜਿਹੜਾ ਪ੍ਰੋਜੈਕਟ ਬਣਾਇਆ ਸੀ ਉਹ ਜਿੱਥੇ ਤੁਹਾਡਾ ਸਿਟੀ ਹਾਲ। ਅੱਛਾ, ਉਹ ਸੈਂਟਰੀ ਗਰੁੱਪ ਦੇ ਨਾਲ ਇਹਨਾਂ ਨੇ ਪਾਰਟਨਰਸ਼ਿਪ ਕਰਕੇ ਉਹ ਵੀ ਇਹ ਕਹਿ ਰਿਹਾ ਕਿ ਉਹਦੇ ਵਿੱਚ ਹੋਟਲ ਗਰਾਊਂਡ ਦੇ ਵਿੱਚ ਕੋਈ ਕਿਸੇ ਦਾ ਇੰਟਰਸਟ ਨਹੀਂ ਸੀਗਾ, ਕਿਸੇ ਵੀ ਪ੍ਰਾਈਵੇਟ ਡਿਵੈਲਪਰ ਦਾ ਜਾਂ ਪ੍ਰਾਈਵੇਟ ਬਿਲਡਰ ਜਾਂ ਪ੍ਰਾਈਵੇਟ ਇਨਵੈਸਟਰ ਦਾ ਕੋਈ ਇੰਟਰਸਟ ਨਹੀਂ ਸੀਗਾ ਸਰੀ ਦੇ ਵਿੱਚ ਹੋਟਲ ਗਰਾਊਂਡ ਦਾ। ਪਰ ਸਾਨੂੰ ਤੇ ਐਵਰੀ ਡੇ ਬੜੀ ਸਰੀ ਦੇ ਵਿੱਚੋਂ ਪੂਰੇ ਵੈਨਕੂਵਰ ਤੋਂ ਡਾਊਨ ਅਸੀਂ ਸਰੀ ਦੇ ਵਿੱਚ ਵੱਡੇ ਕੋਈ ਬ੍ਰਾਂਡ ਨੇਮ ਹੋਟਲਸ ਲੈ ਕੇ ਆਉਣਾ ਚਾਹੁੰਦੇ ਹਾਂ। ਸਾਨੂੰ ਲੈਂਡ ਵਸਤੂ ਵੀ ਅਸੀਂ ਕਿਸ ਤਰ੍ਹਾਂ ਪ੍ਰੋਜੈਕਟ ਕਰ ਸਕਦੇ तो एट द सेम टाइम हो गया है कि कोई इंटरेस्ट नहीं है तो ਅਸੀਂ बिलीव नहीं करते कि कोई इंटरेस्ट नहीं है। इंटरेस्ट आज भी बहुत ज्यादा है, आपकी बहुत ज्यादा इन्वेस्टर्स है जो होटल्स के ਵਿੱਚ ਸਰੀ ਦੇ ਵਿੱਚ ਇਨਵੈਸਟਮੈਂਟ ਹੈ। ਸੋ ਐਟ ਦ ਸੇਮ ਟਾਈਮ ਸਰੀ ਆਪਣੀ ਕੰਪਨੀ ਪ੍ਰਾਈਵੇਟ ਅੱਛਾ ਜੀ, ਹੁਣ ਐਂ ਦੱਸੋ ਵੀ ਜਾਇਦਾਦ ਕਿੰਨੀ ਕੁ ਨੌ ਹੈ ਨਾ ਜਿਹੜੀ ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਕੋਲ, ਕਿੰਨੀਆਂ ਕੁ ਪ੍ਰਾਪਰਟੀ? ਦੇਖੋ ਮੈਂ ਤੁਹਾਨੂੰ ਇੱਕ ਬੇਸਿਕ ਨੰਬਰ ਦੱਸਦਾ, ਆਪਾਂ ਤੁਹਾਡੇ ਸਾਰੇ ਲਿਸਨਰਸ ਸਾਰੇ ਆਪਾਂ ਕਮਿਊਨਿਟੀ 'ਚ ਬਹੁਤ ਅਵੇਅਰ ਰਹਿੰਦੇ ਆ ਪੋਲੀਟਿਕਸ ਦੇ ਵਿੱਚ, ਤੇ ਸਾਨੂੰ ਇੱਕ ਬੇਸਿਕ ਨੰਬਰ ਸਿੰਪਲ ਨੰਬਰ ਦੱਸਦਾ। ਇਸ ਟਾਈਮ ਜਿਹੜੇ ਐਸੈਟਸ ਹੈ $235 million ਦੇ ਜਿਹੜੇ $235 million ਦੀ ਰਿਟਰਨ ਪ੍ਰਾਈਸ ਕਿੰਨੀ ਆ ਰਹੀ ਪਰ ਈਅਰ। It was $4.5 million in dividend. ਤੁਸੀਂ ਦੱਸੋ ਕਿ ਕੋਈ ਵੀ ਬਿਜ਼ਨਸਮੈਨ ਜਿਹੜਾ $235 million ਦੇ ਐਸੈਟ ਕਰਨਾ ਹੋਵੇ ਤੇ ਉਹਦੀ ਰਿਟਰਨ ਹੋਵੇ $4.5 million ਹੋਵੇ, ਕਮਾਲ ਹੋ ਗਈ। ਤੁਸੀਂ ਉਹਦਾ ਪਰਸੈਂਟੇਜ ਅੱਜ ਪ੍ਰਾਈਵੇਟ ਲੈਂਡਰਸ ਤੋਂ ਲੈ ਕੇ ਕੋਈ ਬਿਜ਼ਨਸਮੈਨ ਜਿੰਨਾ ਰਿਟਰਨ ਨਹੀਂ ਹੈਗੀ। ਬਿਲਕੁਲ ਅਸੀਂ $235 million ਐਸੈਟ ਲੈ ਕੇ 4.5 डिविडेंड पर ईयर ले रहे थे। तो हम तुम देखो कि बिल्कुल भी बिजनेस सेंस इस करके रिजॉल्व करना बहुत जरूरी है।
ਅਗਰਾ ਜੀ ਸ਼ੁਰੂ ਤੋਂ ਜ਼ਿਆਦਾ ਬਣੀ ਇਹਦਾ ਕਿਹਦੇ ਕੋਲ ਕਮਾਂਡ ਕਿਹਦੇ ਕੋਲ ਰਹੀ, ਇਹਦਾ CEO ਕੌਣ ਰਿਹਾ? ਇਸ ਟਾਈਮ ਇਹਨਾਂ ਦੇ CEO ਜਿਹੜੇ ਲਾਸਟ CEO ਸੀਗੇ ਮਾਈਕਲ ਇਹ ਕੌਣ ਨੇ? ਮਾਈਕਲ ਏਰੀਆ ਜ਼ਿਆਦਾ ਖਾਸ ਨਹੀਂ, ਮੈਨੂੰ ਲੱਗਦਾ ਕਿ ਪ੍ਰਾਈਵੇਟ ਡਿਵੈਲਪਮੈਂਟ ਤੇ ਉਹਦੇ ਨਾਲ ਇਹ ਬੋਰਡ ਆਫ ਡਾਇਰੈਕਟਰਸ ਸੀਗੇ। ਉਹਦੇ ਵਿੱਚ ਮੈਨੂੰ ਪਤਾ, ਮੈਂ ਸੁਣਿਆ ਕਿ ਕੋਈ ਕਾਫੀ ਆਪਣੇ ਪੰਜਾਬੀ ਡਿਵੈਲਪਰ ਹੈਗੇ ਸੀਗੇ ਤੇ ਕੋਈ ਆਰਕੀਟੈਕਟ ਫਰਮ ਦੇ ਇੱਕ ਪ੍ਰੈਜ਼ੀਡੈਂਟ ਵੀ ਇਹਦੇ ਸੈਕਟਰੀ, ਉਹ ਡਾਇਰੈਕਟਰਸ ਤੇ ਇੱਕ ਉਹ ਸਾਰਾ ਇਹਨੇ ਪ੍ਰੋਜੈਕਟ ਜਿਹੜੇ ਰਲ ਕੇ ਕੀਤੇ ਕਿਹੜੀ ਕੰਪਨੀ ਨਾਲ ਕੀਤੇ ਤੇ ਇਹਨਾਂ ਦਾ ਰੀਅਲਟਰ ਕੌਣ ਸੀ? ਜਿਹੜਾ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਰੀਅਲਟਰ ਕੌਣ ਸੀ? ਇਹ ਇੱਕ ਕੇਸ ਆ, ਅਸੀਂ ਜਿਹਦੇ ਤੇ ਬਹੁਤ ਡੀਪਲੀ ਅਸੀਂ ਕੰਮ ਕਰਾਂਗੇ। ਸਿਟੀ ਆਫ ਸਰੀ ਦੀ ਇੱਕ ਟੀਮ ਅਸੀਂ ਐਲੋਕੇਟ ਕਰਾਂਗੇ ਕਿ 2007 ਤੋਂ ਜਦੋਂ ਇਹ ਸਟਾਰਟ ਹੋਈ ਹੈ ਕਿਹੜੇ ਪ੍ਰੋਜੈਕਟ ਕਿਹੜੇ ਤੇ ਉਹ ਸਿਟੀ ਦੇ ਐਸੈਟਸ ਵੇਚੇ ਗਏ ਆ, ਉਹ ਕਿਹਨੇ ਵੇਚੇ ਆ ਤੇ ਉਹਨਾਂ ਦਾ ਵਿੱਚ ਕੋਈ ਕਨਫਲਿਕਟ ਆਫ ਇੰਟਰਸਟ ਨਹੀਂ, ਇਹਦਾ ਵੀ ਕੋਈ ਰਿਲੇਟਡ ਨਹੀਂ ਸੀ ਪੋਲਿਟਿਕਸ, ਉਹ ਸਾਰਾ ਅਸੀਂ ਕੱਢ ਕੇ ਤੇ ਤੁਹਾਡੇ ਮੀਡੀਆ। ਕਿਉਂਕਿ ਮੈਨੂੰ ਇਹ ਪਤਾ ਲੱਗਿਆ ਵੀ ਜਿਹੜਾ ਰੀਅਲਟਰ ਸੀ ਉਹ ਇੱਕ ਸਿਟੀ ਦੇ ਵਿੱਚੇ ਕੰਮ ਕਰਦੇ ਕਾਉਂਸਲਰ ਦਾ ਰਿਸ਼ਤੇਦਾਰ ਸੀ। ਇਹ ਗੱਲ ਦਾ ਮੈਨੂੰ ਪਤਾ ਲੱਗਾ ਜੀ 100%। ਇਹ ਪੂਰੀ ਕਮਿਊਨਿਟੀ ਨੇ ਇਹ ਗੱਲ ਸੁਣੀ ਹੈ ਕਿ ਉੱਥੇ ਕੋਈ ਕਨਫਲਿਕਟ ਆਫ ਇੰਟਰਸਟ ਹੈਗਾ ਤੇ ਇੱਕ ਵੇਲ ਨੰਬਰ ਆਫ ਟਾਈਮਸ ਐਸਪੀਡੀਸੀ ਦੇ ਪ੍ਰੋਜੈਕਟ ਵਿੱਚ ਆਪਣੇ ਸਰੀ ਦੇ ਵਿੱਚ ਮੈਨੂੰ ਲੱਗਦਾ ਕਲੋਜ਼ ਟੂ 5000 ਨੈਸ਼ਨਲ ਰੇਟ ਕਰ ਰਹੇ ਆ, ਬਟ ਐਸਪੀਡੀਸੀ ਹਰ ਵਾਰ ਜਿਹੜਾ ਵੀ ਇਹ ਪ੍ਰੋਜੈਕਟ ਉਹਨਾਂ ਦਾ ਵੇਚਣਾ ਹੈ, ਜਿਹੜਾ ਐਸੈਟ ਵੇਚਣਾ ਹੈ, ਇਹਦਾ ਜਿਹੜਾ ਐਸੈਟ ਹੁੰਦਾ ਦੇਖੋ ਇੱਕ ਕੰਪਲੈਕਸ ਪ੍ਰੋਫਿਟ $40 ਮਿਲੀਅਨ ਤੋਂ ਦੇਖੋ ਕਿ ਉਹਨਾਂ ਦੇ ਵਿੱਚ ਕਮਿਸ਼ਨ ਦੀ ਉਹ ਇੱਕ ਹੀ ਰੇਟ ਤੋਂ ਬਾਰ-ਬਾਰ ਵਿੱਚ ਉਹ ਅਸੀਂ ਜ਼ਰੂਰ ਬਿਲਕੁਲ, ਕਿਉਂਕਿ ਸ਼ਹਿਰ ਦੇ ਲੋਕਾਂ ਦਾ ਪੈਸਾ ਜੀ, ਸ਼ਹਿਰ ਦੇ ਲੋਕਾਂ ਦਾ ਇਹ ਹੱਕ ਆ ਪਤਾ ਲੱਗ। ਅੱਛਾ, ਹੁਣ ਪੁਲਿਸ ਡਿਪਾਰਟਮੈਂਟ ਦੀ ਗੱਲ ਮੇਅਰ ਉਹਨਾਂ ਨੂੰ ਵੀ ਪੁੱਛੀ ਆ, ਜਿਹੜੀ ਹੁਣ ਵਿਰੋਧਤਾ ਦਾ ਇੱਕ ਨਵਾਂ ਸੈਗਮੈਂਟ ਸ਼ੁਰੂ ਹੋਇਆ ਜਿਸ 'ਚ ਸਾਬਕਾ ਮੇਅਰ ਤੇ ਆਪਣੇ ਢਿੱਲੋਂ ਸਾਹਿਬ ਜਿਨ੍ਹਾਂ ਨੇ ਕੇਸ ਲੜਿਆ ਦਸਤਾਰ ਦਾ, ਉਹਨਾਂ ਦੀਆਂ ਖਬਰਾਂ ਛਪੀਆਂ ਸੀ ਵੀ ਇਹ ਟੀਮ ਹੁਣ ਮੁੜ ਕੇ ਸਰੀ ਪੁਲਿਸ ਡਿਪਾਰਟਮੈਂਟ ਦੇ ਅਗੇਂਸਟ ਕੰਮ ਕਰ ਰਹੀ। RCMP ਨੂੰ ਵੀ COVID-19 ਦੇ ਸਮੇਂ ਹੁਣ ਗੁੱਡ ਟਾਈਮ ਨਹੀਂ, ਹੁਣ ਇਹਨਾਂ ਨੇ COVID-19 ਦਾ ਇਹ ਜਿਹੜੀ ਉਹ ਗੱਲ ਕਹਿ ਰਹੇ ਨੇ ਵੀ ਇਹਦੇ ਨਾਲ ਕਰਜ਼ਾ ਵਧੇਗਾ, ਕਰਜ਼ਾ ਲੋਕਾਂ ਨੇ ਦੇਣਾ, ਇਹਦੀ ਮਹਿੰਗਾਈ ਹੋਏਗੀ, ਪੁਲਿਸ ਅਫੀਸਰ ਉਨੇ ਹੀ ਰਹਿਣਗੇ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇੱਕ ਆਨਗੋਇੰਗ ਕਾਸਟ ਹੋਗੀ ਜਿਹੜੀ ਇਸ ਟਾਈਮ ਅਸੀਂ ਸਹੀ RCMP ਨੂੰ ਪੇ ਕਰ ਰਹੀ ਹੈ $190 ਮਿਲੀਅਨ। ਜੀ ਉਹ ਸਾਨੂੰ ਸਰੀ ਪੁਲਿਸ ਦੇ ਵਾਸਤੇ ਨਹੀਂ ਮਿਲਦੀ। ਐਟ ਦ ਸੇਮ ਟਾਈਮ ਜਦੋਂ RCMP ਯੂਨੀਨਾਈਜ਼ ਹੋਗੀ ਉਹ ਕਾਸਟ ਆਪਰੇਸ਼ਨਲ ਕਾਸਟ ਜਿਹੜੀ ਸਰੀ ਪੁਲਿਸ ਦੀ ਤੇ RCMP ਦੀ ਸੋ ਇੱਕ ਕਾਸਟ ਜਿਹੜੀ ਸਟਾਰਟਅਪ ਕਾਸਟ $45 ਮਿਲੀਅਨ ਜਿਹੜੀ ਅਗਲੇ 4 ਸਾਲਾਂ ਦੇ ਵਿੱਚ ਉਹ ਕਾਸਟ ਲੱਗਣੀ ਆ। ਮੈਂ ਜਿਹੜੇ ਇੱਕ ਮਿਸਲੀਡ ਕਰ ਰਿਹਾ ਕਮਿਊਨਿਟੀ ਨੂੰ, ਮੈਂ ਉਹਨਾਂ ਨੂੰ ਚਾਹੁੰਦਾ ਕਿ $45 ਮਿਲੀਅਨ 4 ਸਾਲ ਦੇ ਵਿੱਚ ਜੇ ਸਪੈਂਡ ਕਰਕੇ ਉਹ ਕਹਿ ਰਿਹਾ ਕਿ ਟੈਕਸ 20 ਤੋਂ 30% ਵੱਧ ਜਾਣੇ ਆ। ਉਹ ਇੱਕ ਗੱਲ ਐਕਸਪਲੇਨ ਕਰਕੇ ਜਦੋਂ $90 ਮਿਲੀਅਨ ਸਿਟੀ ਹਾਲ ਦੇ ਉੱਤੇ ਲਾ ਦਿੱਤਾ ਉਦੋਂ ਟੈਕਸ ਤੇ ਵਧੇ ਨਹੀਂ ਸੀਗੇ, $45 ਮਿਲੀਅਨ ਤੇ ਕਿਹਦੀ ਪਰਮਿਸ਼ਨ ਲਈ ਉਹ ਸ਼ੁਰੂ ਕਰ ਮੈਂ ਕਹਿੰਦਾ ਬਿਲਕੁਲ ਵੀ ਫੰਕਸ਼ਨਲ ਹਾਲ ਨਹੀਂ ਹੈਗਾ। ਤੁਹਾਨੂੰ ਪਤਾ ਜਿਹੜੇ ਆਪਣੇ ਟ੍ਰੇਡਸਮੈਨ ਉੱਥੇ ਜਾਂਦੇ ਉਹਨਾਂ ਨੂੰ ਪਤਾ ਕਿ ਉਹ ਬਿਲਕੁਲ ਫੰਕਸ਼ਨਲ ਹੈ। ਈਵਨ ਸਟਾਫ ਵੱਲੋਂ ਵੀ ਉਹ ਜਿਹੜੇ ਸਟਾਫ ਉੱਥੇ ਕਰਦੇ ਆ ਉਹ ਵੀ ਕਹਿੰਦੇ ਕਿ ਸਾਨੂੰ ਫੰਕਸ਼ਨਲੀ ਸਾਨੂੰ ਪ੍ਰੋਪਰ ਸਪੇਸ ਐਲੋਕੇਟ ਨਹੀਂ ਕੀਤੀ ਜਾਂਦੀ ਤੇ ਆਲਰੇਡੀ ਉਹ ਸ਼ੋਰਟ ਆਪਾਂ $200 ਮਿਲੀਅਨ ਲਾਇਆ ਸੀ ਪ੍ਰੋਜੈਕਟ ਦੇ ਉੱਤੇ, ਜਿਹੜਾ ਕਿ ਹੋਰ 3-4 ਸਾਲ ਦੇ ਵਿੱਚ ਉਹਦੀ ਕੋਈ ਐਕਸਟੈਂਸ਼ਨ ਜਾਂ ਉਹਦਾ ਕੋਈ ਲੇਆਊਟ ਬਣਾਉਣਾ ਪੈਣਾ ਉਹਦੇ ਵਾਸਤੇ। ਆਲਰੇਡੀ ਇਸ਼ੂ ਚੱਲ ਰਹੇ ਨੇ ਆਲਰੇਡੀ ਇਸ਼ੂ ਦੇਖੋ ਜੇ ਆਪਾਂ $90 ਮਿਲੀਅਨ $100 ਮਿਲੀਅਨ ਲਾ ਕੇ ਉਹਦੇ ਤੇ ਉਸ ਟਾਈਮ ਆਪਾਂ ਕਹਿੰਦੇ ਕਿ ਕੋਈ ਵੀ ਅਸੀਂ ਟੈਕਸ ਨਹੀਂ ਵਧੇ, $45 ਮਿਲੀਅਨ 4 ਸਾਲ ਦੇ ਵਿੱਚ ਲਾ ਕੇ ਆਪਾਂ ਕਹਿੰਦੇ ਕਿ ਟੈਕਸ 10% 20% ਵਧਣੇ ਦੀ ਅੱਛਾ,
ਅੱਛਾ, ਜਿਹੜੇ ਇੱਕ ਹੋਰ ਸਵਾਲ ਵੱਡਾ ਜੀ, COVID-19 ਕਰਕੇ ਫਾਈਨਲ ਇੰਸਪੈਕਸ਼ਨ ਘਰਾਂ ਦੀ ਦਾ, ਬੰਦੇ ਮੂਵ ਇਨ ਹੋ ਜਾਂਦੇ ਆ ਪਰ ਫਾਈਨਲ ਇੰਸਪੈਕਸ਼ਨ ਆਕੂਪੈਂਸੀ ਪਰਮਿਟ ਮਿਲ ਜਾਂਦਾ ਹੈ। ਫਾਈਨਲ ਇੰਸਪੈਕਸ਼ਨ ਲਈ ਇੰਸਪੈਕਟਰ ਅੰਦਰ ਨਹੀਂ ਜਾਂਦੇ COVID-19 ਦਾ, ਉਹ ਕੀ ਕਰਨ ਜੀ? ਮੇਰੇ ਕੋਲ ਵੀ ਪਰਸਨਲੀ ਵੀ ਬਹੁਤ ਇਨਕੁਆਇਰੀਆਂ ਆਈਆਂ ਸੀਗੀਆਂ ਕਿ ਉਹਨਾਂ ਨੇ ਦੇਖੋ ਇੱਥੇ ਨੰਬਰ ਆਫ ਅਥਾਰਟੀਜ਼ ਇਨਵੋਲਵ ਹੈਗੀਆਂ। ਜਦੋਂ ਯੂਨੀਅਨ ਕੰਮ ਕਰਦੀ ਹੈ, ਜਿਹੜੇ ਇੰਸਪੈਕਟਰ ਸਾਡੇ ਕੰਮ ਕਰਦੇ ਆ, ਉਹਨਾਂ ਨੂੰ ਜਾਂ ਹੈਲਥ ਅਥਾਰਟੀਜ਼ ਤੋਂ ਜੋ ਮਿਲਦੀਆਂ ਆ ਉਹਨਾਂ ਨੂੰ ਉਹ ਜਿਹੜੀਆਂ ਗਾਈਡਲਾਈਨਸ ਵੀ ਫੋਲੋ ਕਰਨੀਆਂ ਪੈਂਦੀਆਂ। ਜੋ ਸਿਟੀ ਸਟਾਫ ਤੋਂ ਜਾਂ ਕਾਉਂਸਲ ਤੋਂ ਇੰਸਟਰਕਸ਼ਨ ਮਿਲਦੀਆਂ ਉਹਦੇ ਨਾਲ ਜਿਹੜੀਆਂ ਹੈਲਥ ਅਥਾਰਟੀਜ਼ ਤੋਂ ਇੰਸਟਰਕਸ਼ਨ ਹੈ ਉਹ ਵੀ ਫੋਲੋ ਕਰਨੀਆਂ ਪੈਂਦੀਆਂ। ਸੋ ਸਾਡੇ ਵੱਲੋਂ ਤੇ ਇਹ ਕਿਹਾ ਗਿਆ ਸੀਗਾ, ਆਲਵੇਜ਼ ਸਟਾਫ ਨੂੰ ਮੈਂ ਇਹ ਕਹਿ ਰਿਹਾ ਕਿ ਜਿਹੜੀਆਂ ਆਪਣੇ ਇੰਸਪੈਕਸ਼ਨ ਦੁਬਾਰਾ ਸਾਹਮਣੇ ਕਰ ਸਕੀਏ, ਬਟ ਉਹਨਾਂ ਨੂੰ ਜਿਹੜੀਆਂ ਹੈਲਥ ਵੱਲੋਂ ਇੰਸਟਰਕਸ਼ਨ ਦੇ ਆ ਕਿ ਜਿਹੜਾ ਘਰ ਆਕੂਪਾਈਡ ਆ ਇਸ ਟਾਈਮ ਜਿੱਥੇ ਲੋਕ ਰਹਿ ਰਹੇ ਆ, ਉਸ ਘਰ ਦੇ ਵਿੱਚ ਉਹਨਾਂ ਟਾਈਮ ਨਹੀਂ ਜਾ ਸਕਦੇ। ਸਾਰੀ ਆਪਣੀ ਪਰਸਨਲ ਕਰੋਗੇ ਉਹ ਘਰ ਦੇ ਵਿੱਚੋਂ ਬਾਹਰ ਲੈ ਕੇ ਜਾਂਦੇ, ਉਸ ਤੋਂ ਬਾਅਦ ਬਟ ਮੈਨੂੰ ਲੱਗਦਾ ਕਿ ਬਹੁਤ ਜਲਦ ਮੇਬੀ ਵਿਦਿਨ ਅ ਵੀਕ ਸ਼ਹਿਰ ਦੇ ਜਿਹੜੇ ਇਸ਼ੂ ਨੇ। ਅੱਛਾ ਜੀ, COVID-19 ਨੇ ਕਿੰਨਾ ਕੁ ਫਰਕ ਪਾਇਆ ਸਾਡੀ, ਕਿਉਂਕਿ ਹਾਊਸਿੰਗ ਜਿਹੜੀ ਮਾਰਕੀਟ ਆ, ਜਿਹੜੇ ਸਾਡੇ ਘਰ ਨੇ, ਇਹਦੇ ਆਲੇ ਦੁਆਲੇ ਸਾਡਾ ਸਾਰਾ ਕੁਝ ਆਉਂਦਾ ਹੈ। ਅੱਧਾ ਸ਼ਹਿਰ ਇਹ ਤੋਂ ਰੋਟੀ ਖਾਂਦਾ, ਇਹਦੇ ਨਾਲ ਹੀ ਸਪੈਂਡਿੰਗ ਹੋਣੀ ਆ, ਪਲਾਜ਼ੇ ਇਹਦੇ ਨਾਲ ਚੱਲਣੇ ਨੇ, ਬੈਂਕੁਟ ਹਾਲ ਇਹਦੇ ਨਾਲ ਚੱਲਣੇ, ਸਭ ਕੁਛ। ਹੁਣ ਐਂ ਦੱਸੋ ਬਈ ਸ਼ਹਿਰ ਦੇ ਵਿੱਚ ਜਿਹੜੇ ਪਰਮਿਟ ਤੁਹਾਡੇ ਕੋਲ ਓਬਵੀਅਸਲੀ ਜਿਹੜੇ ਇਸ ਵਾਰ ਹੁਣ ਚੱਲ ਰਿਹਾ ਤਾਂ ਪਿਛਲੇ ਸਾਲ ਦੇ ਪਰਮਿਟ ਆਏ ਹੋਏ ਨੇ, ਪਰ ਹੁਣ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ? ਵੈਲ, ਸਿਟੀ ਆਫ ਸਰੀ ਦੇ ਵਿੱਚ ਇਹ ਪਰਮਿਟਿੰਗ ਪ੍ਰੋਸੈਸ ਪਹਿਲਾਂ ਦੇ ਮੇਰੀ ਥੋੜਾ ਸਲੋ ਹੋਇਆ ਹੋਊਗਾ ਬਟ ਚੱਲਦਾ ਰਿਹਾ। ਨੰਬਰ ਆਫ ਐਪਲੀਕੇਸ਼ਨ ਵੀ ਅਬਾਊਟ ਸਿਟੀ ਆਫ ਸਰੀ ਦੇ ਵਿੱਚ, ਕਿਉਂਕਿ ਆਪਣੀ ਕਮਿਊਨਿਟੀ ਬਹੁਤ ਇਨਵੋਲਵ ਹੈਗੀ ਹੈ। ਤੇ ਪਹਿਲੇ ਜਦੋਂ ਇਹ ਸਟਾਰਟ ਹੋਇਆ COVID-19 ਮਾਰਚ ਦੇ ਵਿੱਚ ਥੋੜਾ ਸਲੋ ਹੋਇਆ ਤੇ ਪਰ ਹੁਣ ਫਿਰ ਬੈਕ ਟੂ ਨਾਰਮਲ। ਸਮਰ ਜਿੱਦਾਂ ਲਾਸਟ ਸਮਰ ਸੀ ਉਹ ਸਮਰ ਬਣ ਗਈ ਹੈ। ਬਹੁਤ ਜ਼ਿਆਦਾ ਦੋ ਤੋਂ ਤਿੰਨ ਹਾਈ ਰਾਈਜ਼ ਨਵੀਆਂ ਡਾਊਨਟਾਊਨ ਦੇ ਏਰੀਆ 'ਚ ਜੀ। ਸੋ ਆਈ ਥਿੰਕ 25 ਨਵੀਆਂ ਹਾਈ ਰਾਈਜ਼ ਜਿਹੜੀਆਂ ਪਾਈਪਲਾਈਨ ਦੇ ਵਿੱਚ ਸੀਗੀਆਂ ਜਿਹੜੀਆਂ ਇੱਕ ਸਾਲ ਦੇ ਵਿੱਚ। ਸੋ ਇੰਨੀ ਜ਼ਿਆਦਾ ਕੰਸਟਰਕਸ਼ਨ ਇੱਥੇ ਹੋ ਗਈ ਹੈ। ਪਿਛਲੀ ਅਥਾਰਟੀ ਇੰਨਾ ਜ਼ਿਆਦਾ ਇੰਟਰਸਟ ਹੈ ਐਂਡ ਮੈਂ ਦੱਸ ਰਿਹਾ ਸੀ ਕਿ ਸਟੱਡੀ ਦੀ ਦੇਖੋ ਇੱਕ ਜਦੋਂ ਕਾਊਂਟ ਹੁੰਦੇ ਹੋ ਰਿਕੁਆਇਰਮੈਂਟ ਕੀ ਹੈ ਕਿ ਇੰਨੇ ਬਿਲਕੁਲ ਬਿਲਕੁਲ। ਐਂਡ ਮਿਸਟਰ ਗਿੱਲ ਯੂ ਵਾਂਟ ਟੂ ਲੀਵ ਦਿਸ ਸਿਟੀ ਆਫ ਸਰੀ ਹੀ ਇੱਕ ਇੱਦਾਂ ਦੀ ਮਿਊਨਿਸਪੈਲਿਟੀ ਹੈ ਜਿਸ ਦੀ ਫੀਸ ਦੀ ਰਿਕੁਆਇਰਮੈਂਟ ਉਹ ਮੀਟ ਹੋ ਰਹੀ ਹੈ। ਨਹੀਂ ਤਾਂ ਬਰੀਜ਼ ਸਾਲ ਬਹੁਤ ਡਿਕਲਾਈਨ ਹੋਈ ਹੈ। ਵੈਂਕੂਵਰ ਡਾਊਨਟਾਊਨ ਦੇ ਵਿੱਚ ਫੀਸ ਨਹੀਂ ਹੋ ਰਹੀਆਂ ਬਟ ਜਿਹੜੀ ਸਰੀ ਸਿਟੀ ਸੈਂਟਰ ਦੇ ਵਿੱਚ ਹੀ ਫੀਸ ਜਿਹੜੀਆਂ ਆ ਉਹ ਮੀਟ ਹੋ ਰਹੀਆਂ ਰਿਕੁਆਇਰਮੈਂਟ। ਸੋ ਇਸ ਕਰਕੇ ਸਾਰੇ ਡਿਵੈਲਪਮੈਂਟ ਜ਼ਿਆਦਾ ਉਹਨਾਂ ਨੂੰ ਸਰੀ ਦੇ ਵਿੱਚ ਹੈਗਾ ਤਾਂ ਹੀ ਉਸਦੀ ਇਹ ਐਸੀ ਦੀ ਜਿਹੜਾ ਡਿਵੈਲਪ ਕਰਨਾ ਬਹੁਤ ਰਾਈਟ ਟਾਈਮ ਤੇ ਵੇਟ ਤਾਂ ਕਿ ਇਹ ਸਾਰੇ ਪ੍ਰਾਈਵੇਟ ਡਿਵੈਲਪਮੈਂਟ ਜਿਹੜੇ ਵੱਡੇ ਪ੍ਰੋਜੈਕਟਸ ਨੇ ਹੁਣ ਇਹਨਾਂ ਦੇ ਡਾਊਨਟਾਊਨ ਹੱਬ ਦੇ ਵਿੱਚ ਜਿਹੜੇ ਬਣਨੇ ਨੇ, ਓਬਵੀਅਸਲੀ ਉਹ ਬਿਲੀਅਨਸ ਆਫ ਡਾਲਰ ਇਨਵੋਲਵ ਨੇ ਇਹਦੇ ਵਿੱਚ। ਬਾਹਰ ਕਹਿ ਜੇ ਨੇ ਕਿੱਥੋਂ ਮੋਸਟਲੀ ਲੋਕ ਸੋਚ ਰਿਹਾ ਵੀ ਡਾਊਨਟਾਊਨ 'ਚ 8 ਲੱਖ ਦਾ 9 ਲੱਖ ਦਾ ਇੱਕ ਸਟੂਡੀਓ ਵੇਚ ਕੇ ਮੂਵ ਹੋਣਗੇ ਜਾਂ ਕੀ ਕਿਹੜੇ ਪ੍ਰੋਸਪੈਕਟ ਬਾਹਰ ਨੇ? ਦੇਖੋ ਜਿਓਗ੍ਰਾਫਿਕਲੀ ਜੇ ਆਪਾਂ ਦੇਖੀਏ ਸਰੀ ਨੂੰ, ਸਰੀ ਵੈਂਕੂਵਰ ਦੇ ਵਿੱਚ ਪਹਿਲੇ ਬਹੁਤ ਬੂਮ ਆਇਆ, ਬਹੁਤ ਬਟ ਜੇ ਆਪਾਂ ਉਹਦੀ ਲੋਕੇਸ਼ਨ ਦੇਖੀਏ ਬਾਕੀ ਸਰੀ ਨੂੰ ਕੰਪੇਅਰ ਕਰੀਏ, ਸਰੀ ਇੱਕ ਕਿਸਮ ਦੀ ਲੋਕੇਸ਼ਨ ਤੇ ਹੈਗਾ ਸਭ ਤੋਂ ਸੈਂਟਰਲ ਲੋਕੇਸ਼ਨ ਤੇ ਉਹ ਸੁਪਰਸਨ ਸਾਈਡ ਸਰੀ ਬਿਲਕੁਲ ਸੈਂਟਰ ਹੈਗਾ। ਸੋ ਪਲੱਸ ਸਰੀ ਦੇ ਕੋਲ ਲੈਂਡ ਬਹੁਤ ਹੈਗੀ ਹੈ। ਇਸ ਕਰਕੇ ਜਿਹੜਾ ਇੰਟਰਸਟ ਹੈ ਆਲ ਆਫ ਅ ਸਡਨ ਫਰੋਮ ਲਾਸਟ 2-3 years ਉਹ ਸਰੀ ਦੇ ਵਿੱਚ ਜ਼ਿਆਦਾ ਜਿਹੜੀਆਂ ਵੱਡੀਆਂ ਵਾਸਤੇ ਜਿੱਦਾਂ ਫੋਰ ਐਗਜ਼ਾਮਪਲ ਲਾਸਟ ਈਅਰ ਇੱਕ ਪ੍ਰੋਜੈਕਟ ਵਾਲਮਾਰਟ ਦਾ 400,000 ਸਕੁਅਰ ਫੀਟ ਦੇ ਵਿੱਚ ਵਾਲਮਾਰਟ
ਰਹਿਣਾ ਹਾਂਜੀ ਪਲੱਸ ਟਰਾਂਸਪੋਰਟੇਸ਼ਨ ਦੀ ਜਿਹੜੀ ਸਿਚੁਏਸ਼ਨ ਹੈ ਬਹੁਤ ਬੈਡ ਹੁੰਦੀ ਹੈ ਕਿ ਜੋ ਇੱਥੇ ਜਿੱਥੇ LRT 1.5 ਬਿਲੀਅਨ ਡਾਲਰ ਲਾ ਕੇ ਚੱਲਣੀ ਸੀਗੀ ਉੱਥੇ ਹੁਣ ਆਲਰੇਡੀ B ਲਾਈਨ ਬੱਸ ਚੱਲ ਰਹੀ ਹੈ। ਉਹ ਸੇਮ ਮੋਟਿਵ ਜਿਹੜਾ ਸੀਗਾ LRT ਚਲਾਉਣ ਵਾਸਤੇ ਕਿ ਟਰਾਂਸਪੋਰਟੇਸ਼ਨ ਜਿਹੜੀ ਈਜ਼ੀ ਕਰਨ ਵਾਸਤੇ ਉਹ ਆਲਰੇਡੀ ਵਿਦਆਊਟ $1,500 ਮਿਲੀਅਨ ਦੇ ਬਰਾਬਰ ਹੁਣ ਕੁਛ ਪੈਸਿਆਂ ਨਾਲ ਬੱਸ ਚੱਲ ਰਹੀ ਹੈ। ਹਾਂਜੀ ਬਿਲਕੁਲ ਚੱਲ ਰਹੀ ਹੈ ਤੇ ਉਹ LRT ਦਾ ਟਾਈਮ ਮੇਰੀ ਖਿਆਲ 7 ਮਿੰਟ ਸੀਗਾ ਬੱਸ ਦਾ 9 ਮਿੰਟ ਅੱਛਾ, ਇੱਕ ਹੁਣ ਇਨਫਰਾਸਟ੍ਰਕਚਰ ਦੀ ਗੱਲ ਕਰਨੀ ਹੈ। ਤੁਸੀਂ ਕਿਉਂਕਿ ਨਿਊਟਨ 'ਚ ਬਿਜ਼ਨਸ ਕਰਦੇ ਹੋ, ਪਰਿਵਾਰ ਸਾਰਾ, ਹੁਣ ਜਿਹੜੀਆਂ ਸੜਕਾਂ ਸਾਡੀਆਂ ਈਸਟ ਵੈਸਟ ਨਾਰਥ ਸਾਊਥ ਇਹਨਾਂ ਦਾ ਹੁਣ ਜਿੱਥੇ ਉਹ ਬਣ ਗਈਆਂ ਪਰ ਹੁਣ ਉਹਨਾਂ ਦੀ ਐਕਸਪੈਂਸ਼ਨ ਜਦ ਹੋਏਗੀ ਉਹ ਕਿਵੇਂ ਹੋਊਗੀ? ਕਿਉਂਕਿ ਆਲਰੇਡੀ ਜੇ 28 ਦੇਖੀਏ, ਸਕਾਟ ਦੇਖੀਏ, 32 ਦੇਖੀਏ, ਕਿੰਗ ਜਾਰਜ ਦੇਖੀਏ, ਆਥਣੇ 3 ਵਜੇ ਤੋਂ 5 ਵਜੇ ਤੱਕ ਜੈਮਡ ਟੋਟਲੀ। ਕੀ ਹੋਏਗਾ ਜੀ? ਅਲਟਰਨੇਟਿਵ ਕੀ ਹੈ? ਵੈਲ ਸਟਾਫ ਬਹੁਤ ਨਵੀਆਂ ਟੈਕਨੀਕਸ ਤੇ ਕੰਮ ਕਰ ਰਿਹਾ ਆਲਰੇਡੀ ਕਿਉਂਕਿ ਪ੍ਰੋਬਲਮ ਨੂੰ ਫੁਲੀ ਅੰਡਰਸਟੈਂਡ ਕਰਦੇ ਕਿ ਸਪੈਸ਼ਲੀ ਨਿਊਟਨ ਦਾ ਜਿਹੜਾ ਏਰੀਆ ਹੈਗਾ 148 ਇਹ ਐਕਸਟ੍ਰੀਮਲੀ ਬਿਜ਼ੀ ਹੋ ਜਾਂਦਾ ਇਵਨ ਆਲਸੋ ਇੱਕ ਟਾਈਮ ਅਬਾਊਟ ਮਲਟੀਪਲ ਐਗਜ਼ਾਮਪਲ ਹੋਰ ਵੀ ਬਹੁਤ ਟੈਕਨੀਕਸ ਤੇ ਕੰਮ ਕਰ ਰਿਹਾ ਸੀ। ਉਹ ਸੋਚਦਾ ਸੀ ਕਿ ਮੇਬੀ ਵਾਈ ਨਾਟ 120 ਜਿਹੜੀ ਆ ਉਹ ਜਸਟ ਵਨ ਵੇ ਟੁਵਰਡਸ ਐਂਡ 132 ਜਸਟ ਵਨ ਵੇ ਸਾਊਥ। ਇਦਾਂ ਦੀ ਡਿਫਰੈਂਟ ਟੈਕਨੀਕਸ ਤੇ ਕੰਮ ਹੋ ਰਿਹਾ ਹੈ। ਸੋ ਮੈਨੂੰ ਲੱਗਦਾ ਕਿ ਸੋਲੂਸ਼ਨ ਸਾਡੇ ਕੋਲ ਲੈ ਕੇ ਜ਼ਰੂਰ ਸੋਲਵ ਹੋਗੀ। 84 ਨੂੰ ਵੀ ਇਹਦੇ ਤੇ ਗੱਲ ਚੱਲੀ ਸੀ ਬਈ ਐਲੀਵੇਟਰ ਰੋਡ ਇੱਕ ਬੇਅਰ ਕ੍ਰੀਕ ਦੇ ਉੱਪਰ ਦੀ ਬਣ ਜਾਵੇ ਤੇ 84 ਤੱਕ ਆ ਜਾਵੇ। ਜੇ 128 ਤੋਂ ਤੁਸੀਂ ਉਹਨੂੰ ਸਕਾਟ ਵਾਲਾ ਸੰਨ ਦੇਖਦੇ ਹੋ BC ਹਾਈਡਰੋ ਦੇ ਥੱਲੇ ਦੀ, ਕਿਉਂਕਿ ਸਿਟੀ ਕੋਲ ਅਬਿਲਿਟੀ ਹੈ, ਸਿਟੀ ਕੋਲ ਪਾਵਰ ਹੈ, ਸਿਟੀ ਇਟਸੈਲਫ ਗਵਰਨਮੈਂਟ। ਉਹ ਵੀ ਇੱਕ ਬਹੁਤ ਲੋਕ ਹੁਣ ਕਹਿ ਰਹੇ ਨੇ ਵੀ 84 ਨੂੰ ਥਰੂ ਜੇ ਕੀਤਾ ਜਾਵੇ 88 ਤੇ 72 ਦਾ ਰਸ਼ ਘੱਟ ਸਕਦਾ। ਜੀ ਹਾਂਜੀ ਬਿਲਕੁਲ 84 ਇੱਕ ਜਿਹੜਾ ਰੋਡ ਹੈ ਜਿਹਦੇ ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਬਟ ਆਲ ਬੀ ਵੈਰੀ ਔਨੈਸਟ ਅਸੀਂ ਕੋਈ ਵੀ ਸਟੇਜ ਸਾਲ ਵਿੱਚ ਠੀਕ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਬਹੁਤ ਟਾਈਮ ਸੈਂਸਿਟਿਵ ਹੈ ਕਿਉਂਕਿ ਸਾਡੇ ਵਾਇਲੈਂਸ ਬਿਲਕੁਲ तो ਉਹਨੂੰ ਟਾਈਮ ਦੇ ਨਾਲ ਰੋਕਣ ਲਈ ਸਾਨੂੰ ਜ਼ਿਆਦਾ ਟ੍ਰਾਂਜੈਕਸ਼ਨ ਤੇ ਅਸੀਂ ਇਸ ਕਰਕੇ ਜਿਹੜੇ ਹੋਰ ਪ੍ਰੋਜੈਕਟ ਹੈ ਉਹ ਥੋੜੀ ਡਿਲੇ ਹੋ ਜਦੋਂ ਇਹ ਸਾਡੀ ਬੋਰਡ ਦੀ ਅਪਰੂਵਲ ਆ ਗਈ ਅਸੀਂ ਬਿਲਕੁਲ ਉਹ ਸਾਰੇ ਕਿਉਂਕਿ 2.5 ਸਾਲ ਹਲੇ ਤੁਹਾਡੇ ਰਹਿੰਦੇ ਆ 22 ਚ ਇਲੈਕਸ਼ਨ ਆਉਂਦੇ। ਅੱਛਾ, ਇੱਕ ਹੋਰ ਜਿਹੜਾ ਇਹ ਜਿਹੜੀ ਤੁਸੀਂ ਹੁਣ ਗੱਲ ਕੀਤੀ ਕਿ ਕਮਿਊਨਿਟੀ ਦੀ ਸੇਫਟੀ ਸਿਕਿਉਰਿਟੀ ਦੀ ਗੱਲ ਇੱਕ ਬੜਾ ਮਨ ਦੇ ਵਿੱਚ ਵੀ ਹੈ ਤੇ ਲੋਕ ਬਾਹਰ ਕਹਿ ਵੀ ਰਹੇ। ਉਹ ਦੇਖੋ ਜੀ ਫਿਰ ਜਦ ਇਹਨਾਂ ਨੇ ਪੁਲਿਸ ਡਿਪਾਰਟਮੈਂਟ ਬਣਾ ਲਈ, ਆਪਣਾ ਇਹਨਾਂ ਦਾ ਚੀਫ ਹੋਣਾ, ਫਿਰ ਇਹ ਫਿਰ ਮਨ ਮਰਜ਼ੀਆਂ ਹੋਊਗੀ, ਮੇਅਰ ਤੇ ਕੌਂਸਲ ਦੇ ਥੱਲੇ ਉਹ ਚੀਫ ਹੋਣਾ। ਹਾਲਾਂਕਿ ਸੇਮ ਮਾਡਲ ਕੰਮ ਕਰ ਰਿਹਾ, ਵੈਨਕੂਵਰ 'ਚ ਕਰ ਰਿਹਾ, ਡੈਲਟਾ 'ਚ ਕਰ ਰਿਹਾ, ਸਾਰਿਆਂ 'ਚ ਕਰ ਰਿਹਾ। ਸੋ ਜਿਹੜਾ ਪੁਲਿਸ ਡਿਪਾਰਟਮੈਂਟ ਰਨ ਹੋਣਾ ਉਹ ਬੋਰਡ ਥੱਲੇ ਰਨ ਹੋਣਾ ਤੇ ਮੇਅਰ ਕਿੱਥੇ ਬੈਠਦਾ ਉੱਥੇ? ਦੇਖੋ ਪੁਲਿਸ ਬੋਰਡ ਨੂੰ ਮੇਅਰ ਚੇਅਰ ਕਰਦਾ। ਠੀਕ। ਜਿਹੜੇ ਪੁਲਿਸ ਇੱਕ ਕਾਉਂਸਲ ਇੱਕ ਬੋਰਡ ਮੈਂਬਰ ਅਪਾਇੰਟ ਕਰਦਾ, 5 ਬੋਰਡ ਮੈਂਬਰ ਪ੍ਰੋਵਿੰਸ ਅਪਾਇੰਟ ਕਰਦਾ। ਠੀਕ। ਉਹ ਜਿਹੜਾ ਫਿਰ ਬੋਰਡ ਬਣਦਾ ਆ ਮੇਅਰ ਜਿਹਨੂੰ ਚੇਅਰ ਕਰਦਾ, ਉਸ ਬੋਰਡ ਦੇ ਕੋਲ ਇੰਨੀ ਪਾਵਰ ਹੁੰਦੀ ਕਿ ਉਹ ਚੀਫ ਹਾਇਰ ਐਨੀ ਟਾਈਮ ਕਰ ਸਕਦੇ ਡਿਪੈਂਡਿੰਗ ਔਨ ਉਹਨਾਂ ਦੀ ਜਿਹੜੀ ਸਰਵਿਸ। ਠੀਕ ਹੈ। ਤੇ ਉਹ ਇੱਕ ਬੋਰਡ ਮੇਅਰ ਜਾਂ ਕਾਉਂਸਲ ਨੇ ਅਪਾਇੰਟ ਠੀਕ। ਉਹਨਾਂ ਦਾ ਵੋਟ ਪ੍ਰੋਬਲਮ ਆ ਕੇ ਦੱਸ ਵੋਟ ਮੀਟਿੰਗ ਐਂਡ ਵੋਟ ਤਾਂ ਕਿ ਚੀਜ਼ ਪੂਰੀ ਅੰਡਰਸਟੈਂਡ ਕਰ ਸਕੇ ਉਹਨਾਂ ਦੀਆਂ ਪ੍ਰੋਬਲਮ ਕੀ ਹੈ, ਕਮਿਊਨਿਟੀ ਦੇ ਵਿੱਚ ਕਿਹੜੀ ਕੀ ਪ੍ਰੋਬਲਮ ਤੇ ਉਹਨਾਂ ਦੇ ਯੂਥ ਦੇ ਵਿੱਚ ਕੀ ਪ੍ਰੋਬਲਮ ਹੈ ਕਿ ਉਹਨਾਂ ਦੇ ਕਲਚਰ ਨੂੰ ਅੰਡਰਸਟੈਂਡ ਕਰ ਸਕੇ। ਕਿਉਂਕਿ ਸਾਊਥ ਏਸ਼ੀਅਨ ਸਾਊਥ ਏਸ਼ੀਅਨ ਕਲਚਰ ਨੂੰ ਬਟ ਚਾਈਨੀਜ਼ ਕਲਚਰ ਜਿਹੜਾ ਪੜ੍ਹਾਇਆ ਨਹੀਂ ਜਾਂਦਾ ਉਹ ਉਦੋਂ ਹੀ ਕਰਾਂਗੇ ਜਦੋਂ ਆਪਾਂ ਉਹਨਾਂ ਦੇ ਨਾਲ ਬੈਠ ਕੇ ਗੱਲ। ਉਹ ਡਿਫਰੈਂਟ ਬੋਰਡ ਮੈਂਬਰਸ ਜਿਹੜੇ ਆ ਉਹ ਆਉਣਗੇ ਤੇ ਬਿਲਕੁਲ ਕਿਸੇ ਵੀ ਕਾਉਂਸਲ ਦਾ ਉਹਦੇ ਵਿੱਚ ਕੋਈ ਵੀ ਰੋਲ ਨਹੀਂ ਹੁੰਦਾ। ਉਹਨੂੰ ਜਸਟ ਮੇਅਰ
ਵਿੱਚ ਇਸ ਸਾਲ ਦੇ ਮੇਲੇ ਜਿਹੜੇ ਨੇ ਟੂਰਨਾਮੈਂਟ ਨੇ ਤੇ ਜੁਲਾਈ 1 ਦੀ ਜਿਹੜੀ ਫਸਟ ਵੀਕ ਦੀ ਸੈਲੀਬ੍ਰੇਸ਼ਨ ਆਪਣੀ ਹੁੰਦੀ ਆ, ਉਹਦੇ ਬਾਰੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਇਸ ਵਾਰ ਮੈਂ ਆਪਣੇ ਟੂਰਨਾਮੈਂਟ ਵਗੈਰਾ ਸ਼ਾਇਦ ਨਾ ਹੋਣ ਕਿ ਹੋਣ? ਨਹੀਂ, ਮੈਂ ਸੁਜੈਸਟ ਕਰੂੰਗਾ ਕਿ ਇਸ ਵਾਰ ਅਥਾਰਟੀਜ਼ ਵੀ ਵਾਰ-ਵਾਰ ਕਹਿ ਰਹੀ ਹੈ ਕਿ ਸੈਕੰਡ ਵੇਵ ਆ ਗਈ ਤੇ ਫਿਰ ਬਹੁਤ ਵੱਡੀ ਪ੍ਰੋਬਲਮ ਪੈ ਜੂਗੀ, ਫਾਈਨੈਂਸ਼ੀਅਲੀ ਵੀ ਬਹੁਤ ਵੱਡੀ। ਸਾਰੀਆਂ ਸਿਟੀਜ਼ ਆਲਰੇਡੀ ਬਹੁਤ ਮੂਵ ਕਰ ਰਹੀਆਂ, ਪਰ ਸਿਟੀ ਔਰ ਸਟੱਡੀ ਦੇ ਵਿੱਚ ਆਪਾਂ ਫੋਰਚੂਨੇਟਲੀ ਟੂਰਿਜ਼ਮ ਇੰਡਸਟਰੀ ਦੀ ਜਾਂ ਹੋਰ ਜ਼ਿਆਦਾ ਡਿਪੈਂਡ ਨਹੀਂ ਕਰਦੇ, ਇਸ ਕਰਕੇ ਸਾਨੂੰ ਕੋਈ ਫਾਈਨੈਂਸ਼ੀਅਲੀ ਇੰਨੀ ਜ਼ਿਆਦਾ ਵੱਡੀ ਪ੍ਰੋਬਲਮ ਨਹੀਂ ਹੋਈ। ਬਹੁਤ ਸਿਟੀ ਉਹਨਾਂ ਦੇ ਆਰਟ ਗਿਆ ਬਾਕੀ ਲੋਟ ਹੋ ਗਈਆਂ ਜਾਂ ਉਹਨਾਂ ਦੀ ਟੂਰਿਜ਼ਮ ਇੰਡਸਟਰੀ ਤੇ ਬਹੁਤ ਜ਼ਿਆਦਾ ਡੀਪ ਸੈਕੰਡ ਡੇ ਆਪਾਂ ਅਫੋਰਡ ਨਹੀਂ ਕਰ ਸਕਦੇ। ਇਸ ਕਰਕੇ ਐਸ ਅਥਾਰਟੀਜ਼ ਬਾਰ-ਬਾਰ ਕਹਿ ਰਹੇ ਕਿ ਆਪਾਂ ਸੀਨੀਅਰ ਦੀ ਗੈਦਰਿੰਗ ਅਵੋਇਡ ਕਰ ਸਕਦੇ ਇਸ ਵਾਰ ਤੇ ਆਪਾਂ ਨੈਕਸਟ ਈਅਰ ਇਸ ਕਰਕੇ ਇਸ ਵਾਰ ਕਰਾਂਗੇ ਤੇ ਆਪਾਂ ਨੈਕਸਟ ਈਅਰ ਉਹਨਾਂ ਨੂੰ ਈਵਨ ਬੈਟਰ ਜ਼ਿਆਦਾ ਇੰਜੋਏ ਕਰਾਂਗੇ। ਇਸ ਵਾਰ ਟਰਾਈ ਕਰੋ ਕਿ ਸੀਨੀਅਰ ਦੀ ਗੈਦਰਿੰਗ। ਧੰਨਵਾਦ ਤੁਹਾਡੇ ਸਮੇਂ ਦਾ। ਤੁਸੀਂ ਤੇ ਮੇਅਰ ਸਾਹਿਬ ਦੋਨੇ ਆਏ ਨੇ, ਅਖੀਰ 'ਚ ਕੁਝ ਹੋਰ ਸੁਨੇਹਾ ਦੇਣਾ? ਵੈਲ, ਅਸੀਂ ਕਮਿਊਨਿਟੀ ਨੂੰ ਇਹ ਕਹਿਣਾ ਚਾਹ ਰਹੇ ਹਾਂ ਕਿ ਇੱਕ ਜਿਹੜੀ ਇਨਫੋਰਮੇਸ਼ਨ ਜਿਹੜੀ ਇੱਕ ਟੈਕਸ ਨੂੰ ਲੈ ਕੇ ਪੁਲਿਸ ਟ੍ਰਾਂਜੈਕਸ਼ਨ ਨੂੰ ਲੈ ਕੇ ਜਿਹੜੀ ਇੱਕ ਗਲਤ ਇਨਫੋਰਮੇਸ਼ਨ ਹੈ ਉਹਦੇ ਤੇ ਬਿਲਕੁਲ ਵੀ ਯਕੀਨ ਨਾ ਕਰੋ। ਬਹੁਤ ਮਿਸਲੀਡਿੰਗ ਇਨਫੋਰਮੇਸ਼ਨ ਹੈਗੀ ਆ ਉਹਦੇ ਵਿੱਚ। ਜਦੋਂ ਸਾਡੀ ਆਪਣੀ ਪੁਲਿਸ ਹੁੰਦੀ ਹੈ ਉਹਦੇ ਤੇ ਪੂਰੀ $45 ਮਿਲੀਅਨ ਵਨ ਟਾਈਮ ਕਾਸਟ ਹੈਗੀ ਆ, ਬਾਕੀ ਜਿਹੜੇ ਆਪਰੇਸ਼ਨਲ ਕਾਸਟ ਹੈ ਉਹ ਨਹੀਂ ਮਿਲ ਸਕਦੀ। ਉਹਦਾ ਮਾਡਲ ਬੈਠ ਰਿਹਾ ਧੰਨਵਾਦ ਬਹੁਤ ਬਹੁਤ ਤੇ ਸ਼ੁਭ ਸ਼ਾਮ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਮਾਫੀ ਚਾਹੁੰਦਾ ਹੈ ਕੋਈ ਆਵਾਜ਼ ਜਿਹੜੀ ਹੈ ਮਹਿਮਾਨ ਦੀ ਕਲੀਅਰ ਨਹੀਂ ਸੀ ਆ ਰਹੀ। ਬਸ ਇਹੀ ਕਹਿ ਸਕਦਾ, ਪਰ ਕੁਝ ਗੱਲਾਂ ਜੇ ਨਹੀਂ ਤੁਸੀਂ ਸੁਣੀਆਂ ਦੱਸ ਸਕਦਾ ਮੈਂ। ਦੋਨਾਂ ਨੂੰ ਜਿਹੜੀਆਂ ਸੇਮ ਸਵਾਲ ਇਹ ਸੀ, ਕੌਂਸਲ ਨਾਗਰਾ ਨੇ ਜਿਹੜੀ ਗੱਲ ਕੀਤੀ ਉਹ ਕਹਿੰਦਾ ਸਰੀ RCMP ਤੇ ਸਰੀ ਪੁਲਿਸ ਡਿਪਾਰਟਮੈਂਟ ਦਾ ਜਿਹੜਾ 40-45 ਮਿਲੀਅਨ ਦਾ ਸਾਲ ਦੇ ਵੱਧ ਖਰਚੇ ਦਾ ਰੌਲਾ ਪਾਉਂਦੇ ਨੇ। ਸ਼ੁਰੂ ਦੇ ਬਜਟ 195 ਮਿਲੀਅਨ ਦਾ ਸਾਲ ਦਾ ਜਿਹੜਾ RCMP ਦਾ ਉੱਥੇ ਹੀ ਰਹਿਣਾ। ਉਹ ਕਹਿੰਦਾ ਵੀ 100 ਮਿਲੀਅਨ ਦਾ ਜਿਹੜਾ ਚਿੱਟਾ ਹਾਥੀ ਬੰਨਿਆ ਜਿਹੜਾ ਬਿਨਾਂ ਕਿਸੇ ਨੂੰ ਪੁੱਛੇ ਤੇ ਹੈੱਡ ਆਫਿਸ ਬਣਾਇਆ ਸੀ, ਜਿਹਦੀ ਜਗ੍ਹਾ ਘਟਦੀ ਜਾ ਰਹੀ ਹੈ, ਪ੍ਰੋਪਰ ਪਲੈਨਿੰਗ ਨਹੀਂ, ਲੋਕ ਤੰਗ ਨੇ, ਚੰਗੇ ਭਲੇ ਹਾਈਵੇ 10 ਤੇ ਬੈਠੇ ਉੱਧਰ ਨੂੰ ਲੈ ਗਏ। ਉਸ ਸਮੇਂ ਕਿਹਨੇ ਕੀਤਾ? ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਇਸ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਉਹ ਪੂਰੀ ਜਾਂਚ ਕਰਨਗੇ, ਕਿਉਂਕਿ ਮੈਨੂੰ ਜਿਹੜੀਆਂ ਮੇਰੀਆਂ ਕੁਛ ਮੇਰੇ ਸੋਰਸਿਸ ਤੋਂ ਇਹ ਪਤਾ ਲੱਗਿਆ ਕਿ 3-3.5 ਲੱਖ CEO ਦੀ ਤਨਖਾਹ ਸੀ। ਜਿਹੜਾ ਹੁਣ ਦਾ CEO ਹੈ ਮਿਸਟਰ ਹੈਨੀ ਸੀ ਸ਼ਾਇਦ, ਇੱਕੋ ਹੀ ਰੀਅਲਟਰ ਦੇ ਨਾਲ ਜ਼ਿਆਦਾਤਰ ਪ੍ਰਾਪਰਟੀਆਂ ਵੇਚੀਆਂ ਗਈਆਂ। 50-50 ਮਿਲੀਅਨ ਦਾ ਕਿੰਨਾ ਜਿਹੜਾ ਉਹ ਹੋ ਸਕਦਾ ਹੈ ਕਮਿਸ਼ਨ। ਤੇ ਇੱਕੋ ਕਹਿੰਦੇ ਵੀ ਕਨਫਲਿਕਟ ਆਫ ਇੰਟਰਸਟ ਹੀ ਕਿ ਇਹ ਰੀਅਲਟਰ ਕਿਸੇ ਸਿਟੀ ਦੇ ਵਿੱਚ ਕੌਂਸਲਰ ਦਾ ਰਿਸ਼ਤੇਦਾਰ ਵੀ ਸੀ ਪਹਿਲੇ ਉਸ ਸਮੇਂ ਦੇ। ਤੇ ਉਹ ਹੁਣ ਉਹ ਕਹਿੰਦੇ ਅਸੀਂ ਜਾਂਚ ਕਰਾਂਗੇ, ਸਾਰਾ ਕੁਝ ਕੱਢ ਕੇ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਇਹ ਤੇ ਖਰਚਾ ਹੋਇਆ, ਕਿਸ ਤਰ੍ਹਾਂ ਇਹ ਬਣੀ, ਕਿਉਂ ਇਹ ਬਣਾਈ। ਇਹ ਤਾਂ ਉਹਨੇ ਦੱਸਦਾ ਵੀ 2007 'ਚ ਬਣਾਈ ਵੀ ਇਹ ਡਿਵੈਲਪਮੈਂਟ ਕਾਰਪੋਰੇਸ਼ਨ ਬਣਾਤੀ ਜੀ, ਇਹ ਡਾਊਨਟਾਊਨ 'ਚ ਜਾ ਕੇ ਕੰਮ ਕਰੂ, ਇਹਨੂੰ ਦੇਖ ਕੇ ਲੋਕ ਹੋਰ ਆਉਣਗੇ। ਉਹਨਾਂ ਨੇ ਬਾਕੀ ਜਿਹੜਾ ਦੱਸਿਆ ਵੀ 25 ਦੇ ਕਰੀਬ ਹਾਈ ਰਾਈਜ਼ਸ ਆ ਰਹੀਆਂ ਨੇ, ਪ੍ਰੀ ਸੈੱਲ ਹੋ ਰਹੀਆਂ ਨੇ, ਸਰੀ ਬਹੁਤ ਤਰੱਕੀ ਵੱਲ ਵੱਧ ਰਹੀ ਹੈ। ਇਨਫਰਾਸਟਰਕਚਰ ਦੀ ਗੱਲ ਜਿਹੜੀ ਉਹਨਾਂ ਨਾਲ ਕੀਤੀ ਕਿ ਉਹ ਕਹਿੰਦੇ ਅਸੀਂ ਬਹੁਤ ਕੰਮ ਕਰ ਰਹੇ ਹਾਂ ਵੀ ਜਿਹੜੀਆਂ ਇੱਕ ਪਾਸੇ ਨੂੰ ਚੱਲਦੀਆਂ ਸਟਰੀਟਸ ਤੇ ਐਵਨਿਊਜ਼ ਨੇ ਨਾਰਥ ਸਾਊਥ ਵਾਲੀਆਂ ਨੂੰ 1 ਵੇ ਕਰ ਦਿੱਤਾ ਜਾਵੇ, ਫਿਰ 100 ਹੋ ਜਾਵੇ। ਇਹਦੇ ਤੇ ਉਹ ਕਹਿੰਦੇ ਸਾਡੀ ਪਲੈਨਿੰਗ ਚੱਲ ਰਹੀ ਹੈ। ਈਸਟ ਵੈਸਟ ਐਵਨਿਊ ਚੱਲਦੇ ਨੇ ਉਹਨਾਂ ਨੂੰ ਵੀ 1 ਵੇ ਕੀਤਾ ਜਾਵੇ। 84 ਐਵਨਿਊ ਨੂੰ ਖੁੱਲ੍ਹਾ ਕਰਨ ਦੀ ਗੱਲ ਮੈਂ ਕਹੀ ਕਿ ਹੁਣ ਐਲੀਵੇਟਰ ਰੋਡ ਅਸੀਂ ਟਪਾ ਕੇ 84 ਨੂੰ ਥਰੂ ਕਰ ਦਿਓ ਤੇ ਗਾਂ 128 ਤੋਂ 100 ਜਿਹੜਾ 24 ਦੇ ਨੇੜੇ ਜਾਂ 22 ਦੇ ਨੇੜੇ ਜਿੱਥੋਂ ਵੀ ਥਰੂ ਹੋ ਜਾਵੇ ਸਕਾਟ ਤੱਕ ਤਾਂ 100 ਹੋ ਜਾਵੇ, ਨਹੀਂ ਤਾਂ ਕਿੰਗ ਜਾਰਜ ਤੱਕ ਵੀ ਜੇ ਉਹ ਆ ਜਾਂਦਾ ਜਾਂ 128 ਤੱਕ ਚਲੇ ਜਾਂਦਾ ਉਹ ਫਰਕ ਪਏਗਾ। ਤੇ ਉਹ ਕਹਿੰਦਾ ਮਾੜਾ ਜਿਹਾ ਸਰੀ ਪੁਲਿਸ ਡਿਪਾਰਟਮੈਂਟ ਵਾਲੀ ਫਾਈਲ ਤੋਂ ਵਿਹਲੇ ਹੋ ਜਾਈਏ, ਫਿਰ 2 ਸਾਲ ਸਾਡੇ ਕੋਲ ਨੇ, ਅਕਤੂਬਰ 22 ਤੱਕ ਇਹੀ ਕੰਮ ਕਰਨਾ। ਮੇਅਰ ਗੁੱਡ ਸਪਿਰਿਟ ਦੇ ਵਿੱਚ ਸੀ। ਇਹ ਗੱਲਾਂ ਚੱਲੀਆਂ ਪਿੱਛੇ ਜੇ ਮੇਅਰ ਦੇ ਬਾਰੇ ਤੇ ਉਹਨਾਂ ਦੀ ਜ਼ਿੰਦਗੀ ਪਰਸਨਲ ਜਿਹੜੀ ਹੈ ਬਈ ਉਹਨਾਂ ਨੇ ਕੌਂਸਲ ਦੇ ਨਾਲ ਹੁਣ ਉਹ ਰਹਿੰਦੇ ਨੇ, ਉਹ ਹੁਣ ਉਹਨਾਂ ਦੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਨੇ, ਉਹਦੇ ਲਈ ਇਹ ਬੇਲੋੜੀ ਗੱਲ ਹੈ। ਹੁਣ ਕਿਸੇ ਨੇ ਪਰਸਨਲ ਜ਼ਿੰਦਗੀ 'ਚੋਂ ਕਿਹਦੇ ਨਾਲ ਬਹਿੰਦਾ, ਕਿਹਦੇ ਨਾਲ ਸੌਂਦਾ, ਕਿਹਦੇ ਨਾਲ ਖਾਂਦਾ,
ਜਦ ਤੱਕ ਉਹ ਕਮਿਊਨਿਟੀ ਨੂੰ ਜਾਂ ਜਿਹੜੀ ਉਹਦੀ ਜੌਬ ਉੱਥੇ ਸਰਵ ਕਰ ਰਿਹਾ ਤਾਂ ਉਸ ਨੂੰ ਕੋਈ ਮੁਸ਼ਕਲ ਨਹੀਂ ਹੋਣਾ ਚਾਹੀਦੀ। ਪ੍ਰਿਤਪਾਲ ਸਿੰਘ ਜੀ, ਤੁਸੀਂ ਹਲੇ ਹੋਲਡ ਕਰ ਰਹੇ ਹੋ? ਹਾਂਜੀ, ਹੋਲਡ ਕਰ ਰਹੇ ਜੀ। ਸਤਿ ਸ਼੍ਰੀ ਅਕਾਲ ਹਰਜੀਤ ਜੀ। ਉਹ ਭਾਈ ਸਾਹਿਬ ਸੇਖੋਂ ਸਾਹਿਬ, ਤੁਹਾਨੂੰ ਮੈਂ ਬੇਨਤੀ ਕੀਤੀ ਸੀ ਮੈਨੂੰ ਸੁਨੇਹਾ ਭੇਜ ਦਿੰਦੇ, ਮੈਂ ਤੁਹਾਡਾ ਸਵਾਲ ਪੁੱਛ ਲੈਣਾ ਸੀ, ਕਿਉਂਕਿ ਉਹ ਮੇਰੇ ਕੋਲ ਪ੍ਰੋਪਰ ਉਹਨਾਂ ਨੂੰ ਸੁਣਨ ਦੇ ਲਈ ਸਿਸਟਮ ਨਹੀਂ ਸੀ। ਤੁਹਾਨੂੰ ਮੈਂ ਤਾਂ ਬੇਨਤੀ ਕੀਤੀ ਸੀ। ਹੁਣ ਚਲੋ ਤੁਸੀਂ ਲੋਕਾਂ ਨੂੰ ਦੱਸ ਦਿਓ ਤੁਹਾਡੇ ਮਨ 'ਚ ਕੀ ਹੈ ਜੀ। ਸੌਰੀ, ਮੈਂ ਤੁਸੀਂ 25 ਮਿੰਟ ਦੇ ਵੇਟ 30 ਦੇ ਕਰ ਰਹੇ ਹੋ, ਮੈਂ ਮਾਫੀ ਚਾਹੁੰਦਾ। ਨਹੀਂ, ਕੋਈ ਗੱਲ ਨਹੀਂ ਹਰਜੀਤ ਜੀ। ਦੇਖੋ, ਆਪਣਾ ਮਕਸਦ ਹੈਗਾ ਕਿ ਲੋਕਾਂ ਤੱਕ ਆਪਣੀ ਗੱਲ ਪਹੁੰਚਣੀ ਚਾਹੀਦੀ ਹੈ, ਤੇ ਇਹਦੇ ਵਿੱਚ ਮੈਂ ਦੋ ਚੀਜ਼ਾਂ ਕਲੀਅਰ ਕਰਨਾ ਚਾਹੁੰਦਾ। ਪਹਿਲਾਂ ਤਾਂ ਮੈਂ ਮੇਅਰ ਕੌਂਸਲ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ SCDC ਨੂੰ ਡਿਸੋਲਵ ਕਰਤਾ ਹੈਗਾ, ਜਿਹੜੀ ਮੈਂ ਮੰਗ ਕਰ ਰਿਹਾ ਸੀਗਾ, ਕਿਉਂਕਿ SCDC ਦੇ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਹੈ ਕੀ ਹੈ ਇਹ। ਔਰ ਹੁਣ ਇੱਥੇ ਇੱਕ ਮੈਂ ਸਵਾਲ ਕਰਨਾ ਚਾਹਾਂਗਾ, ਕਿਉਂਕਿ SCDC ਜਿਹੜੀ ਹੈਗੀ 2007 ਦੇ ਵਿੱਚ 24 ਅਪ੍ਰੈਲ ਨੂੰ ਐਸਟੈਬਲਿਸ਼ ਕੀਤੀ ਗਈ ਸੀਗੀ, ਔਰ ਇਹਦੇ ਵਿੱਚ ਜਿਹੜੀ ਇਹਨੂੰ ਕਾਰਪੋਰੇਟ ਇਨਕਮ ਟੈਕਸ ਐਗਜ਼ੈਂਪਸ਼ਨ ਵੀ ਮਿਲੀ ਹੋਈ ਸੀ, ਜਿਹਦੇ ਵਿੱਚ ਵੱਡੇ ਡਿਵੈਲਪਰਾਂ ਨੇ ਬੈਨੀਫਿਟ ਲਿੱਤਾ ਹੈਗਾ SCDC ਦੇ ਨਾਲ ਟਾਈ ਅਪ ਕਰਕੇ। ਔਰ ਸਿਟੀ ਦੀ ਜਿਹੜੀ ਲੈਂਡ ਸੀਗੀ ਉਹ ਕੌਡੀਆਂ ਦੇ ਭਾਅ ਟ੍ਰਾਂਸਫਰ ਹੋਈ ਹੈ। ਇਹ ਇਨਵੈਸਟੀਗੇਟ ਹੋਣਾ ਚਾਹੀਦਾ ਹੈ। ਔਰ ਦੂਜਾ ਜਿਹੜਾ ਉਹ ਐਸਿਡ ਦੱਸ ਕੇ ਗਏ ਨੇ, ਮੈਂ ਉਹਨਾਂ ਨਾਲ ਸਹਿਮਤ ਨਹੀਂ ਗਾ, ਕਿਉਂਕਿ ਐਸਿਡ ਬਹੁਤ ਜ਼ਿਆਦਾ ਨੇ ਔਰ ਉਹਦੀ ਇੱਕ ਇੰਡੀਪੈਂਡੈਂਟ ਬਾਡੀ ਤੋਂ ਪੂਰੀ ਤਰ੍ਹਾਂ ਅਸੈਸਮੈਂਟ ਕਰਵਾਉਣੀ ਚਾਹੀਦੀ ਹੈ। ਉਸ ਤੋਂ ਬਾਅਦ ਉਹਦੀ ਵੈਲੂਏਸ਼ਨ ਘੱਟੋ ਘੱਟ 3 ਏਜੰਸੀ ਜਿਹੜੀਆਂ ਮੇਅਰ ਸਾਹਿਬ ਸਵੇਰੇ ਇੱਕ ਰੇਡੀਓ ਸਟੇਸ਼ਨ ਤੇ ਆ ਕੇ ਦੱਸ ਕੇ ਗਏ ਨੇ ਵੀ ਅਸੀਂ ਕਰਾਵਾਂਗੇ, ਵੀ ਉਹਦੀ ਮਾਰਕੀਟ ਵੈਲਿਊ ਕੀ ਹੈ। ਜਦੋਂ ਤੱਕ ਮਾਰਕੀਟ ਵੈਲਿਊ ਨਹੀਂ ਆਉਂਦੀ ਉਦੋਂ ਤੱਕ ਉਸ ਐਸਟ ਦੀ ਵੈਲਿਊ ਨਹੀਂ ਪਤਾ ਲੱਗ ਸਕਦੀ। ਹੁਣ ਇੱਥੇ ਮੈਂ ਇੱਕ ਚੀਜ਼ ਮੇਅਰ ਸਾਹਿਬ ਔਰ ਕੌਂਸਲ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਸਰੀ ਸਿਟੀ ਇਨਵੈਸਟਮੈਂਟ ਕਾਰਪੋਰੇਸ਼ਨ ਸੀ SCIC, ਉਹ ਕਿਉਂ ਨਹੀਂ ਡਿਸੋਲਵ ਕੀਤੀ? ਸਰੀ ਸੈਂਟਰਲ ਲਿਮਟਿਡ ਪਾਰਟਨਰਸ਼ਿਪ ਸੀ, ਉਹ ਕਿਉਂ ਨਹੀਂ ਡਿਸੋਲਵ ਕੀਤੀ? ਉਸ ਤੋਂ ਬਾਅਦ ਸਰੀ ਸੈਂਟਰਲ ਟਾਵਰ ਹੋਲਡਿੰਗ ਦੀਆਂ 9 ਕੰਪਨੀਆਂ ਨੇ, ਉਹ ਕਿਉਂ ਨਹੀਂ ਡਿਸੋਲਵ ਕੀਤੀਆਂ? ਜਿਹੜੀ ਸਿਵਿਕ ਪਲਾਜ਼ਾ ਤੇ ਜਿਹੜੀ ਇਹ ਚਿੱਟੇ ਹਾਥੀ ਦੀ ਗੱਲ ਕਰਦੇ ਆ ਉਹਨੂੰ ਹੋਲਡ ਕਰਦੀ ਹੈ। ਫਿਰ ਉਸ ਤੋਂ ਬਾਅਦ ਗਰੂਵ ਲਿਮਟਿਡ ਪਾਰਟਨਰਸ਼ਿਪ ਹੈ, ਉਹ ਕਿਉਂ ਨਹੀਂ ਡਿਸੋਲਵ ਕੀਤੀ? ਗਰੂਵ GP ਇਨਕੈਨ ਹੈ। ਫਿਰ ਉਸ ਤੋਂ ਬਾਅਦ ਕੁਆਂਟਲਮ ਪਾਰਕ ਡਿਵੈਲਪਮੈਂਟ ਕਾਰਪੋਰੇਸ਼ਨ ਹੈ। ਫਿਰ ਇੱਕ ਜਿਹੜੀ ਇਹਨਾਂ ਦੀ ਜੁਆਇੰਟ ਵੈਂਚਰ ਦੇ ਵਿੱਚ ਰੈਨ BD ਦੇ ਨਾਲ ਬਣੀ ਹੋਈ LP ਹੈਗੀ, BD LP ਹੈਗੀ ਆ, ਉਹਦੇ ਬਾਰੇ ਵੀ ਇਹਨਾਂ ਨੇ ਅਜੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤੇ ਹੈਗੇ। ਕਿਉਂਕਿ ਜਿਹੜੇ ਐਸਿਡ ਨੇ ਪਹਿਲਾਂ ਇੱਕ ਕੰਪਨੀ ਬਣਾ ਲਿੱਤੀ ਗਈ, ਉਸ ਤੋਂ ਬਾਅਦ ਉਹਦੀਆਂ ਸਿਸਟਰ ਕੰਪਨੀਆਂ ਬਣਾ ਲਿੱਤੀਆਂ ਗਈਆਂ 9-10, ਉਹਨਾਂ ਦੇ ਵਿੱਚ ਸਾਰੇ ਐਸਿਡ ਡਿਵਾਈਡ ਕਰ ਦਿੱਤੇ ਗਏ। ਉਹ ਅਲੱਗ-ਅਲੱਗ ਹੋਲਡਿੰਗਸ ਨੂੰ ਹੋਲਡ ਕਰਦੀਆਂ ਨੇ। ਕੋਈ ਇੰਡਸਟਰੀਅਲ ਪਾਰਕ ਹੋਲਡ ਕਰ ਰਿਹਾ, ਕੋਈ ਰੈਂਟਲ ਬਿਲਡਿੰਗ ਹੋਲਡ ਕਰ ਰਿਹਾ, ਜਿਹਦੇ ਵਿੱਚ ਤੁਹਾਡਾ ਕੈਂਬਲ ਹਾਈਟ ਦਾ ਨਾਰਥ ਐਂਡ ਈਸਟ ਇੰਡਸਟਰੀਅਲ ਪਾਰਕ ਹੈ। ਫਿਰ ਤੁਹਾਡਾ ਆਪਣਾ ਬਾਉਂਡਰੀ ਪਾਰਕ ਹੈ। ਫਿਰ ਉਸ ਤੋਂ ਬਾਅਦ ਕਲੋਵਰਡੇਲ ਵੈਸਟ ਵਿਲੇਜ ਵਿਕਿਆ ਹੈਗਾ। ਮਤਲਬ ਕਿ ਇਹ ਜਿਹੜੀਆਂ ਪ੍ਰਾਪਰਟੀਆਂ ਬਹੁਤ ਸਾਰੀਆਂ। ਹੁਣ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ, ਜਿਹੜੇ ਇਹ ਐਸਿਡ ਆਉਣਗੇ, ਜਿਹੜਾ ਕੈਸ਼ ਆਏਗਾ, ਕੀ ਇਹ ਸੈਂਟਰ ਬਲਾਕ ਦੇ ਵਿੱਚ ਟ੍ਰਾਂਸਫਰ ਕਰਨਗੇ? ਕਿਉਂਕਿ ਮੈਨੂੰ ਜਿਹੜੀ ਕੰਸੋਆਂ ਮਿਲ ਰਹੀਆਂ ਨੇ ਕਿ ਇਹ ਸਾਰੀ ਮਨੀ ਸੈਂਟਰ ਬਲਾਕ ਦੇ ਵਿੱਚ ਜਿਹੜੀਆਂ 25 ਟਾਵਰ ਆ ਰਹੀਆਂ ਨੇ ਉੱਥੇ ਇਨਵੈਸਟ ਕੀਤੀ ਜਾਣੀ ਹੈ। ਇਹ ਤਾਂ ਫਿਰ ਉਹੀ ਗੱਲ ਹੋਣੀ ਹੈ ਕਿ SCDC ਨੂੰ ਖਤਮ ਕਰਕੇ ਇੱਕ ਨਵੀਂ ਉਹੋ ਜਿਹੀ ਹੋਰ ਆਰਗੇਨਾਈਜੇਸ਼ਨ ਖੜੀ ਕਰ ਦੇ। ਤੋ ਇਹ ਚੀਜ਼ਾਂ ਮੈਂ ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਕਿ ਅੰਡਰਸਟੈਂਡ ਕਰੋ ਇਹ ਪੈਸਾ ਹੁਣ ਕਿੱਥੇ ਜਾਣਾ, ਕੀ ਸਾਡੀ ਡਿਵੈਲਪਮੈਂਟ ਤੇ ਲੱਗਣਾ, ਸਾਡੇ ਜਿਹੜੇ ਇਸ ਵੇਲੇ ਕਮਿਊਨਿਟੀ ਸੈਂਟਰ ਨਹੀਂ ਹੈਗੇ, ਸਾਡੇ ਕੋਲ ਸਵਿਮਿੰਗ ਪੂਲ ਨਹੀਂ ਹੈਗੇ, ਸਾਡੇ ਕੋਲ ਆਪਣੀਆਂ ਗਰਾਊਂਡ ਫੈਸਿਲਿਟੀਜ਼ ਨਹੀਂ ਹੈਗੀਆਂ, ਉੱਥੇ ਲੱਗਣਾ ਕਿ ਇਹ ਪੈਸਾ ਸੈਂਟਰ ਬਲਾਕ 'ਚ ਜਾਣਾ ਹੈ। ਇੱਕ ਚੀਜ਼ ਦੀ ਸਪਸ਼ਟੀਕਰਨ ਮੇਅਰ ਸਾਹਿਬ ਔਰ ਸਿਟੀ ਕੌਂਸਲ ਤੋਂ ਮੈਂ ਮੰਗਣਾ ਚਾਹੁੰਦਾ, ਔਰ ਮੈਂ ਮੰਗਣਾ ਚਾਹੁੰਦਾ ਕਿ SFU ਔਰ YMC ਦੇ ਸਾਂਝੇ ਉਪਰਾਲੇ ਨਾਲ ਇੱਕ ਕਮਿਊਨਿਟੀ ਸੈਂਟਰ ਬਣ ਰਿਹਾ ਸੀਗਾ ਜੀ, ਉਹ ਫੰਡਿੰਗ ਕਰਕੇ ਇਹਨਾਂ ਦਾ ਪ੍ਰੋਜੈਕਟ ਰਹਿ ਗਿਆ। ਕੀ ਉਹਨੂੰ ਫੰਡਿੰਗ ਕਰਨਗੇ ਕਿ ਨਹੀਂ ਕਰਨਗੇ? ਫਿਰ ਇੱਕ ਸਵਾਲ ਹੋਰ ਹੈ ਕਿ $8 ਮਿਲੀਅਨ ਸਰੀ ਹਾਊਸਿੰਗ ਹੋਮਲੈਸ ਸੁਸਾਇਟੀ ਬਣੀ ਹੋਈ ਹੈ ਜੀ, ਜਿਹਨੂੰ ਬਰਿੰਡਾ ਲੌਕ ਇਸ ਵੇਲੇ ਚੇਅਰ ਕਰ ਰਹੇ ਨੇ, ਔਰ $8 ਮਿਲੀਅਨ ਟੈਕਸ ਪੇਅਰ ਦਾ ਪੈਸਾ, ਜਿਹੜਾ ਮੇਅਰ ਸਾਹਿਬ ਨੂੰ ਸਵੇਰੇ ਸਵਾਲ ਵੀ ਕੀਤਾ ਗਿਆ ਸੀ, ਉਹ ਕਹਿੰਦੇ ਸੀਗੇ ਵੀ ਅਸੀਂ ਨੂੰ ਟੱਚ ਨਹੀਂ ਕਰ ਸਕਦੇ, ਬਟ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਕਿ ਉਹ ਪੈਸਾ ਟੈਕਸ ਪੇਅਰ ਦਾ, ਸਿਟੀ ਆਫ ਸਰੀ ਦੇ ਟੈਕਸ ਪੇਅਰ ਦਾ, ਔਰ ਹੋਮਲੈਸ ਸੜਕਾਂ ਦੇ ਵਿਚਾਰੇ ਤੁਰੇ ਫਿਰਦੇ, ਰੁਲਦੇ ਫਿਰਦੇ ਨੇ, ਔਰ ਉਹਨਾਂ ਦੇ ਲਈ ਉਹ ਕਿਉਂ ਨਹੀਂ ਯੂਟੀਲਾਈਜ਼ ਕੀਤਾ ਗਿਆ, ਔਰ ਹੁਣ ਕਿਵੇਂ ਯੂਟੀਲਾਈਜ਼ ਕੀਤਾ ਜਾ ਸਕਦਾ ਹੈ, ਉਹ ਮੈਂ ਪੁੱਛਣਾ ਚਾਹਾਂਗਾ। ਕਿਉਂਕਿ ਉਹਦੇ ਚੇਅਰ ਇਸ ਵੇਲੇ ਬਰਿੰਡਾ ਲੌਕ ਨੇ, ਉਹ ਹੋਰ ਪਾਸੇ ਬਹੁਤ ਦਵਾਈਆਂ ਦੇ ਰਹੇ ਨੇ। $8 ਮਿਲੀਅਨ ਜਿਹਦੇ ਵਿੱਚ ਸਿਟੀ ਨੇ ਕੰਟਰੀਬਿਊਟ ਕੀਤਾ ਔਰ ਕੁਝ ਫੰਡ ਰੇਜ਼ ਹੋਏ ਨੇ, ਉਹ ਪੈਸਾ ਪਿਆ ਹੋਇਆ ਯੂਟੀਲਾਈਜ਼ ਕਿਉਂ ਨਹੀਂ ਹੋ ਰਿਹਾ ਹੈ? ਅੱਛਾ ਸੇਖੋਂ ਸਾਹਿਬ, ਹੁਣ ਮੈਨੂੰ ਕੋਈ ਸਵਾਲ ਕਰ ਲੈਣ ਦਿਓ ਤੁਹਾਨੂੰ। ਅੱਛਾ ਇਉਂ ਦੱਸੋ, ਜਿਹੜੀ ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਕੋਲ ਕਿੰਨੇ ਕੁ ਦੇ ਅਸਾਸੇ ਨੇ ਤੁਹਾਡੇ ਹਿਸਾਬ ਨਾਲ? ਕਿਉਂ ਤੁਹਾਡੀ ਖੋਜ ਬਹੁਤ ਹੁੰਦੀ ਹੈ,
ਤੇ ਜਿਹੜੀਆਂ ਤੁਸੀਂ ਅੱਗੇ ਆਹ ਕੰਪਨੀਆਂ ਰੱਖੀ ਦੱਸੀਆਂ ਨੇ ਇਹ ਵੀ ਸਿਟੀ ਓਨ ਕਰਦੀ ਹੈ, ਸਰੀ ਸੈਂਟਰ ਲਿਮਟਿਡ, ਸਰੀ ਸੈਂਟਰ ਟਾਵਰ ਹੋਲਡਿੰਗ, ਗਰੋਵ ਲਿਮਟਿਡ, ਸਰੀ ਸਿਟੀ ਇਨਵੈਸਟਮੈਂਟ ਕਾਰਪੋਰੇਸ਼ਨ। ਹਾਂਜੀ, ਇਹ ਸਿਟੀ ਆਫ ਸਰੀ ਓਨ ਕਰਦੀ ਹੈਗੀ ਹੈ, ਜਿਹੜਾ ਕਿ ਇਹ ਸਾਰੀ ਦੀ ਸਾਰੀਆਂ ਕਾਰਪੋਰੇਸ਼ਨ ਜਦੋਂ ਤੁਸੀਂ 2017 ਦੀ ਬੈਲੈਂਸ ਸ਼ੀਟ ਦੇਖਦੇ ਹੋ ਉੱਥੇ ਇਹਨਾਂ ਦਾ ਜ਼ਿਕਰ ਹੈਗਾ ਜੀ। ਤੁਸੀਂ ਦੇਖੋ ਕਿ ਸਰੀ ਸਿਟੀ ਇਨਵੈਸਟਮੈਂਟ ਕਾਰਪੋਰੇਸ਼ਨ 100% ਇਹ ਕਾਰਪੋਰੇਸ਼ਨ ਓਨ ਬਾਈ ਸਿਟੀ ਆਫ ਸਰੀ ਹੈ ਜੀ। ਫਿਰ ਉਸ ਤੋਂ ਬਾਅਦ ਸਰੀ ਸੈਂਟਰ ਲਿਮਟਿਡ ਪਾਰਟਨਰਸ਼ਿਪ ਬਣੀ, ਉਹਦੇ ਵਿੱਚ SCI ਦਾ 24.4% ਸ਼ੇਅਰ ਹੈ। 2016 ਚ 29.9% ਓਨਰਸ਼ਿਪ ਸੀਗੀ। ਉਸ ਤੋਂ ਬਾਅਦ ਫਿਰ ਸਰੀ ਸੈਂਟਰਲ ਆਫਿਸ ਲਿਮਟਿਡ ਪਾਰਟਨਰਸ਼ਿਪ ਬਣ ਗਈ, ਸਰੀ ਸੈਂਟਰਲ ਹੋਟਲ ਲਿਮਟਿਡ ਪਾਰਟਨਰਸ਼ਿਪ ਬਣ ਗਈ, ਸਰੀ ਸੈਂਟਰਲ ਰੈਜ਼ੀਡੈਂਸ਼ੀਅਲ ਲਿਮਟਿਡ ਪਾਰਟਨਰਸ਼ਿਪ ਬਣ ਗਈ। ਫਿਰ ਅੱਗੇ ਚੱਲ ਕੇ ਤੁਸੀਂ ਦੇਖੋ ਕਿ SCI 50% ਓਨਰਸ਼ਿਪ ਕਰ ਰਹੀ ਹੈ ਸਰੀ ਸੈਂਟਰਲ ਟਾਵਰ ਹੋਲਡਿੰਗ ਆਫਿਸ ਦੇ ਵਿੱਚ, ਆਫਿਸ ਲਿਮਟਿਡ 1। ਫਿਰ ਸਰੀ ਸੈਂਟਰਲ ਟਾਵਰ ਹੋਲਡਿੰਗ ਆਫਿਸ ਨੰਬਰ 2 ਲਿਮਟਿਡ, ਫਿਰ ਸਰੀ ਸੈਂਟਰ ਟਾਵਰ ਹੋਲਡਿੰਗ ਆਫਿਸ 3। ਇਦਾਂ ਕਰਕੇ 5 ਡਿਫਰੈਂਟ ਕੰਪਨੀਆਂ ਨੇ ਜਿਹੜੇ ਆਫਿਸਿਸ ਨੂੰ ਹੋਲਡ ਕਰਦੀ। ਫਿਰ ਹੋਟਲ 1 ਲਿਮਟਿਡ ਹੈਗੀ ਹੈ ਸੈਂਟਰ ਸਰੀ ਟਾਵਰ ਦੀ, ਫਿਰ ਪਾਰਕਿੰਗ 1 ਹੈਗੀ ਜੀ, ਫਿਰ ਰਿਟੇਲ ਹੈਗੀ ਰੈਜ਼ੀਡੈਂਸ਼ੀਅਲ 1। ਮਤਲਬ ਕਿ 9 ਕੰਪਨੀਆਂ ਤਾਂ ਤੁਹਾਡੀਆਂ ਸਰੀ ਸੈਂਟਰ ਟਾਵਰ ਹੋਲਡਿੰਗ 'ਚ ਬਣੀ ਪਈਆਂ, ਪਾਰਕਿੰਗ ਤੋਂ ਲੈ ਕੇ ਆਫਿਸ ਤੋਂ ਬਾਅਦ। ਇਹ ਸੇਖੋਂ ਸਾਹਿਬ ਜਿਹੜੀ ਇੱਕ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਜਿਹੜੀ ਇਹ ਫਿਰ ਜਿੰਨੀਆਂ ਕੰਪਨੀਆਂ ਨੇ ਇਹਨਾਂ ਦੇ ਬੋਰਡ ਆਫ ਡਾਇਰੈਕਟਰ ਉਹਨਾਂ ਦੀਆਂ ਤਨਖਾਹਾਂ ਇਹ ਵੀ ਫਿਰ ਚੱਲਦੀਆਂ ਹੋਣਗੀਆਂ ਇਸ ਤਰ੍ਹਾਂ ਹੀ? ਹਾਂਜੀ, ਇਹਦੇ 'ਚ ਹੋਏਗਾ ਜੀ, ਕਿਉਂਕਿ ਇਹਦੇ ਵਿੱਚ ਕੁਝ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਚੱਲਦੀਆਂ ਨੇ, ਕੁਝ ਇਹਨਾਂ ਦੀ 100% ਸ਼ੇਅਰ ਹੋਲਡਿੰਗ ਕੰਪਨੀਆਂ ਨੇ। ਉਸ ਤੋਂ ਬਾਅਦ ਕੁਆਂਟਮ ਪਾਰਕ ਡਿਵੈਲਪਮੈਂਟ ਕਾਰਪੋਰੇਸ਼ਨ ਜਿਹਨੂੰ KPDC ਕਹਿ ਦਿੰਦੇ ਹੈਗੇ ਆ, ਜਿਹੜੀ ਇਹਨਾਂ ਦੀ 100% ਓਨ ਹੈਗੀ ਆ। ਤਾਂ ਇਦਾਂ ਦੀ ਮਤਲਬ ਕਿ ਜਦੋਂ ਤੁਸੀਂ ਪੂਰੀ ਡਿਟੇਲਸ ਜਾਓਗੇ ਪੂਰੀਆਂ ਚੀਜ਼ਾਂ ਬਾਹਰ ਆਉਣਗੀਆਂ ਤੇ ਇਹਨਾਂ ਕੰਪਨੀਆਂ ਦਾ ਕੀ ਬਣੂਗਾ, ਇਹ ਕਿੱਥੇ ਮਰਜ ਹੋਣਗੀਆਂ, ਕਿਵੇਂ ਟ੍ਰਾਂਸਫਰ ਹੋਣਗੀਆਂ ਤੇ ਇਹਨਾਂ ਦੇ ਐਸੈਟ ਕਿਵੇਂ ਟ੍ਰਾਂਸਫਰ ਹੋਣਗੇ। ਇੱਕ ਬਹੁਤ ਵੱਡੀ ਐਕਸਰਸਾਈਜ਼ ਹੈ, ਅਜੇ ਇਹਨਾਂ ਨੂੰ ਕੋਈ ਕਲੈਰਿਟੀ ਨਹੀਂ। ਕੱਲ ਤੱਕ ਇਹਨਾਂ ਦੇ ਹੱਥ ਕੋਈ ਕਾਗਜ਼ ਨਹੀਂ ਸੀਗਾ। ਇਹਨਾਂ ਨੂੰ ਦੇ ਕੋਲ ਤਾਂ ਇਹ ਵੀ ਨਹੀਂ ਇਹਨੂੰ ਸਮਝ ਆ ਰਹੀ ਕਿ ਜਿਹੜਾ $8 ਮਿਲੀਅਨ ਹੋਮਲੈਸ ਸੁਸਾਇਟੀ ਦੇ ਵਿੱਚ ਪਿਆ, ਜਿਹੜਾ ਸਿਟੀ ਆਫ ਸਰੀ ਨੇ ਕੰਟਰੀਬਿਊਟ ਕੀਤਾ ਹੈ, ਉਹ ਕਿਵੇਂ ਯੂਜ਼ ਕਰਨਾ ਔਰ ਕਿਵੇਂ ਖਰਚ ਕਰਨਾ, ਉਹਨੂੰ ਕਿਵੇਂ ਅਸੈਸ ਕੀਤਾ ਜਾਵੇ। ਨਹੀਂ ਚਲੋ ਇਹ ਤਾਂ ਹੁਣ ਜਦ ਮਨੀ ਹੱਥ 'ਚ ਕੰਟਰੋਲ ਹੈ। ਪਹਿਲੀ ਤਾਂ ਗੱਲ ਉਹ ਇੱਕ ਕੰਪਨੀ ਦੇ ਤੌਰ ਤੇ ਆਪਰੇਟ ਕਰ ਰਹੀ ਸੀ। $5 ਮਿਲੀਅਨ ਦੇ ਪ੍ਰੋਜੈਕਟ ਦੀ ਪਰਮਿਸ਼ਨ 5 ਮਿਲੀਅਨ ਤੱਕ ਉਹਨੇ ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਕੋਈ ਪ੍ਰੋਜੈਕਟ ਕਰਨਾ ਹੈ, ਉਹਦੀ ਸਿਟੀ ਤੋਂ ਕੋਈ ਪਰਮਿਸ਼ਨ ਲੈਣ ਦੀ ਨਹੀਂ ਸੀ ਲੋੜ। ਉਦੋਂ ਵੱਧ ਜੇ ਆਉਣਾ ਸੀ ਤਾਂ ਬੋਰਡ ਕੋਲ ਆਉਣਾ ਸੀ। BT ਗਰੁੱਪ ਦੇ ਨਾਲ ਹੀ ਉਹਨਾਂ ਦੇ ਵੱਡੇ ਪ੍ਰੋਜੈਕਟ ਹੋਏ ਨੇ, ਜਿਹੜੇ ਸਾਰੇ ਨੇ ਇੱਕ ਹੀ ਰੀਅਲਟਰ ਨੇ ਉਹਨਾਂ ਦੇ ਜ਼ਿਆਦਾਤਰ ਪ੍ਰੋਜੈਕਟ ਵੇਚੇ ਨੇ। ਇਹ ਹੁਣ ਹੌਲੀ ਹੌਲੀ ਇਹ ਵੀ ਲੱਭਣਗੇ, ਤੁਸੀਂ ਵੀ ਲੱਭਿਓ ਜੀ, ਲੋਕਾਂ ਨੂੰ ਆਪਾਂ ਜਾਣਕਾਰੀ ਦੇਵਾਂਗੇ। ਦੇਖੋ ਜੀ, ਮੈਂ ਤਾਂ ਲੱਗਾ ਹੀ ਹੋਇਆ। ਮੈਂ ਤਾਂ ਦੇਖੋ SCDC ਜਦੋਂ ਮਤਲਬ SCDC ਦੇ ਬਾਰੇ ਲੋਕਾਂ ਦੱਸੇ, ਲੋਕਾਂ ਨੂੰ ਪਤਾ ਨਹੀਂ ਸੀ ਵੀ ਸਿਟੀ ਦੇ ਅੰਦਰ ਇੰਨਾ ਕੁਝ ਹੋਇਆ ਪਿਆ, ਇੰਨੀਆਂ ਕੰਪਨੀਆਂ ਬਣੀਆਂ ਪਈਆਂ ਨੇ। ਔਰ ਤੁਸੀਂ ਦੇਖੋ ਕਿ ਪ੍ਰਾਪਰਟੀਆਂ, ਰੈਂਟਲ ਪ੍ਰਾਪਰਟੀਆਂ ਓਨ ਕਰਦੇ ਨੇ, ਸੀਡਰ ਹਿਲ ਸ਼ਾਪਿੰਗ ਸੈਂਟਰ ਹੀ ਓਨ ਕਰ ਰਹੇ ਨੇ, ਉਸ ਤੋਂ ਬਾਅਦ ਵੀਵਰ ਕੈਨੇਡਾ ਓਨ ਕਰ ਰਹੇ ਨੇ। ਫਿਰ ਇਸ ਵੇਲੇ ਜਿਹੜਾ ਮੇਰਾ ਖਾਸਤਾ ਹੈਗਾ, ਸੈਂਟਰ ਬਲਾਕ 'ਚ ਪੈਸਾ ਨਾ ਚਲਾ ਜਾਵੇ ਇੱਥੋਂ ਨਿਕਲ ਕੇ। ਇਹ ਪੈਸਾ ਟੈਕਸ ਪੇਅਰ ਹੈ ਜੀ, ਡਿਵੈਲਪਮੈਂਟ ਤੇ ਲੱਗੇ, ਉਹਨਾਂ ਦੇ ਕਮਿਊਨਿਟੀ ਬੈਨੀਫਿਟ ਔਰ ਵੈਲਫੇਅਰ ਤੇ ਲੱਗੇ, ਕਮਿਊਨਿਟੀ ਸੈਂਟਰ ਬਣ, ਖੇਡਾਂ ਦੇ ਗਰਾਊਂਡ ਬਣ, ਔਰ ਜੋ ਸਾਡੀਆਂ ਫੈਸਿਲਿਟੀਜ਼ ਦੀ ਕਮੀ ਹੈਗੀ ਉਹ ਫੈਸਿਲਿਟੀਜ਼ ਤੇ ਪੈਸਾ ਲੱਗੇ। ਇਹ ਮੇਰਾ ਕੰਸਰਨ ਹੈਗਾ। ਇਹ ਨਾ ਹੋਵੇ ਜਿਹੜੀਆਂ 25 ਟਾਵਰਾਂ ਦੀ ਗੱਲ ਕਰਦੇ ਆ, ਸੈਂਟਰ ਬਲਾਕ 'ਚ ਪੈਸਾ ਨਾ ਲਾ ਦੇਣ ਲੌਂਗ ਟਰਮ ਇਨਵੈਸਟਮੈਂਟ ਦੇ ਨਾਂ ਤੇ, ਔਰ ਉਹ ਟੈਕਸ ਪੇਅਰ ਦਾ ਪੈਸਾ ਉੱਥੇ ਨਾ ਚਲਾ ਜਾਵੇ। ਨਹੀਂ ਜੀ, 25 ਟਾਵਰ ਤਾਂ ਉਹਨਾਂ ਨੇ ਪ੍ਰਾਈਵੇਟ ਕੰਪਨੀਆਂ ਦੇ ਕਿਹਾ ਜੀ। 25 ਟਾਵਰਾਂ ਦੇ ਸਾਨੂੰ ਐਪਲੀਕੇਸ਼ਨ ਆਈਆਂ ਹੋਈ ਨੇ ਪ੍ਰਾਈਵੇਟ ਕੰਪਨੀਆਂ ਦੀਆਂ, ਕੰਸਟਰਕਸ਼ਨ ਕੰਪਨੀਆਂ ਦੀਆਂ। ਇਹਨਾਂ ਨੇ ਆਪਣੀ ਨਹੀਂ ਕਹੀ। ਸਿਟੀ ਦੇ ਵਿੱਚ, ਸਿਟੀ ਦੇ ਕੰਸੋਆ ਨੇ, ਸਿਟੀ ਉੱਥੇ ਇਨਵੈਸਟ ਕਰਨਾ ਚਾਹਦੀ ਸੈਂਟਰ ਬਲਾਕ ਦੇ ਵਿੱਚ। ਬਿਲਕੁਲ, ਤੁਸੀਂ ਵੀ ਇੱਥੇ ਆ, ਆਪਾਂ ਵੀ ਇੱਥੇ ਆ, ਫਿਰ ਆਪਾਂ ਉਹ ਗੱਲ ਬਾਹਰ ਲਿਆਵਾਂਗੇ ਸੇਖੋਂ ਸਾਹਿਬ, ਇਹੀ ਕੰਮ ਆ ਆਪਣਾ। ਹਾਂਜੀ, ਮੇਰਾ ਕੰਸਰਨ ਇਹ ਹੈ ਕਿ ਜਿਹੜੀਆਂ ਬਾਕੀ ਕੰਪਨੀਆਂ ਨੇ ਉਹ ਕੰਪਨੀਆਂ ਦੀ ਵੀ ਡਿਜ਼ੋਲਵ ਕੀਤੀਆਂ ਜਾਣ, ਉਹਨਾਂ ਦੇ ਐਸੈਟ ਸਾਰੇ ਮਰਜ ਕਰਕੇ। ਉਹ ਜਿਹੜੇ ਸਾਨੂੰ ਪਬਲਿਕ ਡਿਵੈਲਪਮੈਂਟ ਦੇ ਲਈ ਫੈਸਿਲਿਟੀ ਚਾਹੀਦੀਆਂ ਨੇ, ਸਾਨੂੰ ਸਵਿਮਿੰਗ ਪੂਲ ਚਾਹੀਦੇ ਨੇ, ਸਾਨੂੰ ਰੀਕ੍ਰੀਏਸ਼ਨ ਸੈਂਟਰ ਚਾਹੀਦੇ ਨੇ, ਸਾਨੂੰ ਲਾਇਬ੍ਰੇਰੀ ਚਾਹੀਦੀਆਂ ਨੇ, ਇਹ ਪੈਸਾ ਉੱਥੇ ਲੱਗਣਾ ਚਾਹੀਦਾ ਜੀ। ਇਹ ਕਿਸੇ ਹੋਰ ਪਾਸੇ। ਠੀਕ ਹੈ ਜੀ, ਮੈਂ ਕਿਸੇ ਦਿਨ ਸਿਸਟਮ ਠੀਕ ਕਰਕੇ ਸੇਖੋਂ ਸਾਹਿਬ ਤੁਹਾਨੂੰ ਖੁੱਲਾ ਸਮਾਂ ਦੇਵਾਂਗਾ, ਤੁਸੀਂ ਸਵਾਲ ਪੁੱਛਿਓ ਜੀ, ਮੈਂ ਤੁਹਾਡੇ ਨਾਲ ਹਾਂ ਸਰ। ਥੈਂਕ ਯੂ, ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ, ਤੇ ਸ਼ੁਕਰੀਆ ਜੀ ਤੁਹਾਡਾ ਜੀ। ਧੰਨਵਾਦ। ਪ੍ਰੋਗਰਾਮ ਤੁਹਾਡੇ ਤੱਕ ਸੈਂਟਰਲ ਪੇਵਿੰਗ ਵਾਲੇ ਸਰਦਾਰ ਗਰੇਵਾਲ ਲੈ ਕੇ ਆਏ ਨੇ। 604 615 5600 ਤੁਸੀਂ ਪੇਵਿੰਗ ਕਰਾਉਣੀ ਆ, ਕੋਈ
ਪ੍ਰੋਜੈਕਟ ਕੋਈ ਕਰ ਰਹੇ ਹੋ ਵੱਡਾ ਟਾਊਨ ਹਾਊਸ ਕੌਂਡੋ ਕੋਈ ਪ੍ਰੋਜੈਕਟ ਕਰ ਰਹੇ ਹੋ ਜਾਂ ਘਰ ਦੀ ਪੇਵਿੰਗ ਕਰਾਉਣੀ ਆ ਤੇ ਜਾਂ ਫਿਰ ਕੋਈ ਟੈਨਿਸ ਕੋਰਟ ਬਣਾਉਣਾ ਕੋਈ ਤੁਹਾਡਾ ਫਾਰਮ ਹਾਊਸ ਹੈ ਉਹਦੇ ਤੇ ਡਰੇਨ ਰੌਕਸ ਪਾਉਣੀਆਂ ਨੇ ਕੱਢੀ ਹੋਈ ਜਿਹੜੀ ਗ੍ਰਾਈਂਡ ਕੀਤੀ ਹੋਈ ਐਸਫਾਲਟ ਆ ਉਹ ਕਿਤੇ ਪਾਉਣੀ ਹੈ ਬਾਹਰ ਮਲਚ ਚਾਹੀਦਾ ਟੌਪ ਸੋਇਲ ਚਾਹੀਦਾ ਰੇਤਾ ਚਾਹੀਦਾ ਪੂਰੀਆਂ ਵੱਡੀਆਂ ਮਸ਼ੀਨਾਂ ਇਹਨਾਂ ਕੋਲ 604 615 5600 ਜ਼ਿੰਦਗੀ ਤੋਂ ਉੱਪਰ ਕੋਈ ਨਹੀਂ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਲਈ ਸਾਫ਼ ਆਪਣੇ ਆਪ ਨੂੰ ਰੱਖਣ ਲਈ ਵਾਈਪਸ ਤੇ ਉਹਦੇ ਬਾਅਦ ਵਾਈਪਸ ਕਹਿ ਰਿਹਾ ਮੈਂ ਪੀ ਨਾ ਵਾਈਪਸ ਤੇ ਉਸ ਤੋਂ ਬਾਅਦ ਜਿਹੜਾ ਸੈਨੀਟਾਈਜ਼ਰ ਮੂੰਹ ਦੇ ਮੂਹਰੇ ਸਕਰੀਨ ਲੱਗ ਜਾਂਦੀ ਜਿਹੜੀ ਆਪਾਂ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਪੰਜਾਬ 'ਚ ਪਾਉਂਦੇ ਹੁੰਦੇ ਸੀ ਪੱਗਾਂ ਤੇ ਲੱਗਦੀ ਤੇ ਨਾਲ ਹੀ ਜਿਹੜਾ ਬੰਦਾ ਉੱਥੇ ਮੱਛਰਾਂ ਨੂੰ ਤਿਆਰ ਹੋਇਆ ਹੁੰਦਾ ਸੀ ਸਕੂਟਰ ਮੋਟਰਸਾਈਕਲ ਵਾਲਾ ਉਹ ਤਾਂ ਐਂ ਤਿਆਰ ਹੁੰਦਾ ਵੀ ਮੱਛਰ ਨਹੀਂ ਕਿਤੇ ਡੂਮਣਾ ਚੋਣ ਚੱਲਿਆ ਇੰਨਾ ਕੁਛ ਮੂੰਹ ਮੱਥਾ ਬੰਨਣਾ ਪੈਂਦਾ ਸੀ ਤੇ ਮੱਛਰ ਵੀ ਮੱਖੀਆਂ ਵਰਗਾ ਹੁੰਦਾ ਸੀ ਕਈ ਵਾਰ ਬਾਹਲਾ ਔਖਾ ਹੁੰਦਾ ਕੰਮ ਜੇ ਤੁਰੇ ਜਾਂਦੇ ਮੋਟਰਸਾਈਕਲ ਸਕੂਟਰ ਤੇ ਗਰਮੀਆਂ ਦੇ ਵਿੱਚ ਕੋਈ ਮਖਿਆਲ ਦੀ ਮੱਖੀ ਗਲਮੇ ਥਈ ਢਿੱਡ ਤੇ ਲੜ ਜਾਂਦੀ ਬੜਾ ਔਖਾ ਗੁੱਡ ਲਾਈਫ ਮੈਡੀਕਲ ਤੇ ਡੈਂਟਲ ਸਪਲਾਈ ਵਾਲੇ ਮੈਂ ਮਾਫੀ ਚਾਹੁੰਦਾ ਜੀ ਤੁਸੀਂ ਸੁਨੇਹਾ ਭੇਜ ਰਹੇ ਹੋ ਫਿਰ ਆਵਾਜ਼ ਕਲੀਅਰ ਨਹੀਂ ਸੀ ਮੇਅਰ ਸਾਹਿਬ ਤੇ ਕਾਉਂਸਲਰ ਨਾਗਰਾ ਦੀ ਪਰ ਜਿਹੜੇ ਮੈਂ ਉਹਨਾਂ ਨੂੰ ਸਵਾਲ ਪੁੱਛੇ ਤੁਹਾਨੂੰ ਤਰਜਮਾ ਕਰਕੇ ਦੱਸਦਾ ਮੈਂ ਇਹੀ ਬੇਨਤੀ ਕਰ ਸਕਦਾ ਤੁਹਾਡੇ ਕੰਸਰਨ ਸਿਰ ਮੱਥੇ ਨੇ ਬਹੁਤ ਵਾਰ ਤੁਹਾਨੂੰ ਦੱਸਿਆ ਵੀ ਬੱਸ ਦੇ ਵਿੱਚੋਂ ਬਾਹਰ ਬਹਿ ਕੇ ਬੱਸ ਚਲਾ ਰਹੇ ਹਾਂ 5.5 ਸਾਲ ਹੋ ਗਏ ਪਰ ਧੰਨਵਾਦ ਹੈ ਤੁਹਾਡਾ ਬਹੁਤ ਦਸੰਬਰ 14 ਦੇ ਸ਼ੁਰੂ ਹੋਇਆ ਦਸੰਬਰ 20 ਆ ਜਾਣਾ 6 ਵਰੇ ਹੋ ਜਾਣੇ ਨੇ ਪਰ ਬਾਰੇ ਜਾਈਏ ਤੁਹਾਡੇ ਪਿਆਰ ਦੇ ਨਾ ਬਿਜ਼ਨਸ ਘਟਣ ਦਿੱਤਾ COVID-19 ਦੇ ਵਿੱਚ ਵੀ ਤੁਸੀਂ ਇੰਨੀ ਐਡਵਰਟਾਈਜ਼ਮੈਂਟ ਦਿੱਤੀ ਬਹਿ ਜਾ ਹੋ ਗਈ ਪਹਿਲੇ 2 ਹਫ਼ਤੇ ਘਟਿਆ ਸੀ ਕੰਮ ਧੰਨਵਾਦ ਹੈ ਸਿਰ ਮੱਥੇ ਆ ਤੁਹਾਡਾ ਜਿਉਦੇ ਵਸਦੇ ਰਹੋ ਤੁਹਾਡਾ ਕੰਸਰਨ ਸਿਰ ਮੱਥੇ ਪਰ ਇਹਨੂੰ ਠੀਕ ਕਰਾਂਗਾ ਮੈਂ ਬੇਨਤੀ ਮਾਲਕਾਂ ਨੂੰ ਕੀਤੀ ਸੀ ਕੱਲ ਵੀ ਇਹ ਮੇਰਾ ਮਾੜਾ ਜਿਹਾ ਠੀਕ ਕਰਾ ਦਿਓ ਪਰ ਹੁਣ ਮੈਂ ਤੁਹਾਡੇ ਵਰਗਾ ਹੀ ਮੈਂ ਜ਼ੋਰ ਮੇਰਾ ਬਾਹਲਾ ਚੜ੍ਹਦਾ ਨਹੀਂ ਜਿੱਦਣ ਸਵੇਰੇ ਪਿੰਡਾਂ ਦੇ ਵਿੱਚੋਂ ਰਜਿਸਟਰੀ ਕਹਿੰਦੇ ਆ ਰਜਿਸਟਰੀ ਦਾ ਕਹਿੰਦੇ ਉਹ ਰਜਿਸਟਰੀ ਕਰਾਉਣੀ ਆ ਸਵੇਰੇ ਪਹਿਲਾਂ ਤਾਂ ਸਾਜਰੇ ਮੁੰਡੇ ਨੂੰ ਕਹਿੰਦੇ ਹਾਕ ਮਾਰ ਕੇ ਤਾਰੇ ਓਏ ਹਾਂ ਬਾਪੂ ਜੀ ਜਾਂ ਨੰਬਰਦਾਰ ਨੂੰ ਕਹਿ ਕੇ ਆ ਨਾਲੇ ਰਜਿਸਟਰੀ ਅੱਜ ਕਰਾਉਣੇ ਨਾਲੇ ਟਰੈਕਟ ਨੂੰ ਮਾੜਾ ਜਿਹਾ ਪਾਣੀ ਪੂਣੀ ਫੇਰੋ ਕਰੋ ਠੀਕ ਨਾਲੇ ਬੇਬੇ ਨੂੰ ਆਪਣੀ ਨੂੰ ਕਹਿ ਉਹਦੇ ਨਾਂ ਵੀ ਕਰਾਉਣੇ ਕਹਿੰਦਾ ਬਾਪੂ ਜੀ ਬੇਬੇ ਦੇ ਵੀ ਨਾਂ ਕਹਿੰਦਾ ਹਾਲ ਕਰਾਉਣੀ ਆ ਮੈਂ ਉਹਦੇ ਨਾਲ ਉਹਦੇ ਦਸਤਕ ਹੋਣੇ ਨੇ ਅੰਗੂਠਾ ਲਾਉਣਾ ਉਹ ਨਾਲ ਲਿਜਾਣਾ ਫਿਰ ਰਜਿਸਟਰੀ ਲਈ ਤਿਆਰੀ ਹੁੰਦੀ ਐਂ ਕਰੋ ਬੰਦੇ ਵੱਧ ਗਏ ਟਰੈਲੀਓ ਪਾ ਲਓ ਪਿੱਛੇ ਬੰਦੇ ਬਹਿੰਦੇ ਬਿੱਡਾਂ ਤੇ ਬਹਿ ਜਾਂਦੇ ਫਿਰ ਰਜਿਸਟਰੀ ਜਿਹੜੀ ਆਥਣ ਤੱਕ ਹੁੰਦੀ ਬਸ ਫਿਰ ਆਥਣ ਤੱਕ ਹੁੰਦੀ ਉੱਥੋਂ ਪਿੰਡੋਂ ਕੋਈ ਸਾਈਕਲ ਮੋਟਰਸਾਈਕਲ ਆਉਂਦਾ ਬੇਬੇ ਨੂੰ ਤਾਂ ਬਿਠਾ ਦਿੰਦੇ ਵੀ ਜਾ ਬੇਬੇ ਤੂੰ ਪਿੰਡ ਨੂੰ ਬਾਕੀ ਰਜਿਸਟਰੀ ਵਾਲੀ ਟਰਾਲੀ ਫਿਰ ਰਾਤ ਨੂੰ 12:30 ਵਜੇ ਆਉਂਦੀ ਬੀਹੀ ਤੇ ਪਹਿਲਾਂ ਬਾਹਰ ਪਿੰਡ ਫਿਰਨੀ ਤੇ ਪਹਿਲੀ ਰਜਿਸਟਰੀ ਦੀ ਹਾਕ ਪੈਂਦੀ ਜਦ ਪਹਿਲਾ ਮੱਗਾ ਮਾਰਦੇ ਚਾਹੇ 2 ਬਿੱਗੇ ਕਰਾਈ ਹੋਵੇ ਫਿਰ ਇੱਕ ਵਾਰ ਜ਼ਰੂਰ ਕਹਿੰਦੇ ਪਿੰਡ ਫੂਕ ਦਿਆਂਗੇ ਪਿੰਡ ਜਿੱਦਾਂ ਰਜਿਸਟਰੀ ਹੁੰਦੀ ਫਿਰ ਚੀਨ ਤੇ ਭਾਰਤ ਦਾ ਜਿਹੜਾ ਰੇੜਕਾ ਪਿਆ ਹੋਇਆ ਹੈ ਉਹ ਰੇੜਕਾ ਕਿੱਧਰ ਨੂੰ ਜਾਏਗਾ ਨੀਤੀ ਘਾੜੇ ਅੱਜ ਸੁਨੇਹਾ ਮੈਂ ਕਈ ਜਿਹੜੇ ਵੱਡੇ ਅਖਬਾਰ ਨੇ ਉਹਦੇ ਵਿੱਚ ਕਾਲਮ ਜਿਹੜੇ ਲਿਖੇ ਨੇ ਇੱਕ ਸਟੈਟਫੋਰਡ ਬਹੁਤ ਵਧੀਆ ਜੀਓਪੋਲਿਟੀਕਲ ਥਿੰਕ ਟੈਂਕ ਦੀ ਇੱਕ ਵੈਬਸਾਈਟ ਹੈ ਦੇਖਿਓ ਉਸ ਨੂੰ ਕਦੇ STRATFOR ਸਟੈਟਫੋਰਡ ਉਹਦੇ ਤੇ ਇੱਕ ਲੇਖ ਉਹਨਾਂ ਨੇ ਲਿਖਿਆ ਵੀ ਯੂਰਪ ਤੋਂ ਬਾਅਦ ਹੁਣ ਸ਼ੀਤ ਜੰਗ ਦਾ ਅਖਾੜਾ ਏਸ਼ੀਆ ਹੋ ਸਕਦਾ ਹੈ ਖਾਸ ਤੌਰ ਤੇ ਸਾਊਥ ਈਸਟ ਏਸ਼ੀਆ ਉਹਨਾਂ ਦੀ ਉਂਗਲ ਚੀਨ ਭਾਰਤ ਤੇ ਪਾਕਿਸਤਾਨ ਦੇ ਰੇੜਕੇ ਸੀ ਇੱਕ ਤੁਹਾਨੂੰ ਅਜੇਪਾਲ ਸਿੰਘ ਹੋਣੀ ਵੀ ਸਮਝਾ ਕੇ ਗਏ ਸੀ ਇੱਕ ਦਿਨ ਅਗਲੇ ਹਫ਼ਤੇ ਫੇਰ ਲਿਆਵਾਂਗਾ ਇੱਕ ਤਾਂ ਚੀਨ ਨੇ ਇੱਧਰਲੇ ਬੰਨੇ ਜਿਹੜਾ ਪੰਗਾ ਪਾਇਆ ਸਾਊਥ ਚਾਈਨਾ ਸੀ ਦੇ ਵਿੱਚ ਜਿਹਦੇ ਤੇ ਬਾਕੀ ਲੋਕਾਂ ਦੀ ਦਾਅਵੇਦਾਰੀ ਜਿਹੜੀ ਝਠਲਾ ਰਿਹਾ ਦੂਜੇ ਬੰਨੇ ਭਾਰਤ ਦੇ ਨਾਲ ਉਹਦਾ ਰੇੜਕਾ ਜਿਹੜਾ ਉਹ ਹੁਣ ਬਹੁਤ ਦੁੱਖ ਦੀ ਕਹਾਣੀ ਹੈ ਕਿ 20 ਸਾਡੇ ਫੌਜੀ ਤੇ ਇੱਕ ਕਰਨਲ ਇਹਦੇ ਵਿੱਚ ਸ਼ਹੀਦ ਹੋਇਆ ਤੇ ਉਹਦੇ ਵਿੱਚ ਹੁਣ ਸਿੱਖ ਜਿਹੜੇ ਫੋਟੋਆਂ 4 ਦੀਆਂ ਕਰੀਬ ਆ ਗਈਆਂ ਸਾਡੇ ਨਾਇਬ ਸੂਬੇਦਾਰਾਂ ਦੀਆਂ ਤੇ ਉਹ ਕਿਵੇਂ ਸ਼ਹੀਦ ਹੋਏ ਨੇ ਕੀ ਰੇੜਕਾ ਪਿਆ ਫੀਨਿਆਂ ਨੇ ਕੀ ਕੀਤਾ ਉਹਨਾਂ ਨੇ
ਗੋਲੀ ਤਾਂ ਚਲਾਈ ਨਹੀਂ, ਕਾਹਦੇ ਨਾਲ ਲੜਾਈ ਹੋਈ, ਕਿਵੇਂ ਹੋਈ ਹੈ, ਇੰਨੇ ਬੰਦੇ ਨੁਕਸਾਨੇ ਕਿਵੇਂ ਗਏ, ਰੱਬ ਜਾਣਦਾ। ਹੱਥ ਉਹਨਾਂ ਦਾ ਭਾਰੀ ਹੈ, ਨਿਊਕਲੀਅਰ ਵੈਪਨ ਉਹਨਾਂ ਕੋਲ ਨੇ। ਰੇੜਕਾ ਹੁਣ ਇਹ ਪਿਆ ਵੀ ਸਿੱਧੀ ਯਾਰੀ ਜਿਹੜੀ ਰੂਸ ਤੇ ਚੀਨ ਦਾ, ਜਿਹੜਾ ਰੂਸ ਤੇ ਪਹਿਲਾਂ ਅਮਰੀਕਾ ਦਾ ਰੇੜਕਾ ਸੀ। ਰੂਸ ਆ ਜਿਹੜਾ ਉਹਦੇ ਵਿੱਚ ਕਮਿਊਨਿਜ਼ਮ ਫੇਲ ਹੋ ਗਿਆ, ਖਖੜੀਆਂ ਕਰੇਲੇ ਹੋ ਗਿਆ, ਕੱਖ ਨਹੀਂ ਹੈ, ਪੁਰਾਣਾ ਲੋਹਾ ਬਥੇਰਾ ਪਿਆ ਦਿਖਾਈ ਜਾਂਦਾ ਉਹਨਾਂ ਨੂੰ। ਸਾਰਾ ਬੁਰਜੂਆ ਤਾਣੇ ਬਾਣੇ ਦੇ ਖਿਲਾਫ ਬੋਲਦਾ। ਹੁਣ ਪੱਕਾ ਅੱਗ ਲੈਣ ਆਈ, ਘਰ ਦੀ ਮਾਲਕਣ ਬਣ ਕੇ ਬਹਿ ਗਈ। 84 ਸਾਲਾਂ ਤੱਕ 80 ਸਾਲਾਂ ਤੱਕ ਗੱਦੀ ਤੇ ਰਹਿਣਾ ਪੁੱਤਨ ਨੇ। ਉਹਨੇ ਕਰਾ ਲੈਣਾ ਪਾਸ 2036 ਤੱਕ 16 ਸਾਲ ਹੋਰ, 67 ਸਾਲਾਂ ਦਾ ਹੈਗਾ ਤੇ 83 ਦਾ ਹੋ ਗਿਆ। ਜੇ ਪਹਿਲਾਂ ਚੱਲ ਵਸਿਆ ਠੀਕ ਆ, ਨਹੀਂ ਗੱਦੀ ਨਹੀਂ ਛੱਡਦਾ। ਉਧਰੋਂ ਜਿਨਪਿੰਗ ਨੇ ਵੀ ਇਹ ਕੀਤਾ। ਹਾਂ, ਵੈਸਟ ਦੀ ਨਿਗਾਹ ਦੇ ਨਾਲ ਲੱਗ ਸਕਦਾ ਹੈ ਕਿ ਇਹ ਧੱਕਾ ਕਰ ਰਹੇ ਨੇ। ਹੋ ਸਕਦਾ ਚੀਨ ਤੇ ਰੂਸ ਦੇ ਲੋਕ ਪਸੰਦ ਕਰਦੇ ਹੋਣ ਇਹ ਸਾਡੇ ਰਹਿਣ। ਚੀਨ ਨੇ ਐਕਸਪੈਂਸ਼ਨ ਬਹੁਤ ਕਰ ਲਈ। ਹੁਣ ਪਹਿਲਾਂ ਚੀਨ ਦੀ ਜਗ੍ਹਾ, ਰੂਸ ਦੀ ਜਗ੍ਹਾ ਹੁਣ ਚੀਨ ਅਮਰੀਕਾ ਦੇ ਨਾਲ ਇੱਟ ਖੜੱਕੇ ਤੇ ਆ ਗਿਆ। ਪਾਕਿਸਤਾਨ ਨੇ ਉੱਪਰੋਂ ਜਦ ਵਨ ਬੈਲਟ ਵਨ ਰੋਡ ਦੇ ਗਵਾਦਰ ਤੱਕ ਸੜਕ ਉਹਨੇ ਕੱਢ ਦਿੱਤੀ ਤੇ ਉੱਪਰ ਜਿਹੜਾ ਹੁਣ ਭਾਰਤ ਨਾਲ ਰੇੜਕਾ ਉਹਦਾ ਚੱਲਦਾ, ਚਾਹੇ ਸਿੱਕਮ ਵਾਲੇ ਪਾਸੇ ਚੱਲਦਾ, ਚਾਹੇ ਅਰੁਣਾਚਲ ਨੂੰ ਤਾਂ ਮੰਨਦਾ ਹੀ ਆਪਣਾ ਹਿੱਸਾ। ਹੁਣ ਮੁਰਗੇ ਦੀ ਸੰਘੀ ਵਾਲਾ ਜਿਹੜਾ ਏਰੀਆ, ਜਿਹੜਾ ਜਿੱਥੋਂ ਭਾਰਤ ਨੂੰ ਕੱਟ ਦਿੰਦਾ ਹੈ, ਜੇ ਤੁਸੀਂ ਗੁਹਾਟੀ ਤੋਂ ਉੱਪਰਲੇ ਸਿਲੀਗੁੜੀ ਤੋਂ ਉੱਪਰਲੀ ਸੜਕ ਤੁਸੀਂ ਵੇਖਦੇ ਹੋ, ਜਿੱਥੇ ਆ ਕੇ ਥੋੜ੍ਹੀ ਜਿਹੀ ਜਗ੍ਹਾ ਰਹਿੰਦੀ ਹੈ, ਜਿਹੜਾ 2017 ਦਾ ਡੋਕਲਮ ਪਲਾਟੂ ਦਾ ਰੇੜਕਾ ਸੀ। ਹੁਣ ਪਰ ਜਿਹੜਾ ਇਹ ਅਕਸਾਈ ਚਿੰਨ ਦੇ ਵਿੱਚ ਗਲਵਾਨ ਵੈਲੀ ਦੇ ਵਿੱਚ ਹੋਇਆ, ਇਹ ਕਿੱਧਰ ਨੂੰ ਜਾਏਗਾ? ਸਿੱਖ ਕੌਮ ਦਾ ਇਹਦੇ ਵਿੱਚ ਕੀ ਅਕੀਦਾ ਚਾਹੀਦਾ? ਕਿਹੜੇ ਫਰੰਟ ਤੋਂ ਦੁਨੀਆ ਫੇਲ ਹੋ ਰਹੀ ਹੈ? ਸਾਡਾ ਸਿਧਾਂਤ ਕੀ ਚਾਹੀਦਾ? ਰਾਜਨੀਤੀ ਵਾਲੇ ਪਾਸੇ ਧੜੇ ਤਾਂ ਜਿੰਨੇ ਮਰਜ਼ੀ ਹੋਣ, ਪਰ ਬੇਸਿਕ ਜਿਹੜਾ ਸਾਡਾ ਪੁਰਾਣਾ ਫਲਸਫਾ ਸੀ ਗੁਰਦੁਆਰਾ ਸਾਹਿਬ ਦਾ ਮਹਾਨ ਕੋਸ਼ ਦੇ ਹਿਸਾਬ ਨਾਲ ਵੀ ਉਹਦੀ ਡੈਫੀਨੇਸ਼ਨ ਕੀ ਆ, ਅਕਾਲ ਦੀ ਉਸਤ ਹੋਵੇ, ਉੱਥੇ ਢਿੱਡ ਨੂੰ ਝੁਲਕੇ ਦੇ ਲਈ ਪ੍ਰਸ਼ਾਦਾ ਹੋਵੇ, ਉੱਥੇ ਸਫਾਖਾਨਾ ਹੋਵੇ, ਉੱਥੇ ਸਰਾਂ ਹੋਵੇ, ਉੱਥੇ ਨਤੇਰਿਆਂ ਦੀ ਉਹ ਧਿਰ ਜਗ੍ਹਾ ਬਣੇ। ਦਰਬਾਰ ਸਾਹਿਬ ਦੇ ਕੰਪਲੈਕਸ ਨੂੰ ਵੇਖੋ, ਅਕਾਲ ਤਖਤ ਸਾਹਿਬ ਨਤੇਰਿਆਂ ਦੀ ਧਿਰ ਹੈ, ਅਕਾਲ ਦੀ ਉਸਤ ਦਰਬਾਰ ਸਾਹਿਬ 'ਚ ਹੁੰਦੀ ਹੈ। ਗੁਰੂ ਰਾਮਦਾਸ ਹਸਪਤਾਲ ਹੈ ਤੇ ਗੁਰੂ ਦਾ ਲੰਗਰ ਅਟੁੱਟ ਵਰਤਦਾ ਹੈ। ਕੋਈ ਨਸਲ, ਜਾਤ, ਧਰਮ ਕੋਈ ਆ ਜਾਵੇ, ਸਭ ਨੂੰ ਉੱਥੇ ਆ ਕੇ ਸਤਿਕਾਰ ਮਿਲਦਾ। ਤੇ ਰਾਜਨੀਤੀ ਇਸ ਖਿੱਤੇ ਦੇ ਵਿੱਚ ਸਿੱਖਾਂ ਨੂੰ ਖਾਸ ਤੌਰ ਤੇ ਇਹ ਖਿਆਲ ਰੱਖਣ ਦੀ ਲੋੜ ਹੈ। ਬਹੁਤ ਵਧੀਆ ਕਨਸੈਪਟ ਹੈ ਜਿਹੜਾ ਅਸੀਂ ਦੱਸ ਨਾ ਸਕੇ, ਅਸੀਂ ਸਮਝਾ ਨਾ ਸਕੇ। ਸਾਨੂੰ ਇੱਕ ਵੰਨਗੀ ਦੇ ਵਿੱਚ ਮੀਡੀਆ ਨੇ ਪਾ ਕੇ ਰੱਖਤਾ। ਜਦ ਵੀ ਅਸੀਂ ਲੜੇ ਹੱਕਾਂ ਲਈ, ਬਸ ਉਹਨਾਂ ਨੇ ਮਾਰ ਖੋਰੇ ਦਿਖਾ ਕੇ ਹੁਣ ਫੇਰ ਗਰਮ ਹੋਇਆ ਜਿਨ੍ਹਾਂ ਨੇ 50,000 ਅਖਬਾਰ ਕੋਈ ਰੱਦੀ 'ਚ ਨਹੀਂ ਸੀ ਲੈਂਦਾ, 2-2 ਲੱਖ ਭਾਸ਼ਾ ਦਾ ਵਿਕਣ ਲੱਗ ਗਿਆ। ਹੁਣ 4.5 ਲੱਖ ਵਿਕਦਾ ਅੱਜ ਦੇ ਸਮੇਂ। ਹੁਣ ਉਹ ਜਥੇਦਾਰ ਦੇ ਪਿੱਛੇ ਫੇਰ ਪਏ ਹੋਏ ਨੇ। ਉਹੀ ਸਮਾਂ ਜਿਵੇਂ ਜਥੇਦਾਰ ਸਰਦਾਰ ਅਜਨੋਹਾ ਸਾਹਿਬ ਤੇ ਜਥੇਦਾਰ ਟੌੜਾ ਦੇ ਖਿਲਾਫ ਭੱਦੀ ਸ਼ਬਦਾਵਲੀ ਜਗਤ ਨਾਰਾਇਣ ਦੇ ਅਖਬਾਰ ਦੇ ਵਿੱਚ ਹੋਈ। ਆਪ ਜਾ ਕੇ ਨਰਕਧਾਰੀਆਂ ਦੇ ਫੰਕਸ਼ਨ ਦੇ ਵਿੱਚ ਉਹ ਇਨਵੋਲਵ ਹੋਇਆ 78 ਦੇ ਵਿੱਚ, ਤੇ ਉਹਨਾਂ ਦਾ ਕੰਮ ਹੀ ਇਸ ਗੱਲ ਤੇ ਚੱਲਦਾ ਸੀ। ਫਿਰ ਮਾੜੇ ਕਰਮਾਂ ਕਰਕੇ ਨਰਕਾਂ ਨੂੰ ਚੜਿਆ, ਪਾਪੀਆਂ ਨੂੰ ਦੰਡ ਦੇਣ ਦੀ ਗੱਲ ਜਿਹੜੀ ਹੈ ਉਹ ਬਰਾਬਰ ਚੱਲਦੀ ਹੈ। ਪਰ ਇਹ ਉਸ ਖਿੱਤੇ ਦੇ ਵਿੱਚ ਜਦ ਇਹ ਹਿੱਲ ਜੁਲਾ ਹੁੰਦਾ ਹੈ, ਫਿਰ ਉਹ ਧਿਰਾਂ ਦੀ ਗੱਲ ਹੋ ਸਕਦੀ ਹੈ ਜਿਹੜੀਆਂ ਧਿਰਾਂ ਹਲੇਮੀ ਰਾਜ ਦੀ ਗੱਲ ਕਰਦੀਆਂ। ਪਰ ਉਸ ਤੋਂ ਪਹਿਲਾਂ ਸਾਡਾ ਹੋਮਵਰਕ ਹੋਵੇ, ਸਾਨੂੰ ਪਤਾ ਹੋਵੇ ਅਸੀਂ ਗੱਲ ਕੀ ਕਹਿਣੀ ਹੈ, ਕੀ ਕਰ ਰਹੇ ਹਾਂ, ਅਸੀਂ ਕੌਣ ਹੈ। ਬਫਰ ਜ਼ੋਨ ਸਾਡਾ ਪਾਕਿਸਤਾਨ ਤੇ ਭਾਰਤ ਦੇ ਗੱਭੇ ਇੱਕ ਖਿੱਤਾ ਜਿਹੜਾ ਜਿੱਥੇ ਕਿਤੇ ਖਾਲਸਾ ਰਾਜ ਕਰਦਾ ਰਿਹਾ, ਉਹਨੂੰ ਹੁਣ ਦੇ ਨਾਂ 'ਚ ਜਿਹੜਾ ਮਰਜ਼ੀ ਨਾਂ ਲੈ ਦਿਓ। ਮੈਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦਾ। ਦਰਿਆ ਸਤਲੁਜ ਤੋਂ ਲੈ ਕੇ ਦਰਾ ਖੈਬਰ ਤੱਕ, ਉੱਪਰ ਕਸ਼ਮੀਰ ਤੱਕ ਤੇ ਤਿੱਬਤ ਤੱਕ ਜਰਨੈਲ ਜ਼ੋਰਾਵਰ ਸਿੰਘ ਨੇ ਜਿੱਤਾਂ ਹਾਸਲ ਕੀਤੀਆਂ। ਤੇ ਉਹ ਚਾਹੇ 50 ਵਰ੍ਹਿਆਂ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਪਰ ਉਦੋਂ 25 ਵਰ੍ਹੇ ਪਹਿਲਾਂ 1975 ਤੋਂ ਖਾਲਸਾ ਰਾਜ ਦਾ, ਮਿਸਲਾਂ ਦਾ ਰਾਜ, ਚੜ੍ਹਦੀ ਕਲਾ ਦਾ ਰਾਜ ਹੋ ਗਿਆ ਸੀ। ਆਲਮੋਸਟ 75 ਸਾਲ ਉਸ ਖਿੱਤੇ ਦੇ ਵਿੱਚ ਜਰਵਾਣਾ ਲੰਘ ਨਹੀਂ ਸਕਿਆ ਦਿੱਲੀ ਵੱਲ। ਹੁਣ ਵੀ ਸਾਨੂੰ ਕੰਮ ਕਰਨ ਦੀ ਲੋੜ ਹੈ।
ਸਾਨੂੰ ਉਸ ਖਿੱਤੇ ਦੀ ਸ਼ਾਂਤੀ ਦੇ ਲਈ ਜਿਹੜਾ ਸਾਡੇ ਸਰਬੱਤ ਦਾ, ਬਰਾਬਰਤਾ ਦਾ, ਆਜ਼ਾਦੀ ਦਾ, ਰਾਜਨੀਤੀ ਕੀ ਹੈ, ਰਾਜਨੀਤੀ ਕਿਉਂ ਕੀਤੀ ਜਾਂਦੀ? ਸਭ ਤੋਂ ਪਹਿਲਾਂ ਤਾਂ ਆਜ਼ਾਦੀ, ਉਹਦੇ ਬਾਅਦ ਬਰਾਬਰਤਾ, ਉਹਦੇ ਬਾਅਦ ਸਾਂਝੀਵਾਲਤਾ, ਸਰਬੱਤ ਦੇ ਭਲੇ ਦੀ ਗੱਲ, ਤੇ ਤੁਹਾਡੇ ਜਿਹੜਾ ਆਪਣੀ ਸੇਫਟੀ ਤੇ ਸਿਕਿਉਰਿਟੀ ਦੀ ਗੱਲ। ਬਸ ਇਦੋਂ ਉੱਪਰ ਕੁਛ ਨਹੀਂ ਹੈ। ਸਾਡਾ ਇਹ ਇੰਨਾ ਵਧੀਆ ਫਲਸਫਾ ਹੈ ਜਿਹਦੇ ਵਿੱਚ ਧਰਮ ਤੇ ਰਾਜਨੀਤੀ ਨੂੰ, ਧਰਮ ਦਾ ਡੰਡਾ ਰਾਜਨੀਤੀ ਤੇ ਰਹਿੰਦਾ ਜਦ, ਤਾਂ ਹੀ ਦਰਬਾਰ ਸਾਹਿਬ ਦੇ ਪੈਰਾਂ 'ਚ ਸ਼੍ਰੀ ਅਕਾਲ ਤਖਤ ਸਾਹਿਬ ਹੈ, ਤਾਂ ਹੀ ਇਮੋਰਟਲ ਤਖਤ ਉਸ ਨੂੰ ਕਿਹਾ ਗਿਆ, ਤਾਂ ਹੀ ਉਹ ਹੱਥੀਂ ਕੋਈ ਹੱਥ ਨਹੀਂ ਲੱਗਣ ਦਿੱਤਾ ਸਾਹਿਬ ਨੇ ਆਪ, ਛੇਵੇਂ ਪਾਤਸ਼ਾਹ ਨੇ ਬਣਾਇਆ। ਤੇ ਜਿਹਨੂੰ ਢਾਉਣ ਵਾਲੇ ਖਤਮ ਹੋ ਗਏ ਤੇ ਹੋ ਜਾਣਗੇ, ਪੀੜ੍ਹੀਆਂ ਦਾ ਨਾਸ ਹੋ ਜੂ। ਗਾਂ ਜਵਾਕ ਕੋਈ ਨਾਂ ਲੈਣ ਵਾਲਾ ਹੈ ਨਹੀਂ। ਦੇਖ ਲਿਓ ਗਾਂਧੀਆਂ ਦਾ ਹਾਲ, ਵੇਖ ਲਿਓ ਕਿਤੇ ਕਲਕਾਰੀ ਵੱਜਦੀ, ਕਿਤੇ ਇੱਧਰੋਂ ਸੈਰੋਗੇਟ ਬੂਟ ਕਰਕੇ ਕੋਈ ਜਵਾਕ ਲੈ ਤਾਂ ਲਊ, ਬਾਕੀ ਤਾਂ ਕੰਮ ਦਿਖਦਾ ਹੀ ਹੈ ਸਾਹਮਣੇ। ਹੁਣ ਸੋ ਇਹ ਜਿਹੜਾ ਸਾਡਾ ਕੌਨਸੈਪਟ ਹੈ, ਇਸ ਨੂੰ ਅਸੀਂ ਵਧੀਆ ਪ੍ਰਚਾਰ ਸਕਦੇ ਹਾਂ। ਸਾਡਾ ਦੁਨੀਆ ਦੇ ਵਿੱਚ ਬਾਕੀ ਖਿੱਤਿਆਂ 'ਚ ਜਿੱਥੇ ਅਸੀਂ ਖੁੱਲੀ ਬੋਲੀ ਬੋਲ ਕੇ ਦੱਸਦੇ ਹਾਂ, ਸਾਡੇ ਤੇ ਜ਼ੁਲਮਾਂ ਦੀ ਦਾਸਤਾਨ ਯੂਨਾਈਟਿਡ ਨੇਸ਼ਨ ਦੇ ਵਿੱਚ ਪਾ ਰਹੇ ਹਾਂ, ਸੇਮ ਇਹ ਗੱਲ ਚੱਲਣੀ ਚਾਹੀਦੀ ਹੈ ਕਿ ਇਸ ਖਿੱਤੇ ਦੀ ਸ਼ਾਂਤੀ ਦੇ ਲਈ ਹਲੇਮੀ ਰਾਜ ਬੇਗਮਪੁਰੇ ਦੀ ਗੱਲ ਸਿੱਖ ਕੌਮ ਦੇ ਕੋਲ ਬਹੁਤ ਵਧੀਆ ਇੱਕ ਮਾਡਲ ਹੈ ਜਿਸ ਦੇ ਤਹਿਤ ਲੋਕ ਖੁਸ਼ ਰਹਿ ਸਕਦੇ। ਇਹ ਗੱਲ ਵੀ ਬਹੁਤ ਜ਼ਰੂਰੀ ਹੈ। 144 247 1550 ਕੁਛ ਇਸ ਵਿਸ਼ੇ ਬਾਰੇ ਤੁਸੀਂ ਗੱਲਬਾਤ ਕਰਨੀ ਚਾਹੋ, ਕੁਝ ਕੁ ਸਮਾਂ ਮੈਂ ਗੱਲ ਕਰ ਸਕਦਾ। ਦਿਓਲ ਸਾਹਿਬ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਦੇਖੋ, ਜੰਗਾਂ ਜੁੱਦਾਂ ਤਾਂ ਜੀ ਸਦੀਆਂ ਤੋਂ ਲੜਦੇ ਆਏ ਲੋਕ ਤੇ ਧਰਤੀ ਦੇ ਕਬਜ਼ੇ ਦੇ ਲਈ, ਤੇ ਮੇਰੇ ਖਿਆਲ ਨਾਲ ਉਹ ਤਾਂ ਉਹਦੇ ਪੱਖ ਤੋਂ ਇਹ ਦੇਖਣਾ ਚਾਹੀਦਾ ਆ। ਪਰ ਇੱਕ ਗੱਲ ਆ ਵੀ ਜਿੱਦਾਂ ਹੁਣ ਆਪਾਂ ਦੇਖਣਾ ਜਿਹੜੇ ਵੀ ਜਿੱਦਾਂ ਹੁਣ ਇੱਕ ਤੁਸੀਂ ਸ਼ਬਦ ਸ਼ਹੀਦ ਵੀ ਵਰਤਿਆ, ਮੈਂ ਉਹਦੇ ਵਿੱਚ ਹੀ ਗੱਲ ਲੈਣਾ। ਤੇ ਕਿਉਂਕਿ ਜਿਹੜੀ ਮਾਡਰਨ ਸਟੇਟ ਆ ਇਹ ਟੋਟਲ ਬਣਾਈਆਂ ਗਈਆਂ ਸੈਕੂਲਰ ਪ੍ਰਬੰਧ ਦੇ ਨਾਂ ਦੇ ਥੱਲੇ, ਕਿਉਂਕਿ ਜਿਹੜਾ ਸ਼ਹੀਦ ਆ ਉਹ ਧਰਮ ਦੇ ਨਾਲ ਜੁੜਿਆ ਆ, ਸ਼ਬਦ ਆ ਉਹ ਸੱਚ ਦੇ ਲਈ ਆ, ਉਹ ਕੋਈ ਬਿਨਾਂ ਤਰਖਾਹੋਂ ਵੀ ਲੋਕ ਲੜਨ ਲਈ ਉਹਦੇ ਲਈ ਤਿਆਰ ਹੁੰਦੇ ਆ। ਤੇ ਇਹਨਾਂ ਲਈ ਕੋਈ ਹੋਰ ਇਹਨਾਂ ਨੂੰ ਸ਼ਬਦ ਵਰਤਣਾ ਚਾਹੀਦਾ ਜਿਹੜੀ ਮਾਡਰਨ ਸਟੇਟ ਆ, ਕਿਉਂਕਿ ਸੈਕੂਲਰ ਦਾ ਮਤਲਬ ਹੁੰਦਾ ਟੋਟਲ ਪਦਾਰਥਵਾਦੀ, ਟੋਟਲ ਮਟੀਰੀਅਲਿਸਟ। ਇਹਨਾਂ ਦਾ ਕੋਈ ਕਿਸੇ ਦੀਆਂ ਭਾਵਨਾਵਾਂ ਜਾਂ ਕਿਸੇ ਦੀ ਦਇਆ ਕਰਨ ਦਾ ਕੋਈ ਪ੍ਰਬੰਧ ਨਹੀਂ ਹੁੰਦਾ। ਤੇ ਦੂਜੀ ਗੱਲ ਇਹ ਵੀ ਇਹ ਜਿਹੜੀਆਂ ਫੌਜਾਂ ਹੁੰਦੀਆਂ ਇਹ ਮੰਨ ਲਓ ਕੋਈ ਆਪਣੇ ਆਪ 'ਚ ਇੰਡੀਪੈਂਡੈਂਟ ਨਹੀਂ ਹੁੰਦੀਆਂ ਵੀ ਆਹ ਅਸੀਂ ਗਲਤ ਕਰ ਰਹੇ ਸੀ, ਇਹਨਾਂ ਇੱਕ ਹੁਕਮ ਦੀਆਂ ਗੁਲਾਮ ਹੁੰਦੀਆਂ ਜਿਹਦੀ ਸੱਤਾ ਹੋਵੇ। ਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਆਮ ਲੋਕਾਂ ਲਈ ਕਈ ਵਾਰੀ ਜੰਗਾਂ ਜੁੱਦਾਂ ਫਾਇਦੇ ਵਿੱਚ ਵੀ ਹੋ ਜਾਂਦੀਆਂ ਆ। ਜਿਸ ਤਰ੍ਹਾਂ ਦੇਖੀ ਜਾਵੇ ਇਤਿਹਾਸ ਦੇ ਵਿੱਚ ਪਾਣੀਪਤ ਦੀ ਤੀਜੀ ਲੜਾਈ ਹੋਈ ਸੀ, ਮਰਾਠਿਆਂ ਦੀ ਤਾਂ ਅਬਦਾਲੀ ਦੀ, ਤੇ ਸਿੱਖ ਇੱਕ ਪਾਸੇ ਰਹੇ, ਸਿੱਖਾਂ ਨੇ ਪਾਰਟੀਸਪੇਸ਼ਨ ਨਹੀਂ ਕੀਤੀ ਸੀ। ਛੋਟਾ ਆਲਾ ਸਿੰਘ ਜਿਹੜੀ ਫੂਲਕੀ ਆ ਉਹਨੀ ਮਾੜਾ ਮੋਟਾ ਮਰਾਠਿਆਂ ਨਾਲ ਖੜੇ ਸੀਗੇ, ਤੇ ਬਾਅਦ ਵਿੱਚ ਜਦੋਂ ਉਸ ਨਤੀਜੇ ਦੇ ਵਿੱਚੋਂ ਸਿੱਖਾਂ ਨੇ ਆਪਣਾ ਪੂਰਾ ਐਡਵਾਂਟੇਜ ਲਿਆ ਤੇ ਉਸੇ ਅਬਦਾਲੀ ਨੂੰ ਜਦੋਂ ਉਹ ਮਜ਼ਲੂਮਾਂ ਦੇ ਅਤਿਆਚਾਰ ਕਰਨ ਲੱਗਾ ਫਿਰ ਉਹਦਾ ਮੰਨ ਲਓ ਇਨਸਾਫ ਵੀ ਕੀਤਾ। ਤੇ ਮੇਰੇ ਖਿਆਲ ਨਾਲ ਇਸੇ ਤਰ੍ਹਾਂ ਹੁਣ ਵਰਲਡ ਵਾਰ ਸੈਕੰਡ ਹੋਈ ਸੀਗੀ, ਗਾਂਧੀ ਹੁਣੀ ਪੂਰਾ ਸਾਥ ਦਿੱਤਾ ਸੀਗਾ ਅੰਗਰੇਜ਼ਾਂ ਦਾ, ਮੰਨ ਲਓ ਬ੍ਰਿਟਿਸ਼ ਦਾ, ਕਿਉਂਕਿ ਉਹਨਾਂ ਨੇ ਪਤਾ ਸੀਗਾ ਜਿਹੜੀ ਕਾਂਗਰਸ ਸੀਗੀ 70 ਸਾਲ ਤੋਂ ਬ੍ਰਿਟਿਸ਼ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਸੀਗੀ, ਉਹਨੇ ਜਿੱਦਣ ਵੀ ਰਾਜ ਦੇ ਕੇ ਜਾਣਾ ਸੀਗਾ ਕਾਂਗਰਸ ਨੂੰ ਦੇ ਕੇ ਜਾਣਾ ਸੀਗਾ, ਬਾਕੀ ਜਿਹੜੇ ਆਪਣੇ ਸ਼ਹੀਦੀਆਂ ਉਹਨਾਂ ਨੇ ਕਦੇ ਨਹੀਂ ਰਾਜ ਦੇਣਾ ਸੀਗਾ। ਇਹ ਰਿਐਲਿਟੀ ਆ ਜਿਹੜੀ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਅਸੀਂ ਕਲੋਨੀਜ਼ਮ ਕਿੱਦਾਂ ਗਾਹਾਂ ਵਰਤਣਾ। ਤੇ ਹੁਣ ਜਿਹੜਾ ਇੰਡੀਆ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਆ ਜਿਹੜੇ ਲੋਕ ਆ ਖਿੱਤੇ ਆ, ਮੰਨ ਲਓ ਹੁਣ ਸਿੱਖ ਹੋਣ ਜਾਂ ਕਸ਼ਮੀਰੀ ਹੋਣ ਜਾਂ ਉੱਧਰ ਹਾਂਗਕਾਂਗ ਵਾਲੇ ਹੋਣ, ਉਹਨਾਂ ਨੂੰ ਬਾਹਲੀ ਨਹੀਂ ਦਿਲਚਸਪੀ ਲੈਣੀ ਚਾਹੀਦੀ ਵੀ ਰਾਸ਼ਟਰਵਾਦ ਸਾਡਾ ਰਾਸ਼ਟਰ ਦੇਸ਼ ਆ ਫਲਾਨਾ ਧਮਕਾਨਾ, ਕਿਉਂਕਿ ਆਮ ਏਦਾਂ ਹੀ ਹੁੰਦੀ ਵੀ ਬਹੁਤ ਲੰਮਾ ਚੱਲ ਜਾਂਦਾ ਦੇਸ਼ ਭਗਤੀ ਦੇ ਗੀਤ ਲਾ ਕੇ, ਕਿਉਂਕਿ ਏਦਾਂ ਨਹੀਂ ਚੀਜ਼ਾਂ ਹੁੰਦੀਆਂ। ਤੁਸੀਂ ਦੇਖਣਾ ਚਾਹੀਦਾ ਵੀ ਚਾਈਨਾ ਨੇ ਉਹਨਾਂ ਦੇ ਦੇਸ਼ 'ਚ ਕੀ ਕੀਤਾ, ਇੰਡੀਆ ਦੀਆਂ ਫੌਜਾਂ ਨੇ ਇੱਥੇ ਆਪਣੇ ਇੰਡੀਆ ਦੇ ਇੰਟਰਨਲ ਵਿੱਚ ਕੀ ਕੀਤਾ, ਅੱਜ ਤੱਕ ਸਾਲ ਹੋ ਚੱਲਾ ਕਸ਼ਮੀਰੀ ਲੋਕਡਾਊਨ ਦੇ ਵਿੱਚ ਕੀਤਾ ਹੈ। ਉਹਨਾਂ ਦੇ ਖਾਣ ਪੀਣ ਤੱਕ ਵੀ ਮੰਨ ਲਓ ਜਾ ਕੇ ਕੋਲੇ ਰਲਾਏ ਆ, ਮਿੱਟੀ ਦੇ ਤੇਲ ਉਹਨਾਂ ਦੇ ਚੌਲਾਂ ਵਿੱਚ ਰਲਾਏ। ਪੰਜਾਬ ਦਾ ਤਾਂ ਕਿਸੇ ਨੂੰ ਪਤਾ ਹੀ, ਸਾਰਿਆਂ ਨੂੰ ਪਤਾ ਹੀ ਆ। ਮੇਰਾ ਕਹਿਣ ਤੋਂ ਭਾਵ ਹੈ ਵੀ ਇੱਕ ਓਪਰਚੁਨਿਟੀ ਹੁੰਦੀ ਆ, ਇਹ ਜਿਹੜਾ ਦੁਨੀਆ ਦਾ ਵਿਕਾਸ ਚੱਲਦਾ ਆ ਹੈ ਨਾ ਪਰਮਾਤਮਾ ਵੱਲੋਂ ਚੱਲਦਾ ਆ, ਇਹਦੇ ਵਿੱਚ ਜਦੋਂ ਖੜੋਤ ਆ ਜਾਂਦੀ ਫਿਰ ਜੰਗਾਂ ਜੁੱਦਾਂ ਜ਼ਰੂਰੀ ਹੋ ਜਾਂਦੀਆਂ ਹੁੰਦੀਆਂ। ਤੇ ਸਾਨੂੰ ਉਸੇ ਹੀ ਨੁਕਤੇ ਨਿਗਾਹ ਤੋਂ ਦੇਖਣਾ ਚਾਹੀਦਾ ਜਿਹੜਾ ਦੇਸ਼ ਭਗਤੀ ਦਾ ਮਲਮਾ ਲਾ ਕੇ ਨਾ ਲੋਕਾਂ ਨੂੰ ਐ ਵੀ ਤੁਸੀਂ ਗੱਦਾਰ ਆ, ਤੁਸੀਂ ਫਲਾਨਾ, ਇਸ ਤਰ੍ਹਾਂ ਨਹੀਂ ਹੁੰਦਾ ਕਦੇ ਵੀ। ਤੁਸੀਂ ਆਪਣਾ ਮੌਕਾ ਦੇਖਣਾ ਹੁੰਦਾ। ਕੱਲ ਨੂੰ ਜੇ ਕੈਨੇਡਾ ਮੰਨ ਲਓ ਅਮਰੀਕਾ ਦੇ ਮਗਰ ਲਾ ਕੇ ਇਰਾਕ ਅਫਗਾਨਿਸਤਾਨ 'ਚ ਜਾ ਕੇ ਬੰਬ ਸਿੱਟਦਾ ਬੇਗਨਾਹ, ਤੇ ਸਾਨੂੰ ਉਹਦੇ ਕੋਈ ਜ਼ਰੂਰਤ ਨਹੀਂ ਵੀ ਅਸੀਂ ਕੈਨੇਡਾ ਦੇ ਉਹ ਫੌਜੀਆਂ ਨੂੰ ਸ਼ਹੀਦ ਮੰਨ ਕੇ ਉਹਨਾਂ ਦੇ ਗੋਗੇ ਗਾਉਣੇ ਆ। ਜਿਹੜੀ ਜੰਗ ਇਨਸਾਫ ਲਈ ਹੈ ਹੀ ਨਹੀਂ, ਉਹਦੇ ਉੱਤੇ ਕਾਹਦਾ ਅਸੀਂ ਮੰਨ ਲਓ ਠੀਕ ਹੈ। ਮੈਂ ਇੱਦਾਂ ਕਹਿੰਦਾ ਇੱਕ ਬੰਦੇ ਦੀ ਮੌਤ ਤੇ ਅਫਸੋਸ ਜ਼ਰੂਰ ਹੁੰਦਾ, ਪਰ ਕੁਛ ਸਾਨੂੰ ਸਮਝਦਾਰੀ ਚਾਹੀਦੀ ਆ ਵੀ ਇਹ ਦੇਸ਼ ਧਰਤੀ ਦੇ ਟੁਕੜੇ ਬਣਦੇ ਰਹਿੰਦੇ ਆ, ਨਵੇਂ ਨਵੇਂ ਦੇਸ਼ ਪੈਦਾ ਰਹਿੰਦੇ, ਟੁੱਟ ਹੁੰਦੇ ਰਹਿੰਦੇ ਆ।
ਪਰ ਉਸੇ ਹੀ ਦੇਸ਼ ਨੂੰ ਵਧੀਆ ਦੇਸ਼ ਜਿਹੜਾ ਤੁਹਾਡੇ ਅੰਦਰ ਭਗਤਕ ਪਿਆਰ ਹੋਵੇ, ਜਿਹੜਾ ਇਨਸਾਫ ਦਾ ਪ੍ਰਬੰਧ ਪੈਦਾ ਕਰਦਾ ਹੋਵੇ, ਉਹਦੇ ਲਈ ਪਿਆਰ ਹੋਣਾ ਚਾਹੀਦਾ, ਨਾ ਕਿ ਅਖੌਤੀ ਏਕਤਾ ਅਖੰਡਤਾ ਦੇ ਜਿਹੜੇ ਨਾਂ ਤੇ ਲੀਕਾਂ ਖਿੱਚ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ। ਤੇ ਮੈਨੂੰ ਲੱਗਦਾ ਵੀ ਸਿੱਖਾਂ ਨੂੰ ਤੇ ਖਾਸ ਕਰਕੇ ਜਿਹੜੀਆਂ ਘੱਟ ਕਮਿਊਨਿਟੀਆਂ ਜਿਹੜੀਆਂ ਇਨਸਾਫ ਦੀਆਂ ਦੁਨੀਆ 'ਚ ਹੈਗੀਆਂ, ਉਹਨਾਂ ਨੂੰ ਇਸੇ ਨੁਕਤਾ ਨਿਗਾਹ ਤੋਂ ਲੈਣਾ ਚਾਹੀਦਾ ਵੀ ਖਾਸ ਕਰਕੇ ਸਿੱਖ ਛੇਤੀ ਭੁੱਲ ਜਾਂਦੇ। ਹਾਲੇ ਜੂਨ 84 ਦਾ ਘੱਲੂ ਘੜਾ ਲੰਘ ਕੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਉਹ ਕਿਹੜੇ ਦੇਸ਼ ਦੀਆਂ ਫੌਜਾਂ ਆਈਆਂ, ਉਹ ਚਾਈਨਾ ਨੇ ਹਮਲਾ ਕੀਤਾ ਹੈਗਾ। ਉਦੋਂ ਇਹਨਾਂ ਨੂੰ ਪਤਾ ਹੈਗਾ ਵੀ ਉਹ ਕਿਹੜੇ ਵੇਲੇ ਉਦੋਂ ਕਹਿ ਦਿੰਦੇ ਜੀ ਤੁਸੀਂ, ਉਦੋਂ ਵੀ ਸਿੱਖ ਤਾਂ ਆਪਣੇ ਘਰ ਬੈਠੇ ਹੈਗੇ, ਜਿਹੜਾ ਗੁਰੂ ਪਾਤਸ਼ਾਹ ਨੇ ਹਥਿਆਰ ਉਹ ਸਿੱਖ ਥੋੜ੍ਹਾ ਧਾੜਵੀ ਬਣ ਕੇ ਗਏ ਸੀਗੇ। ਉਦੋਂ ਦਿੱਲੀ ਤੋਂ ਹੀ ਫੌਜਾਂ ਧਾੜਵੀ ਬਣ ਕੇ ਆਈਆਂ ਸੀਗੀਆਂ, ਉਹਨਾਂ ਦਾ ਮੁਕਾਬਲਾ ਕੀਤਾ ਸਿਰਫ। ਇਸ ਕਰਕੇ ਥੋੜ੍ਹੀ ਜਿਹੀ ਸਮਝਦਾਰੀ ਦੇ ਨਾਲ ਤੇ ਮੇਰੇ ਖਿਆਲ ਨਾਲ ਇਨਸਾਫ ਜੋ ਕਹਿੰਦਾ ਆ ਉਸ ਹਿਸਾਬ ਨਾਲ ਸਾਨੂੰ ਲੈਣਾ ਚਾਹੀਦਾ ਫੈਸਲਾ। ਤੇ ਖਾਸ ਕਰਕੇ ਅਖੌਤੀ ਦੇਸ਼ ਭਗਤੀ ਦੇ ਮਗਰ ਤਾਂ ਕਦੇ ਲੱਗਣ ਦੀ ਲੋੜ ਨਹੀਂ, ਮੈਨੂੰ ਤਾਂ ਇਹ ਲੱਗਦਾ ਜੀ। ਧੰਨਵਾਦ। ਥੈਂਕ ਯੂ ਜੀ। ਅਵਤਾਰ ਸਿੰਘ ਜੀ, ਲਾਈਨ ਨੰਬਰ 3। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਗਿੱਲ ਸਾਹਿਬ ਤੁਹਾਡਾ ਬਹੁਤ ਵਧੀਆ ਐਲੋਕੁਐਂਟ ਸੀਗਾ, ਸਾਰੀ ਜਿਹੜੀ ਬੇਗਮਪੁਰੇ ਵਾਲੀ ਤੁਸੀਂ ਜਿੱਦਾਂ ਚਾਹੁੰਦੇ, ਪਰ ਪ੍ਰੋਬਲਮ ਇਹ ਆ ਵੀ ਉਹ ਆਪਾਂ ਸਿੱਖ ਕਿੱਥੋਂ ਲੱਭਣੇ ਆ। ਮੈਨੂੰ ਲੱਗਦਾ ਜੇ ਤੁਸੀਂ ਸਾਰੇ ਵੀ ਲੱਭਣ ਲੱਗ ਪਾਉਂਦਾ ਤੁਹਾਨੂੰ 5 ਸਿੱਖ ਵੀ ਨਹੀਂ ਉਹ ਲੱਭ ਸਕਦੇ ਜਿਹੜੇ ਉਸ ਕੰਸੈਪਟ ਨੂੰ ਰਿਵਾਈਵ ਕਰ ਸਕਦੇ ਆ। ਮਤਲਬ ਇਹ ਬੜੀ ਸੈਡ ਆ। ਉਹ ਆਪਾਂ ਸਿੰਪਲੀ ਇੱਕ ਕੰਸੈਪਟ ਆ, ਉਹ ਬੜਾ ਐਲੀਕੁਐਂਟਲੀ ਸੈਟ ਆ, ਐਲੀਕੁਐਂਟਲੀ ਡਨ ਆ ਉਸ ਟਾਈਮ ਦੇ, ਪਰ ਅੱਜ ਉਹ ਸਿੱਖ ਹੀ ਨਹੀਂ ਰਿਹਾ। ਉਹ ਸਿੱਖ ਨੂੰ ਆਪਾਂ ਕਿੱਥੋਂ ਭਾਲਾਂਗੇ ਤਾਂ ਕਿਹੜਾ ਉਹ ਸਿੱਖ ਕੰਮ ਕਰੂ। ਸਿੱਖਾਂ ਦਾ ਮੈਂ ਹੁਣ ਆਪਾਂ ਇੱਥੇ ਬੜੇ ਵੈਲ ਟੂ ਡੂ ਆ ਸਾਰੇ ਜਿੰਨੇ ਹੈਗੇ ਆ, ਇੱਥੇ ਛੋਟੇ ਛੋਟੇ ਬੱਚੇ ਬੱਚੀਆਂ ਆਉਂਦੇ ਪੰਜਾਬ ਚੋਂ, ਆਪਾਂ ਉਹਨਾਂ ਨੂੰ ਹੀ ਇੰਨਾ ਕਿਤੇ ਐਕਸਪਲੋਇਟ ਕਰਦੇ ਹਾਂ ਵੀ ਤੁਹਾਨੂੰ ਕਈ ਵਾਰੀ ਇੱਥੇ ਸੁਣ ਕੇ ਲੋਕਾਂ ਦੀਆਂ ਸਟੋਰੀਆਂ ਅੱਖਾਂ ਭਰ ਆਉਂਦੀਆਂ ਵੀ ਆਪਾਂ ਉੱਥੇ ਕਿੱਥੋਂ ਬੇਗਮਪੁਰਾ ਬਣਾ ਦੇਣਾ ਜਿੱਥੇ ਕਿ ਲੋਕਾਂ ਕੋਲੇ ਮਿਨੀਮਮ ਰਿਸੋਰਸਿਸ ਆ। ਇੱਥੇ ਰਿਸੋਰਸਿਸ ਹੋਣ ਦੇ ਬਾਵਜੂਦ ਅਸੀਂ ਉਹਦੇ ਲਾਗੇ ਵੀ ਨਹੀਂ ਪਹੁੰਚ ਸਕੇ ਜਿਹੜਾ ਬੇਗਮਪੁਰੇ ਵਾਲਾ ਕੰਸੈਪਟ ਸੀ। ਇਹ ਮੇਰੇ ਖਿਆਲ ਮੋਰ ਔਰ ਲੈਸ ਹਾਈਪੋਥੈਟੀਕਲ ਹੈ। ਗੱਲਾਂ ਕਰਨ ਨੂੰ ਬਹੁਤ ਸੋਹਣੀਆਂ ਲੱਗਣੀਆਂ, ਪਰ ਆਪਾਂ ਨੂੰ ਚਾਹੀਦਾ ਵੀ ਆਈ ਐਮ ਵਨ ਆਫ ਦੈਮ ਵੀ ਪ੍ਰੋਬਬਲੀ ਆਪਾਂ ਨੂੰ ਆਪਣਾ ਕਰੈਕਟਰ ਪਹਿਲਾਂ ਉੱਥੇ ਲੈ ਕੇ ਚੱਲੀਏ ਜਿੱਥੇ ਕਿ ਆਪਾਂ ਬੇਗਮਪੁਰੇ ਦੀ ਗੱਲ ਕਰ ਸਕੀਏ, ਆਪਣੇ ਆਪ ਨੂੰ ਥੋੜਾ ਥੋੜਾ ਚੇਂਜ ਕਰੀਏ ਤੇ ਹੋ ਸਕਦਾ ਆਪਣੀਆਂ ਨੈਕਸਟ ਜਨਰੇਸ਼ਨ ਜਿਹੜੀਆਂ ਉਹ ਜ਼ਿਆਦਾ ਚੇਂਜ ਹੋ ਜਾਣ, ਉਹ ਉਧਰ ਨੂੰ ਚੱਲ ਪੈਣ। ਆਪਣਾ ਜਿਹੜਾ ਆਪਣੀ ਏਜ ਦੇ ਲੋਕ ਆ ਇਹ ਤਾਂ ਬੇਗਮਪੁਰੇ ਵਾਲੇ ਕੰਸੈਪਟ ਤੇ 100% 180 ਡਿਗਰੀ ਤੋਂ 360 ਦੇ ਆਲਮੋਸਟ ਆਪੋਜ਼ਿਟ ਚੱਲਣ ਵਾਲੇ ਆ। ਬਾਕੀ ਮੈਂ ਹੋ ਸਕਦਾ ਗਲਤ ਵੀ ਹੋਵਾਂ, ਪਰ ਮੈਨੂੰ ਜਿੱਥੋਂ ਤੱਕ ਜਿੰਨੇ ਕੁ ਲੋਕਾਂ ਨੂੰ ਮੈਂ ਜਾਣਦਾ ਉਹਨਾਂ 'ਚੋਂ ਕੋਈ ਵੀ ਬੇਗਮਪੁਰੇ ਦੇ ਕੰਸੈਪਟ ਤੇ ਨਹੀਂ ਉਤਰ ਸਕਦਾ। ਹੋ ਸਕਦਾ ਅਗਲੀ ਜਿਹੜੀ ਜਨਰੇਸ਼ਨ ਹੈ ਆਪਣੀ ਜਿਹੜੀ ਖਾਸ ਕਰਕੇ ਇੱਥੋਂ ਉੱਠ ਰਹੀ ਆ ਉਹ ਬੜੀ ਮਲੂਕ ਆ, ਉਹ ਉਸ ਕੰਸੈਪਟ ਤੇ ਚੱਲ ਜਾ ਜੇ ਆਪਾਂ ਉਹਨਾਂ ਨੂੰ ਉਹ ਕੰਸੈਪਟ ਪੜ੍ਹਾ ਸਕੀਏ। ਬਾਕੀ ਉੱਥੇ ਜਿਹੜੇ ਆਪਾਂ ਹੈ ਉਹ ਆਪਾਂ ਤਾਂ ਬਿਲਕੁਲ ਉਸ ਚੀਜ਼ ਦੇ ਲਾਗੇ ਵੀ ਨਹੀਂ ਲੰਘਦੇ। ਆਪਾਂ ਇੱਥੇ ਦੇਖ ਲਓ ਕਿੰਨੇ ਕੁ ਬੰਦੇ ਆਪਾਂ 50 ਵਾਰੀ ਤੁਹਾਡੇ ਰੇਡੀਓ ਸਟੇਸ਼ਨ ਤੇ ਵੀ ਗੱਲ ਹੋਈ ਆ, ਆਪਾਂ ਆਪਣਿਆਂ ਨੂੰ ਹੀ ਨਹੀਂ ਕਰ ਸਕਦੇ, ਕਿਸੇ ਲਈ ਤਾਂ ਆਪਾਂ ਬੇਗਮਪੁਰ ਵਾਲੇ ਕਿੱਥੋਂ ਬਣਨਾ। ਥੈਂਕ ਯੂ ਜੀ। ਧੰਨਵਾਦ ਜੀ। ਕਸ਼ਮੀਰ ਸਿੰਘ ਜੀ ਤੁਸੀਂ ਕਸ਼ਮੀਰ ਸਿੰਘ ਜੀ। ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਹਾਂਜੀ ਸਿੰਘ ਸਾਹਿਬ, ਦੇਖੋ ਜਿਹੜਾ ਤੁਸੀਂ ਭਾਰਤ ਦੇ 40 ਨਾਲ ਹੀ ਗੱਲ ਕੀਤੀ ਹੈਗੀ ਆ, ਇਹ ਬਿਲਕੁਲ ਗੱਲ ਇਹਦੇ ਵਿੱਚ ਦੇਖਣ ਵਾਲੀ ਹੈਗੀ ਆ। ਜਿਹੜਾ ਜਿੱਦਾਂ ਖਾਲਸਾ ਰਾਜ ਦੀ ਇਹਦੇ ਵਿੱਚ ਗੱਲ ਨਾਲ ਕੀਤੀ ਸੀ, ਜਿਹੜਾ ਇਹ ਹਿੱਸਾ ਹੈਗਾ ਆ ਜਿੱਥੇ ਦਾ ਕੌਨਫਲਿਕਟ ਚੱਲ ਰਿਹਾ ਆ ਉਹ ਖਾਲਸਾ ਰਾਜ ਨਾਲ ਸੰਬੰਧਿਤ ਹੈਗਾ ਆ। ਤੇ ਜਿਹੜਾ ਜਦੋਂ ਆਪਾਂ ਪਿਛੋਕੜ ਦੀ ਗੱਲ ਕਰਦੇ ਹਾਂ, ਜਦੋਂ ਜਵਾਹਰ ਲਾਲ ਨਹਿਰੂ ਸਾਹਿਬ ਸੀਗੇ ਉਦੋਂ UN ਲਾਏ ਹੁੰਦਾ ਸੀ ਮੇਰੇ ਖਿਆਲ ਉੱਥੇ ਦਾ ਜਿਹੜਾ ਪ੍ਰਧਾਨ ਸੀ ਚਾਈਨਾ ਦਾ, ਤਾਂ ਉਹ ਆਇਆ ਸੀ। ਤਾਂ ਉਸ ਵੇਲੇ ਇਹਦੀ ਜਿਹੜਾ ਆ ਨਹਿਰੂ ਸਾਹਿਬ ਨੇ ਜਿਹੜਾ ਉਹਨਾਂ ਨੂੰ ਗੇੜਾ ਦਵਾਇਆ ਤੇ ਸਾਰਾ ਭਾਰਤ ਦਿਖਾ ਲਿਆ। ਉੱਥੇ ਦੱਸਿਆ ਵੀ ਸਾਡੀਆਂ ਫੌਜਾਂ ਕਿੱਦਾਂ ਸੜਕਾਂ ਬਣਾ ਰਹੀਆਂ, ਕਿੱਦਾਂ ਡੈਮ ਬਣਾ ਰਹੇ, ਵੀ ਸਾਡੇ ਬਾਰਡਰ ਕਿੱਦਾਂ ਵਿਹਲੇ ਪਏ ਹੈਗੇ ਆ। ਤੇ ਉਹਨੀ ਜਾਂਦਿਆਂ ਨੇ ਪਹਿਲਾ ਕੰਮ ਇਹ ਕੀਤਾ ਸੀ ਸਾਡੇ ਤੇ ਜਿਹੜਾ ਦੂਜਾ ਕਿੰਨਾ ਉਸ ਖਿੱਤੇ ਤੇ ਹਮਲਾ ਕਰਕੇ ਤੋਂ ਅੱਗੇ ਆ ਗਿਆ ਸੀ। ਜਿਹੜਾ ਖਿੱਤਾ ਉਹਨੀ ਹੁਣ ਦੱਬ ਲਿਆ। ਤਾਂ ਉਹਦਾ ਜਦੋਂ ਆਪਣੇ ਕਾਲਰ ਕਈ ਦੱਸ ਹੀ ਗਏ ਆ ਵੀ ਜਦੋਂ ਨਹਿਰੂ ਸਾਹਿਬ ਨੇ ਇਹ ਕਹਿਤਾ ਸੀ ਵੀ ਉਹ ਤਾਂ ਬੇਆਬਾਦ ਖਿੱਤਾ, ਉਹਦੀ ਸਾਨੂੰ ਕੀ ਲੋੜ ਆ। ਤੇ ਫਿਰ ਉਹ ਨਹਿਰੂ ਸਾਹਿਬ ਨੂੰ ਇਹ ਵੀ ਕਿਹਾ ਗਿਆ ਸੀ ਵੀ ਹੁਣ ਜਿਹੜਾ ਆ ਵੀ ਆਹ ਜਿਹੜਾ ਤੁਹਾਡੇ ਸਿਰ ਤੇ ਵੀ ਜਿਹੜੇ ਬਾਲ ਨਹੀਂ ਹੈਗੇ ਵੀ ਇੱਥੇ ਵੀ ਕੁਛ ਨਹੀਂ ਉੱਗਦਾ, ਵੀ ਕੀ ਇਹਨੂੰ ਵੀ ਹੁਣ ਦੂਜਾ ਕਿੰਨਾ ਖਤਮ ਕਰ ਦੇਣਾ ਚਾਹੀਦਾ।
ਤੇ ਹੁਣ ਵੀ ਜਿਹੜਾ ਆ ਜਦੋਂ ਇੱਥੇ ਚਾਈਨਾ ਦਾ ਜਿਹੜਾ ਪ੍ਰਧਾਨ ਆਇਆ ਤੇ ਸਕੂਲਾਂ ਦੇ ਬੱਚਿਆਂ ਤੱਕ ਉਹਨਾਂ ਦੇ ਮੌਕੇ ਲਵਾਤੇ ਉਹਦੇ ਜਿਹੜਾ ਹੈਗਾ ਆ ਜਿੰਪਿੰਗ ਦੇ ਤੇ ਜਾਣੀ ਕਿ ਇਹ ਨਹੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਪਰ ਦੂਸਰੇ ਪਾਸੇ ਜਿਹੜਾ ਆ ਸਾਡੀਆਂ ਫੌਜਾਂ ਆ, ਇੱਕ ਪਾਸੇ ਉਹ ਜਿਹੜਾ ਆ ਚਾਈਨਾ ਵਾਲੇ ਆ ਉੱਥੇ ਏਅਰਪੋਰਟ ਬਣਾ ਰਹੇ ਸੀ ਤਾਂ ਉੱਥੇ ਜਿਹੜੀਆਂ ਸੜਕਾਂ ਵਿਛਾ ਰਿਹਾ ਸੀ ਤੇ ਸਾਡੇ ਦੇਸ਼ ਵੱਲੋਂ ਕੋਈ ਗੱਲ ਇੱਦਾਂ ਦੀ ਕੀਤੀ ਨਹੀਂ ਜਾ ਰਹੀ ਸੀ। ਸੋ ਕੀਤੀ ਤਾਂ ਇਹ ਨਹੀਂ ਅਣਗਹਿਲੀ ਹੈਗੀ ਆ ਤੇ ਜਿਹਦਾ ਉਹਨੇ ਫਾਇਦਾ ਲਿਆ ਹੈਗਾ ਆ। ਜੇ ਅੱਜ ਅਸੀਂ ਇਹਨਾਂ ਦੀ ਲੜਾਈ ਵਿੱਚ ਦੇਖਦੇ ਹਾਂ ਬਿਲਕੁਲ ਜਿੱਦਾਂ ਉੱਥੇ ਉਹ ਜਿਹੜਾ ਆ ਗੱਲ ਖਤਮ ਨਹੀਂ ਹੋਣੀ, ਅੱਗੇ ਵਧਣੀ ਆ। ਤੇ ਸਾਡੇ ਨਾਲ ਤੁਸੀਂ ਗੱਲ ਕੀਤੀ ਸੀਗੀ ਆਪਣੇ ਜਿੱਦਾਂ ਦਰਬਾਰ ਸਾਹਿਬ ਸਾਡੇ ਜਥੇਦਾਰ ਸਾਹਿਬਾਨ ਦੇ ਖਿਲਾਫ ਬੋਲਿਆ ਜਾ ਰਿਹਾ ਜਾਂ ਉੱਥੇ ਦਾ ਮੀਡੀਆ ਈਵਨ ਗੁਜਰਾਤ ਵਿੱਚੋਂ ਸਿੱਖਾਂ ਨੂੰ ਉਜਾੜਿਆ, ਮੱਧ ਪ੍ਰਦੇਸ਼ ਵਿੱਚੋਂ ਸਿੱਖਾਂ ਨੂੰ ਉਜਾੜਿਆ ਤੇ ਉਹਨਾਂ ਤੇ ਇਹ ਸ਼ਰਤ ਲਾਈ ਕਿ ਤੁਹਾਨੂੰ ਪਾਣੀ ਅਸੀਂ ਤਾਂ ਦੇਵਾਂਗੇ ਜੇ ਦਾੜੀ ਕੇਸ ਬਣਾ ਦਿਓ। ਤੇ ਅੱਜ ਯੂਪੀ ਦੇ ਵਿੱਚ ਜਿਹੜਾ ਸਿੱਖਾਂ ਦਾ ਉਜਾੜਾ ਕੀਤਾ ਜਾ ਰਿਹਾ ਆ। ਸਾਡੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸਿੱਖੀ ਸਿਧਾਂਤ ਹੈਗੇ ਆ 4 ਦਰਵਾਜ਼ਿਆਂ ਦਾ ਚਾਹੁੰਦੇ ਆ ਤਿੰਨ ਦਰਵਾਜ਼ੇ ਇਹ ਸਰਕਾਰ ਤੇ ਜਿਹੜਾ ਸਾਡੇ ਸਿਧਾਂਤ ਦਾ ਕੀਤਾ ਜਾ ਰਿਹਾ ਇਹਦੇ ਵਿੱਚ ਭਾਈ ਜੀ ਤੁਹਾਡੀ ਆਵਾਜ਼ ਆਪਣੇ ਹੈਲੋ ਭਾਈ ਜੀ ਆਵਾਜ਼ ਤੁਹਾਡੀ ਕਲੀਅਰ ਨਹੀਂ। ਹਾਂਜੀ ਕਿੱਦਾਂ ਨਹੀਂ ਜੀ ਨਹੀਂ ਕਲੀਅਰ ਨਹੀਂ ਜੀ ਹੈ। ਓਕੇ ਥੈਂਕ ਯੂ। ਡੇਲਿਆਂ ਜਿਹੜੇ ਮੋਟੇ ਹੀਰੇ ਨੇ ਇਹਨਾਂ ਕੋਲ। ਡੇਲਿਆਂ ਦਾ ਅਚਾਰ ਵੇਖਿਆ ਕਿੰਨਾ ਸਵਾਦ ਸੀ। ਤੁੱਕਿਆਂ ਦਾ ਵੀ ਅਚਾਰ ਆਪਾਂ ਛਕਦੇ ਰਹੇ। ਬਹੁਤ ਕੰਮ ਰਹਿੰਦਾ ਗਰਮੀ 'ਚ ਕਿੱਕਰ ਦੀ ਜਿਹੜੀ ਲੁੰਗ ਤਾਂ ਲਾਉਣੀ ਹੈ। ਕਿੱਕਰ ਦੀ ਗੂੰਦ ਨੂੰ ਦੇਖ ਲਓ ਵੀ ਦੰਦਾਂ 'ਚੋਂ ਕਿਵੇਂ ਚਿੰਬੜਦੀ ਹੁੰਦੀ। ਚੰਡ ਜਾਂਦੇ ਤੁਰਦੇ ਫਿਰਦੇ ਨਿਗਾਹ ਰੱਖਦੇ, ਪਹਿਲਾਂ ਟੱਕ ਲਾ ਕੇ ਆਉਂਦੇ, ਫਿਰ ਉਹ ਖਿਆਲ ਰੱਖਦੇ ਵੀ ਆਹ ਕਿੱਕਰ ਚਲਾਇਆ ਟੱਕ ਦੱਸਣਾ ਕਿਸੇ ਨੂੰ ਵੀ ਹੌਲੀ ਬਣ ਲੈਣ ਦੇ ਮਾੜਾ ਜਿਹਾ ਗੋਲ ਜਿਹਾ ਬਾਹਰਲੇ ਬੰਨੇ। ਫਿਰ ਖਿੱਲ ਵੀ ਬਣਾਉਂਦੇ ਕਈ ਵਾਰ ਗੂੰਦ ਦੀ ਘਰੇ ਲਿਆ ਕੇ ਖਿੱਲ ਬਣਾਉਂਦੇ, ਤਾਂ ਹੀ ਤਾਂ ਕੁਛ ਦੁਖਦਾ ਨਹੀਂ ਸੀ। ਤੁਰੇ ਫਿਰਦੇ ਦਾਤਣ ਜਿਹੜੀ ਨਿੰਮ ਦੀ ਕਰ ਲੈਣੀ, ਨਿੰਮ ਚੱਬ ਲੈਣੀ ਤੁਰਦੇ ਫਿਰਦਿਆਂ ਨੇ। ਤੇ ਆ ਮੂੰਗਫਲੀ ਜਿਹਦੇ ਜੈਮ ਜਵਾਕ ਬਣਾ ਕੇ ਪੀਨਟ ਬਟਰ ਲਾਉਂਦੇ ਨੇ, ਜਾਂ ਤਾਜ਼ੀਆਂ ਹੋਲਾਂ ਪੱਟ ਕੇ ਮੂੰਗਫਲੀ ਪੱਟ ਕੇ ਤੇ ਉਹਨੂੰ ਲਾ ਕੇ ਬਾਹਰ ਹੀ ਭੁੰਨ ਲੈਣੀਆਂ ਹੋਲਾਂ। ਬਹਿ ਜਾ ਸੀ। ਛੋਲਿਆਂ ਦੀਆਂ ਟਾਂਟਾਂ ਭੁੰਨਦੇ ਰਹੇ ਨੇ ਲੋਕ। ਸਭ ਕੁਛ ਉੱਡ ਗਿਆ ਦਿਨਾਂ 'ਚ। ਮਾਡਰਨ ਯੁੱਗ ਨੇ ਸਭ ਕੁਛ ਹਿਲਾਤਾ। ਉਹੀ ਛੋਲੇ ਘੋੜਿਆਂ ਨੂੰ ਘੋੜੀਆਂ ਨੂੰ ਉਹੀ ਛੋਲੇ ਘਰ ਲਈ। ਕੱਚੀ ਘਾਣੀ ਦਾ ਤੇਲ ਘਰ ਦੀ ਸਰੋਂ ਦਾ। ਹੁਣ ਸਭ ਤੋਂ ਵਧੀਆ ਸਰੋਂ ਦਾ ਤੇਲ ਮੰਨਿਆ ਗਿਆ। ਸਭ ਤੋਂ ਵਧੀਆ ਸਰੋਂ ਦਾ ਤੇਲ ਘਰ 'ਚ ਤੜਕੇ ਨੂੰ ਸਰੋਂ ਦਾ ਤੇਲ ਜਾਂ ਫਿਰ ਜੈਤੂਨ ਦਾ ਤੇਲ, ਓਲਿਵ ਆਇਲ। ਹੋਰ ਚੀਜ਼ ਬੰਦ ਕਰ ਦਿਓ। ਸਰੋਂ ਦਾ ਤੇਲ ਕਦੇ ਨਹੀਂ ਜੰਮਦਾ। ਮੈਂ ਪਿਛਲੇ ਦਿਨੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਵੀ ਸਰੋਂ ਦਾ ਤੇਲ ਸਭ ਤੋਂ ਵਧੀਆ ਤੜਕੇ ਦਾ। ਉਸ ਤੋਂ ਬਾਅਦ ਲੂਣ ਚਿੱਟਾ ਬੰਦ ਕਰਕੇ ਜਿਹੜਾ ਗੁਲਾਬੀ ਲੂਣ ਸੀ, ਡਲੇ ਵਾਲਾ ਲੂਣ ਜਿਹੜਾ ਮੱਝਾਂ ਨੂੰ ਆਪਾਂ ਸਿੱਟਦੇ ਸੀ, ਪਾਕਿਸਤਾਨੀ ਲੂਣ ਜਿਹੜਾ ਕਹਿੰਦੇ ਸਭ ਤੋਂ ਵਧੀਆ ਉਹ ਲੂਣ ਹੈ। ਉਹਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਉਹ ਸਭ ਤੋਂ ਵਧੀਆ ਲੂਣ ਤੇ ਇਹ ਤੇਲ ਤੇ ਚੀਨੀ ਦੀ ਜਗ੍ਹਾ ਗੁੜ, ਬਸ ਇਹ ਕੰਮ ਸ਼ੁਰੂ ਕਰ ਲਓ। ਜੈਤੂਨ ਦਾ ਤੇਲ ਕੋਈ ਬਾਹਲਾ ਮਹਿੰਗਾ ਨਹੀਂ। ਇੱਕ ਰਲਿਆ ਹੋਇਆ ਨਹੀਂ, ਐਕਸਟਰਾ ਵਰਜਨ ਓਲਿਵ ਆਇਲ ਲੈ ਕੇ ਆਉਣਾ। ਉਹਦੇ ਬਾਰੇ ਕਹਿੰਦੇ ਨੇ ਵੀ ਉਹ ਹੀਟ ਲਾਏ ਤੇ ਖਰਾਬ ਹੋ ਜਾਂਦਾ। ਨਹੀਂ, ਕੁਛ ਨਹੀਂ ਹੀਟ ਤੇ ਹੁੰਦਾ ਉਹ। ਤੇ ਮਿੱਟੀ ਦੇ ਭਾਂਡਿਆਂ ਨੂੰ ਲੋਕ ਤੁਰ ਪਏ ਦੁਆਰਾ, ਮਿੱਟੀ ਦੇ ਭਾਂਡਿਆਂ ਦੇ ਵਿੱਚ ਖਾਣਾ ਬਣਾਉਣ ਲੱਗ ਗਏ। ਇਹ ਵੀ ਕੰਮ ਹੋਣੇ ਵਾਲਾ। ਅੱਜ ਦੀ ਬੂਟਾ ਸਿੰਘ ਸ਼ਾਹ ਹੋਣਾ ਦੀ ਕਹਾਣੀ ਆ ਗੁਲਾਮ। ਜਿੰਨਾ ਜੋ ਮਰਜ਼ੀ ਲਾ ਲੈ, ਮੈਂ ਤੇਰਾ ਗੁਲਾਮ ਨਹੀਂ ਬਣਦਾ। ਧਰਮੂ ਅੱਜ ਸਵੇਰੇ ਪਤਨੀ ਨਾਲ, ਘਰ ਵਾਲੀ ਨਾਲ ਲੜਿਆ ਪਿਆ ਸੀ। ਚਿੱਬੀਆਂ ਜਾਬਾਂ ਉੱਪਰ ਲਟਕਦਾ ਲਾਟੂ ਜਿਹੜਾ ਮੌਕਾ ਗੁੱਸੇ ਨਾਲ ਫੁੱਟਬਾਲ ਵਾਂਗੂ ਵੜ ਕੇ, ਮੈਂ ਡਾਕਟਰ ਵਰਗਾ ਨਹੀਂ ਜਿਹੜਾ ਸੀਮੀ ਦੀ ਝਾਕਰੀ ਕਰੂ। ਮੈਂ ਮਰਦ ਤੈਨੂੰ ਮੈਂ ਹੁਣ ਦੱਸਦੀ ਗੱਲ ਆ। ਜੇ ਕਹੇਗੀ ਤੇਰੀ ਗੁਲਾਮੀ ਮੈਂ ਨਹੀਂ ਕਰਦਾ, ਸੁਣ ਲਾ ਮੇਰੀ ਗੱਲ। ਪੂਰਾ 4.5 ਫੁੱਟ ਉੱਚਾ ਧਰਮੂ ਪਿਚਕੀ ਜੀ ਛਾਤੀ ਨੂੰ ਥਾਪੜ ਰਿਹਾ ਸੀ। ਮੁਕਾਬਲਾ ਕਰਨ ਲਈ ਉਹ ਪੂਰਾ ਤਿਆਰ ਸੀ। ਪਤਨੀ ਵੱਲ ਵੇਖ ਕੇ ਸੁੱਕੇ ਜਿਹੇ ਪੱਟਾਂ ਤੇ ਥਾਪੀ ਮਾਰੀ, ਜ਼ੋਰ ਨਾਲ ਥਾਪੀ ਵੱਜੀ। ਸੁੱਕੀ ਵਿੰਗੀ ਲੱਕੜੀ ਵਰਗੇ ਮੋਰਨੀ ਵਾਲੇ ਪੱਟ ਲਿਫ ਗਏ। ਸੱਪ ਵਰਗੀਆਂ ਬਰੀਕ ਕੱਚੀਆਂ ਚੁੱਚੀਆਂ ਅੱਖਾਂ 'ਚ ਤੱਤੀ ਗਧ ਵਗਣ ਲੱਗੀ। ਕੰਨਾਂ ਤੱਕ ਖੁੱਲੀਆਂ ਬਰਾਸ਼ਾਂ 'ਚ ਝੱਗ ਡਿੱਗੇ। ਸੁੰਨੀਆਂ ਜਾਬਾਂ ਉੱਪਰ ਡੱਡੂ ਜਿਹਾ ਨੱਕ ਗਰਮੀ ਦੇ ਮੁੜਕਿਆਂ ਦੇ ਕਿਣਕਿਆਂ ਨਾਲ ਬਦਸੂਰਤ ਹੋ ਗਿਆ। ਗੁੱਸੇ ਨਾਲ ਕੰਬਦਾ ਧਰਮੂ ਪੱਬਾਂ ਭਾਰ ਕੇ ਸਧਾਰਨ ਬੰਦੇ ਜਿੰਨਾ ਉੱਚਾ ਹੋ ਰਿਹਾ ਸੀ।
ਕਿਉਂ ਲੱਗਦਾ ਜੀ ਧਰਮੂ ਹੁਣ ਪਤਨੀ ਨੂੰ ਗਲ ਫੜ ਕੇ ਗਾਟਾ ਪਾਂਦੋ ਹੈ ਮੇਰੇ ਪਿਓ ਦਾ ਛੱਡੂ ਕਜਾਤ ਆਖੀਏ ਕਿਸ ਨੂੰ ਹੱਥ ਕਿਹਨੂੰ ਪਾਲਾ ਹੱਥ ਅੱਗੋਂ ਚੱਪਣ ਵਰਗਿਆ ਨਾਸ਼ਾ ਡੱਡ ਪਾਉਂਦਾ ਕੌੜਾ ਪਾਉਣਾ ਜਾਣਾ ਹੋਵੇ। ਰੋੜੀ ਘਰ ਵਾਲੀ ਉਹਦੀ ਰੋਂਦੀ, ਉਹ ਵੀ ਮੂਹਰੇ ਬੋਲ, ਉਹਦੀਆਂ ਵੀ ਅੱਖਾਂ ਬਾਰ-ਬਾਰ ਪੂੰਝਦੀ ਤੇ ਅੱਖਾਂ ਚੋਂ ਗੰਦਾ ਪਾਣੀ ਨਿਕਲ ਗਿਆ, ਗਾਲਾਂ ਕੱਢਦੀ, ਕੁਹਾੜੇ ਵਰਗੇ ਤਿੱਖੇ ਜਿਹੜੇ ਦੰਦ ਬਾਹਰ ਨੂੰ ਕੱਢੇ। ਭੈੜੇ ਬੁੱਲਾਂ ਵਾਲੀ ਅੰਨੀ ਕਦੇ ਬਸਾੜ ਵੇਖਿਆ ਸ਼ੀਸ਼ੇ 'ਚ? ਬੁੱਲ ਤੇਰੇ ਟੇਲੇ ਦੇ ਬੋਤੀ ਦੇ ਬੁੱਲਾਂ ਵਰਗੇ ਆ, ਗੱਲਾਂ ਮੇਰੇ ਨਾਲ ਕਰਦੀ ਆ। ਧਰਮੂ ਫੇਰ ਬੁੜਕਿਆ, ਮੇਰੇ ਪਿਓ ਦਾ ਪੜੋਈਆ ਹੁਣ ਜੰਮੇ ਕਿਉਂ ਸੀ? ਚੱਕਦਾ ਸੀ ਪਤੰਦਰਾਂ ਨੂੰ, ਰੋਂਦੀ ਗੁੱਸੇ 'ਚ ਸੀ ਨਹੀਂ ਹੱਥਾਂ 'ਚ ਉਹਦਾ ਸਾਲ ਦਾ ਜਵਾਕ ਮਸਾਂ ਸੇਰਕਦਾ, ਹੱਡੀਆਂ ਦੇ ਪਿੰਜਰ ਬੱਚੇ ਦੀ ਸ਼ਕਲ ਬਿਲਕੁਲ ਧਰਮੂ, ਬਿਲਕੁਲ ਉਹਦੇ ਵਰਗਾ ਮੋਟਾ ਨੱਕ ਮੂੰਹ ਤੇ ਫੈਲਿਆ, ਅਮਰੇਲ ਵਰਗਾ ਸਾਰਾ ਮੂੰਹ ਲਕੋਇਆ ਪਿਆ, ਅੱਖਾਂ ਪੱਕੀ ਕੰਧ ਤਰੇੜ ਵਰਗੀਆਂ ਨਿੱਕੀਆਂ, ਮੂੰਹ ਕੰਨਾਂ ਤੱਕ ਪਾਟਾ, ਸਰੀਰ ਦੇ ਅੰਗ ਜਿਵੇਂ ਜਮੇ ਰਹੇ ਖੂਹ 'ਚ ਬੁੜੇ ਹੋਣ। ਉਹਨੂੰ ਰੋਂਦੀ ਨੂੰ ਦਮ ਚੜਿਆ ਪਿਆ ਸੀ। ਰੋਂਦੀ ਨੇ ਧਰਮੂ ਤੇ ਬੱਚਾ ਲਿਆ ਕੇ ਸਿੱਟਤਾ। ਇੱਕ ਜਾਥੇ ਮੈਂ ਜੰਮੇ ਸੀ, ਧਰਮੂ ਮੁਕਰਿਆ ਖੜਾ ਸੀ ਤੇ ਹੋਰ ਮੇਰੇ ਮੂੰਹੋਂ ਸੁਣਦਾ ਤੇਰੇ ਹੋਰ ਸੁਣਦਾ ਮੇਰੇ ਤੋਂ ਪਿਓ ਨੇ ਬਣਾਏ ਸੀ ਤੇਰੇ। ਰੋਂਦੀ ਲੂਹੀ ਲਾਖੀ ਹੋਈ ਖੜੇ ਸੀ, ਉਹਦੇ ਮੋਠੇ ਰੀਠੇ ਆਣਗੇ, ਕਾਲੇ ਬੁੱਲ ਕੰਬਦੇ। ਬੜਾ ਰੱਖ ਕਜਾਤ ਨੂੰ, ਇੱਧਰੋਂ ਬਲੂੰਗੜੇ ਜਿਹੀ ਚੱਕੀ ਆਉਂਦੀ ਆ। ਧਰਮੂ ਮੋਢਾ ਮਾਰ ਕੇ, ਮੈਂ ਆਦੀ ਆ ਤੈਨੂੰ ਹੋ ਕੀ ਗਿਆ? ਮੇਰੇ ਭਤੀਜੇ ਨੂੰ ਰੋਜ਼ ਚੱਕਦਾ ਅੱਜ ਸਾਨ ਬਣਿਆ ਖੜਾ, ਤੇਰਾ ਹੈਡਮਾਸਟਰ ਨਹੀਂ ਚੱਕਦਾ। ਧਰਮੂ ਜਵਾਕ ਚੱਕਣ ਦਾ ਸ਼ੌਕੀਨ ਸੀ, ਅੱਜ ਕਿਉਂ ਵਿਗੜ ਗਿਆ? ਬੱਚਿਆਂ ਦਾ ਮੋਹ ਬਹੁਤ ਕਰਦਾ। ਧਰਮੂ ਦੇ ਬੜਾ ਮੁੰਡਾ ਰੋੜੂ ਜਦ ਜੰਮਿਆ ਉਹਨੂੰ ਚੱਕੀ ਫਿਰਦਾ ਹਰ ਵਕਤ। ਮੈਂ ਧਰਮੂ ਦਾ ਮੁੰਡਾ ਨੂੰ ਪਸੰਦ ਬਹੁਤ ਕਰਦਾ। ਮੁੰਡੇ ਦੀ ਇੱਕ ਅੱਖ ਜਮਾਂਦਰੂ ਖੁੱਤ ਸੀ, ਮੂੰਹ ਚਿੱਬਾ ਸੀ, ਲੱਤਾਂ ਮਾਰੀਆਂ ਸੀ, ਪਰ ਹਰ ਵਾਰ ਮੋਢੇ ਚੜਾਈਦਾ। ਤਕਰੀਬਨ ਉਸੇ ਮਹੀਨੇ ਧਰਮੂ ਦੇ ਹੈਡਮਾਸਟਰ ਨੂੰ, ਜਿਸ ਨੂੰ ਆਮ ਤੌਰ ਤੇ ਡਾਕਟਰ ਕਹਿੰਦਾ, ਉਹਦੇ ਘਰੇ ਲੜਕੀ ਹੋਈ। ਲੜਕੀ ਆਪਣੀ ਮਾਂ ਤੇ ਮੋਟੀਆਂ ਅੱਖਾਂ, ਲੰਮੀਆਂ ਸਹੇਲੀਆਂ, ਤਿੱਖਾ ਨੱਕ, ਤਿੱਖਾ ਤੇ ਸੁੰਦਰ ਗੋਲ ਮੂੰਹ, ਚਿੱਟਾ ਰੰਗ। ਕੁੜੀ ਦੀ ਮਾਂ ਬਹੁਤ ਲੰਮੀ ਤੇ ਸਰੀਰਕ ਤੌਰ ਤੇ ਤਕੜੀ ਸੀ, ਜਿਹਦੇ ਕਰਕੇ ਸ਼ਾਇਦ ਕੁੜੀ ਦਿਨਾਂ 'ਚ ਲਗਰਮ ਹੋ ਰਹੀ ਸੀ। ਧਰਮੂ ਨੂੰ ਜਿਹੜਾ ਧਰਮੂ ਦਾ ਰੋੜੂ ਸੀ ਉਹਨੂੰ ਬਹੁਤ ਸੋਹਣਾ ਲੱਗਦਾ। ਜੇਕਰ ਧਰਮੂ ਡਾਕਟਰ ਦੀ ਕੁੜੀ ਨੂੰ ਚੱਕੀ ਫਿਰਦੇ ਦਾ ਉਹ ਬੜਾ ਹੈਰਾਨ ਹੁੰਦਾ, ਬੜਾ ਜੀਦਾ। ਡਾਕਟਰ ਇੱਕ ਅਫਸਰ ਹੋ ਕੇ ਵੀ ਕੁੜੀ ਨੂੰ ਚੱਕੀ ਫਿਰਦਾ। ਕਈ ਵਾਰ ਧਰਮੂ ਦੇਖਦਾ ਕੁੜੀ ਕਿਸੇ ਗੱਲ ਦੀ ਰਿਹਾੜ ਕਰਦੀ ਤਾਂ ਧਰਮ ਨੂੰ ਪਰਾਂ ਬੈਠੇ ਨੂੰ ਗੁੱਸਾ ਆਉਂਦਾ, ਆਪਣੀ ਛੱਤ ਜਾਂ ਛੰਨ 'ਚ ਬੈਠਾ ਹੁੰਦਾ। ਇਹਦੇ ਖਵਾੜੀ, ਇਹਦੇ ਕੰਨ ਹੇਠ ਮਾਰ, ਇਹਦੇ ਲਪੜਾ ਸਿੱਟ ਇੱਕ ਕਿ ਮੈਂ ਝੰਬਲਾਈ ਹੈ। ਧਰਮੂ ਆਪਣੇ ਰੋੜੂ ਨੂੰ ਚੁੱਪ ਕੇ ਕਹਿੰਦਾ। ਰੋੜੂ ਮਗਰ ਧਰਮੂ ਦੇ ਘਰੇ ਕਿਰਲੂ ਜੰਮਿਆ। 1 ਸਾਲ ਰੋੜੂ ਨੂੰ ਖੜਾ ਕੇ ਧਰਮੂ ਦਾ ਮਨ ਅੱਕ ਗਿਆ ਤੇ ਕਿਰਲੂ ਦੀ ਸ਼ਕਲ ਨੂੰ ਤਾਂ ਰੋਂਦੀ ਦੇਖ ਕੇ ਕਹਿੰਦੀ, ਨਕਸ਼ ਤੇਰੇ ਤੇ ਦੇ, ਰੋੜੂ ਵੀ ਮੇਰੇ ਤੇ ਹੀ ਹੈ। ਰੋਂਦੀ ਨੇ। ਧਰਮੂ ਨੇ ਹੱਸ ਕੇ ਕਿਹਾ, ਇਹ ਕਿਹੜਾ ਮਾੜੀ ਗੱਲ ਹੈ, ਵੇਖਾਂ ਕਿਵੇਂ ਸ਼ੇਰ ਦਾ ਬੱਚਾ ਬਣੂ। ਧਰਮੂ ਨੂੰ ਆਪਣੇ ਬਾਜ ਤੇ ਪੂਰਾ ਯਕੀਨ ਸੀ। ਮੇਰੇ ਨਾਲ ਵੱਡਾ ਕੱਢ ਕਰੂ, ਦੇਖੀ ਸਹੀ ਤੂੰ। ਧਰਮੂ ਦੇ 2 ਪੁੱਤ ਹੋਣ ਦਾ ਬਾਪ ਹੋ ਕੇ ਚੌੜਾ ਹੋ ਤੋਂ ਧਰਮੂ ਨੂੰ ਪੂਰਾ ਭਰੋਸਾ ਸੀ ਡਾਕਟਰ ਦੀ ਪਤਨੀ ਦੇ ਜਵਾਕ ਹੋਣ ਵਾਲਾ, ਕਿਉਂਕਿ ਪਹਿਲੇ ਜਵਾਕ ਇਕੱਠੇ ਹੋਏ ਨੇ, ਹੁਣ ਇਹਦੇ ਵੀ ਹੋਣਾ ਚਾਹੀਦਾ ਜਾਂ ਸਾਡੇ ਦੂਜਾ ਹੋ ਗਿਆ। ਧਰਮੂ ਇੱਕ ਦਿਨ ਡਾਕਟਰ ਦੀ ਕੋਠੀ 'ਚ ਬੈਠਾ ਆਪਣੇ ਕਿਰਲੂ ਦੀਆਂ ਲੱਤਾਂ ਦੀ ਮਾਲਿਸ਼ ਕਰਦਾ ਹੀ। ਕਿਰਲੂ ਦੀਆਂ ਲੱਤਾਂ ਥੋੜ੍ਹੀਆਂ ਜਿਹੀਆਂ ਮਾੜੀਆਂ ਸੀ ਤੇ ਕਿਰਲੂ 8 ਮਹੀਨੇ ਦਾ ਹੋ ਗਿਆ। ਡਾਕਟਰ ਦੀ ਘਰ ਵਾਲੀ ਠੀਕ ਠਾਕ ਸੀ, ਪਰ ਜਵਾਕ ਕਿਉਂ ਨਹੀਂ ਹੋਇਆ? ਧਰਮੂ ਨੇ ਡਾਕਟਰ ਦੀ ਕੁੜੀ ਨੂੰ ਵੀ ਅੱਜ ਵੇਖਿਆ, ਬੜੀ ਹੋ ਰਹੀ ਸੀ, ਜਵਾਨ ਤਕੜੀ ਹੋ ਰਹੀ ਸੀ। ਧਰਮੂ ਦੇਖਦਾ ਕਿ ਡਾਕਟਰ ਦੇ ਘਰ ਆਉਣ ਵਾਲੇ ਜਿੰਨੇ ਵੀ ਬੜੇ ਸਾਹਬ ਸੀ ਕੁੜੀ ਨੂੰ ਪਿਆਰ ਕਰਦੇ, ਸੰਗੀਤਾ ਕਹਿ ਕੇ ਚੱਕਦੇ। ਧਰਮੂ ਦੀ ਪਤਨੀ ਦੇ ਮਾਂ ਬਣ 'ਚ 3 ਮਹੀਨੇ ਰਹਿੰਦੇ। ਧਰਮੂ ਨੂੰ ਫਿਕਰ ਪਈ, ਮੇਰੇ ਤੀਜਾ ਜਵਾਕ ਹੋ ਗਿਆ, ਇਹ ਹੋਇਆ ਕੁੜੀ ਦੇ ਹਾਣ ਦਾ, ਡਾਕਟਰ ਦੇ ਜਵਾਕ ਕਿਉਂ ਨਹੀਂ ਹੁੰਦਾ? ਧਰਮੂ ਦੇ ਘਰੇ ਮੁੰਡਾ ਤੀਜਾ ਫੇਰ ਹੋ ਗਿਆ। ਧਰਮੂ ਉਹਨੂੰ ਵੇਖਣਾ ਚਾਹੁੰਦਾ ਸੀ, ਡਾਕਟਰ ਦੇ ਘਰੇ ਮੁਕਾਬਲੇ 'ਚ ਭਲਾ ਕੀ ਹੋਇਆ। ਜਾਂ ਡਾਕਟਰ ਦੇ ਅੰਦਰ ਘਰ ਵਾਲੀ ਨਾ ਦੇਖੀ ਤਾਂ ਗੇੜੇ ਕਰਦਾ ਰਸੋਈਏ ਦੇ ਕੋਲ ਜਾ ਕੇ ਹੌਲੀ ਦੇਖੇ ਧਰਮੂ ਕਹਿੰਦਾ, ਡਾਕਟਰ ਸਾਹਿਬ ਦੇ ਘਰੇ ਕੋਈ ਨਿਆਣਾ ਨਿੱਕਾ ਹੋਣ ਵਾਲਾ? ਨਹੀਂ। ਰਸੋਈਆ ਕਹਿੰਦਾ ਨਹੀਂ। ਧਰਮੂ ਕਹਿੰਦਾ ਹਾਂ ਨਹੀਂ। ਧਰਮੂ ਨੂੰ ਯਕੀਨ ਹੋ ਗਿਆ, ਲੈ ਹੁਣ ਨਹੀਂ ਹੁੰਦਾ ਇਹਦੇ ਜਵਾਕ। ਕੱਲੀ ਕੁੜੀ ਨਾਲ ਕੀ ਹੈ? ਧਰਮੂ ਨੂੰ ਡਾਕਟਰ ਤੇ ਬਹੁਤ ਤਰਸ ਵੀ ਆਇਆ, ਕਹਿੰਦਾ ਬਦਕਿਸਮਤ ਹੈ। ਧਰਮੂ ਨੂੰ ਡਾਕਟਰ ਤੇ ਤਰਸ ਵੀ ਆਇਆ ਵੀ ਏਡਾ ਜਵਾਨ 6 ਫੁੱਟ ਦਾ, ਚਿਹਰਾ ਸ਼ੇਰ ਵਰਗਾ ਹੈ, ਸਰੀਰ ਤੋਂ ਭਰਵਾਨ, ਪਰ ਜਵਾਕ ਨਹੀਂ ਹੋਇਆ ਮੁੜ ਕੇ। ਇੱਧਰ ਮੇਰੇ ਤੀਜਾ ਜਵਾਕ ਹੋ ਗਿਆ, ਉਹ ਤੂੰ ਕੀ ਹੈ? ਉਹਦੇ ਮਨ 'ਚ ਫੇਰ ਧਰਮੂ ਨੇ ਕਿਹਾ। ਧਰਮੂ ਨੇ ਤੀਜਾ ਲੜਕਾ ਫੇਰ ਧਰਮੂ ਤੇ
ਧਰਮੂ ਨੇ ਉਹਨਾਂ ਨੂੰ ਜੁੱਲੀ ਰੱਖਤਾ, ਹਰ ਵਕਤ ਉਹ ਸੌਂਦਾ ਰਹਿੰਦਾ, ਉਹਨਾਂ ਨੂੰ ਜੁੱਲੀ ਉਹ ਰੱਖਤਾ। ਧਰਮ ਨੂੰ ਡਾਕਟਰ ਦਾ ਫਿਕਰ ਲੱਗ ਗਿਆ ਕਿ ਜਵਾਕ ਕਿਉਂ ਨਹੀਂ ਹੁੰਦਾ ਯਾਰ ਇਹਨਾਂ ਦੇ, ਹਰ ਸਾਲ ਸਾਡੇ ਹੁੰਦਾ। ਧਰਮੂ ਨੇ ਡਾਕਟਰ ਦੀ ਕੁੜੀ ਸੁੰਦਰ ਲੱਗਣ ਤੇ ਵੀ ਸੁੰਦਰ ਨੇ, ਇਕੱਲੀ ਕਾਟੋ ਜੀ ਦਾ ਕੀ ਕਰੇਗਾ, ਲੜਕਾ ਕਿ ਇੱਕ ਨਹੀਂ, ਖਬਰੇ ਕਿਹੋ ਜਿਹੇ ਭੈੜੇ ਕੰਮ ਕੀਤੇ ਨੇ, ਗਾਹਾਂ ਟੱਬਰ ਟੀਹਰ ਨਹੀਂ, ਹੁਣ ਗਾਹਾਂ ਇਹ ਕੁੜੀ ਬੜੀ ਹੋ ਜੂ, ਵਿਆਹੀ ਜਾਊ, ਡਾਕਟਰ ਦਾ ਕੀ ਹੈ। ਧਰਮ ਨੂੰ ਡਾਕਟਰ ਦੀ ਕੋਠੀ ਨਰਕਦੇ, ਜਿਹੜੇ ਘਰ 'ਚ 4-5 ਜਵਾਕ ਨਾ ਹੋਣ ਯਾਰ ਉਹ ਕੋਈ ਘਰ ਹੈ। ਧਰਮ ਨੂੰ ਆਪਣੀ ਝੁੱਗੀ 'ਚ ਹਰ ਸਮੇਂ ਬੱਚਿਆਂ ਦਾ ਚੀਕ ਚਿਹਾੜਾ ਵਧੀਆ ਲੱਗਦਾ, ਇੱਕ ਖੱਬੇ ਮੋਢੇ ਦੂਜਾ ਸੱਜੇ ਤੀਜਾ ਬਾਂਗ ਨਾਲ ਚਿਮਟ ਜਾਂਦਾ। ਧਰਮ ਦੇ ਮਨ ਨੂੰ ਸ਼ਾਂਤੀ। ਐਤਕੀ ਚੌਥੀ ਕੁੜੀ ਹੋ ਗਈ। ਧਰਮੂ ਖੁਸ਼ ਸੀ, ਰੋਦੀ ਵੀ ਖੁਸ਼ ਸੀ। ਧਰਮ ਨੂੰ ਥੋੜਾ ਗੱਲ ਤੇ ਦੁਖੀ ਹੋਈ, ਕੁੜੀ ਦੀ ਸ਼ਕਲ ਰੋਦੀ ਵਰਗੀ ਹੈ, ਮੇਰੇ ਵਰਗੀ ਕੀ ਆ ਟਾਂਡਾ ਜੀ ਕੁੜੀ, ਉਹਦੀ ਸੁੱਬੀ ਜਿਹੀ ਤੇਰੇ ਵਰਗੀ ਹੈ। ਕੁੜੀਆਂ ਮਾਵਾਂ ਤੇ ਹੁੰਦੀਆਂ ਨੇ, ਤੂੰ ਐ ਨਾ ਬਾਹਲਾ ਫਿਕਰ ਕਰਿਆ ਕਰ, ਤੇਰੀ ਹੋਈ ਹੈ। ਧਰਮੂ ਹਰ ਵਕਤ ਗੁੱਸੇ ਰਹਿੰਦਾ। ਧਰਮੂ ਜਦ ਡਾਕਟਰ ਦੀ ਘਰ ਵਾਲੀ ਤਿਆਰ ਹੋ ਕੇ ਫਿਰਦੀ, ਕਿਵੇਂ ਹਾਰ ਸ਼ਿੰਗਾਰ ਕਰੀ ਫਿਰਦੀ ਹੈ, ਨਾ ਇਹਨੂੰ ਕੁਛ ਲੱਗੇ ਨਾ ਘਰੇ। ਧਰਮੂ ਇੱਕ ਦਿਨ ਡਾਕਟਰ ਦੀ ਪਤਨੀ ਨੂੰ ਦੇਖ ਕੇ ਪਤਲੇ ਸਰੀਰ ਨੂੰ ਸਾੜੀ ਨਾਲ ਸ਼ਿੰਗਾਰ, ਉਹ ਕੋਠੀ ਦੇ ਲਾਂਝ 'ਚ ਟਹਿ ਰਹੀ ਸੀ। ਉਹ ਮਟਕ ਨਾਲ ਤੁਰਦੀ, ਚਿਹਰਾ ਸੂਰਜ ਵਰਗਾ, ਲੰਮੀ ਗਰਦਨ, ਕਾਲੇ ਕੱਪੜਿਆਂ ਦੇ ਉੱਪਰ ਦੀ ਦਿਖ ਰਹੀ ਸੀ, ਲੰਮੀ ਤੇ ਸੁੰਦਰ ਗਰਦਨ ਦੁਆਲੇ ਪਤਲੇ ਲੌਕਟ, ਜੰਜੀਰੀ ਦੀ ਲੌਕਟ, ਉਹਦੀ ਜੰਜੀਰੀ ਦਾ ਲੌਕਟ ਕਿਤਨਾ ਕਿਤੇ ਝਲਕੋਰ ਮਾਰਦਾ। ਤੈਨੂੰ ਕੁਛ ਨਾ ਲੱਗਿਆ ਮਟਿਆਰੇ, ਬੇਰੀਆਂ ਨੂੰ ਬੇੜ ਲੱਗ ਗਏ। ਧਰਮੂ ਨੇ ਮਨ 'ਚ ਕਿਹਾ, ਕੀ ਆਕੜੀ ਫਿਰਦੀ ਐ, ਕਿੱਧਰ ਦੀ ਤੀਵੀਂ ਆ ਤੂੰ, ਇੱਧਰ ਵੇਖ, 4 ਜਵਾਕ ਜੰਮ ਤੇ ਰੋਂਦੀ ਨੇ। ਧਰਮੂ ਉਹਨੂੰ ਖੜ ਸੁੱਕ ਟਾਲੀ ਲੱਗਦੀ। ਆਥਣੇ ਧਰਮ ਨੂੰ ਰੋਦੀ ਦੀ ਹੋਰ ਵੀ ਗੱਲ ਚੰਗੀ, ਰੋਦੀ ਜਿਹੜੀ ਜਨਾਨੀ ਦਾ ਅਸਲੀ ਰੂਪ ਸੀ, ਅੱਜ ਉਹਨੂੰ ਐਂ ਵਧਾ ਲੱਗੇ ਇਹ ਕਿਹੜੀ ਕਹਾਣੀ ਆ, ਉਹਦੇ ਕੱਪੜੇ ਕੁੱਪੜੇ ਮੂਹਰੇ ਸਾਡੇ ਫਟੇ ਕੱਪੜੇ ਵਧੀਆ ਨੇ, ਜਵਾਕ ਜੰਮਦੀ ਆ ਸਾਲ। ਇੱਕ ਦਿਨ ਡਾਕਟਰ ਨੇ ਧਰਮ ਨੂੰ ਸੱਦਿਆ। ਧਰਮੂ ਉਹ ਤੈਨੂੰ ਕੀ ਹੋ ਗਿਆ ਵਿੱਚ ਓਏ? ਡਾਕਟਰ ਨੇ ਧਰਮ ਦੇ ਸਰੀਰ ਨੂੰ ਵੇਖਿਆ। ਧਰਮੂ ਕੱਪੜੇ ਲਾ ਕੇ ਕੋਠੀ ਦੇ ਲਾਣ ਨੂੰ ਠੀਕ ਕਰ ਰਿਹਾ ਸੀ। ਮਾਲੀ ਸੀ, ਉਹਦੇ ਪੱਟਾਂ ਤੇ ਲੱਤਾਂ ਦਾ ਕੋਈ ਫਰਕ ਨਹੀਂ ਸੀ, ਗੋਡੇ ਤੇ ਗਿੱਟੇ ਬੜੇ ਭੱਦੇ ਲੱਗਦੇ, ਇੱਕ ਗੋਲ ਤੇ ਹੱਡੀਆਂ ਗੰਢ ਲਾ ਕੇ ਜੋੜੀਆਂ ਲੱਗਦੀਆਂ, ਗਰਦਨ ਪਤਲੀ, ਉੱਪਰ ਵੱਡੇ ਕਾਲ ਵਾਲਾ ਜਾਬਾਂ ਵਾਲਾ ਮੂੰਹ ਇਉਂ ਲੱਗਦਾ ਜਿਵੇਂ ਸੋਟੀ ਤੇ ਕਾਲਾ ਕੁੱਜਾ ਟੰਗਿਆ। ਧਰਮ ਦਾ ਸਰੀਰ 10 ਸਾਲਾਂ ਦੇ ਮੁੰਡੇ ਤੋਂ ਵੱਧ ਵਧਿਆ ਫਲਿਆ ਨਜ਼ਰ ਨਹੀਂ ਸੀ ਆਉਂਦਾ। ਕਰੜੀ ਥਾਂ ਤੇ ਉਹ ਕਹੀ ਮਾਰਦਾ, ਕਹੀ ਅੱਧੀ ਇੰਚ ਤੱਕ ਨਾ ਖੁੰਹਦੀ। ਉਹ ਡਾਕਟਰ ਜੀ ਬੁੜੇ ਹੋ ਗਏ ਹੋਣਾ। ਉਹ ਬੁੜਾ ਹੋ ਗਿਆ ਤੂੰ? ਡਾਕਟਰ ਹੈਰਾਨ ਸੀ। ਧਰਮੂ ਡਾਕਟਰ ਤੋਂ ਤਕਰੀਬਨ 10 ਸਾਲ ਛੋਟਾ ਸੀ। ਡਾਕਟਰ ਨੇ ਹੀਰੇ ਵਕਤ ਦਗਦੇ ਚਿਹਰੇ ਉੱਪਰ ਬੁਢਾਪੇ ਦਾ ਇੱਕ ਚਿੰਨ੍ਹ ਨਹੀਂ ਸੀ। ਜਦ ਉਹਦੇ ਤੇ ਕਹੀ ਨਾਲ ਜ਼ਮੀਨ ਪੱਟਣਾ ਹੋਵੇ ਤਾਂ ਡਾਕਟਰ ਨੇ ਕੱਪੜੇ ਲਾਤੇ। ਡਾਕਟਰ ਦਾ ਸਰੀਰ ਵੇਖ ਕੇ ਧਰਮੂ ਹੈਰਾਨ, ਜਿਵੇਂ ਸੰਚੀ ਖੇਡਣ ਵਾਲਾ ਭਲਵਾਨ ਦੌੜਿਆ। ਪੱਟਾਂ ਤੇ ਮੱਛੀਆਂ ਪੈਂਦੀਆਂ, ਪੇਟ ਦੇ ਵਧਣ, ਭੋਰਾ ਵੀ ਨਹੀਂ ਸੀ ਕਿਤੇ ਵਧਿਆ। ਟੱਟੇ ਵਰਗੀ ਬੰਨ ਤੇ ਐਨ ਤਕੜਾ ਦੂਰੋਂ ਬੈਠਾ ਧਰਮੂ ਬੈਠਾ ਤੇ ਡਾਕਟਰ ਕਹੀ ਨਾਲ ਧਰਤੀ ਪੱਟੇ। ਇਹਦਾ ਕੀ ਫਾਇਦਾ, ਇਹਨਾਂ ਦਾ ਕੀ ਫਾਇਦਾ ਜਿਹੜੀਆਂ ਆਹ ਪਾ ਕੇ ਮੱਛੀਆਂ ਦਿਖਾਉਣਾ, ਤੇ ਇੱਥੋਂ ਮੁੰਡਾ ਤਾਂ ਬਣਦਾ ਨਹੀਂ ਓਏ, ਮਨ 'ਚ ਧਰਮੂ ਨੇ ਕਿਹਾ। ਉਹਨੇ ਡਾਕਟਰ ਦਾ ਸਰੀਰ ਰੱਦ ਕਰਤਾ। ਡਾਕਟਰ ਨੇ ਝੁੱਪੀ 'ਚ ਕਿੰਨਾ ਹੀ ਥਾਂ ਪੱਟਤਾ ਕਿ ਇਕੱਲਾ ਕੱਛੇ 'ਚ ਉਹਦਾ ਮੁੜਕੇ ਸਰੀਰ ਗੰਨੇ ਮੂੰਹ ਸਿੱਧਾ ਖੜਾ ਸੀ। ਸਰੀਰ ਦੇ ਵਿੱਚੋਂ ਗੰਧ ਵੀ ਜਿਹੜੀ ਨਿਕਲਦੀ, ਉਹਦੀ ਮਹਿਕ ਆਉਂਦੀ। ਉਹਦਾ ਸਰੀਰ ਦੇਖ ਕੇ ਧਰਮੂ, ਇਹਦਾ ਕੀ ਫਾਇਦਾ, ਇਹ ਮੇਰਾ ਕੀ ਮੁਕਾਬਲਾ ਕਰੂ? ਧਰਮੂ ਮਨ 'ਚ ਸੋਚਦਾ। ਧਰਮੂ ਰੋਦੀ ਨਾਲ ਗੱਲਾਂ ਕਰਕੇ ਘਰੇ ਵੀ ਆਇਆ, ਸਾਰਾ ਪੱਟ ਦਿਖਾਵੇ ਮੈਨੂੰ। ਮੈਂ ਕਿਹਾ ਤੇਰੇ ਪੱਟਾਂ ਨੂੰ ਕੀ ਕਰਨਾ, ਜਵਾਕ ਦਿੱਤੇ, ਇੱਕ ਕੁੜੀ ਤੋਂ ਬਾਅਦ ਕੋਈ ਜੰਮ ਨਹੀਂ ਹੋਇਆ, ਇੱਧਰ 4 ਲਾ ਤੇ। ਦੋਨੇ ਫੇਰ ਹੱਸ ਪਏ। ਰੋਦੀ ਕਹਿੰਦੀ ਤੂੰ ਤਕੜਾ ਹੈ, ਉਹਦੇ ਨਾਲੋਂ ਤਕੜਾ। ਹਲਕੀ ਨਵੰਬਰ ਦੀ ਠੰਡ, ਗੁਲਾਬੀ ਮਿੱਠੇ ਹਵਾ ਦੇ ਹਲਕੇ ਝੋਕੇ ਆਉਂਦੇ, ਸੂਰਜ ਲੁਕਦੇ ਸੂਰਜ ਦੇ ਗੁਲਾਲ ਦੇ ਬੱਦਲ ਉੱਡ ਰਹੇ ਸੀ। ਡਾਕਟਰ ਤੇ ਉਹਦੀ ਪਤਨੀ ਕੋਠੀ ਦੇ ਲਾਂਝ 'ਚ ਬੈਠੇ ਤੇ ਉਹ ਅੱਜ ਪੜ੍ਹਨੋਂ ਹਟ ਕੇ ਗੱਲਾਂ ਕਰਦੇ, ਇੱਕ ਦੂਜੇ ਵੱਲ ਬਹੁਤ ਵਧੀਆ ਝਾਕ ਰਹੇ। ਧਰਮੂ ਦੂਰ ਬੈਠਾ ਸ਼ਾਮ ਦੀ ਸੁਨਹਿਰੀ ਰੰਗ ਵੇਖ ਰਹੇ। ਡਾਕਟਰ ਦੀ ਕੁੜੀ ਬਾਹਰ ਸੜਕ ਤੇ ਖੇਡ ਰਹੀ ਸੀ। ਅਸਮਾਨ 'ਚ ਤੋਤੇ ਇੱਕ ਦੂਜੇ ਦੇ ਚੁੰਝਾਂ ਮਾਰਦੇ ਆਲੜਿਆਂ ਨੂੰ ਮੁੜੇ ਜਾਂਦੇ। ਹਵਾ 'ਚ ਹਲਕਾ ਸੰਗੀਤਕ ਮਿੱਠੀਆਂ ਸੁਰਾਂ ਮਿਲੀਆਂ ਸੀ। ਡਾਕਟਰ ਉਹਦੀ ਪਤਨੀ ਲਾਂਝ 'ਚ ਬੈਠੇ ਕਿੰਨਾ ਚਿਰ ਗੱਲਾਂ ਕਰਦੇ ਰਹੇ। ਪਤਨੀ ਨੇ ਉੱਠ ਕੇ ਅੰਗੜਾਈ ਜੀ ਲਈ। ਡਾਕਟਰ ਨੇ ਝਾਕ ਕੇ ਬੜਾ ਕਸੂਤਾ ਜਿਹਾ ਝਾਕਿਆ, ਅੰਦਰ ਚਲੇ ਗਏ। ਤੇ ਅੱਜ ਧਰਮੂ ਪਤਾ ਨਹੀਂ 4 ਘੁੱਟਾਂ ਪੀ ਕੇ ਪਤਾ ਨਹੀਂ ਕਿੱਥੋਂ ਆਇਆ, ਮਸਤ ਉਹਨਾਂ ਨੂੰ ਤੁਰੇ ਅੰਦਰ ਕੋਠੀ 'ਚ ਵੜਦੇ ਬਾਹਰ ਨਿਕਲਿਆ, ਜਾ ਕੇ ਘੁੱਟ ਪੀ ਕੇ ਆਇਆ ਤਾਂ ਆ ਕੇ ਕਹਿੰਦਾ ਠੇਡੇ ਖਾਂਦਾ ਆਇਆ, ਓਏ ਆ ਲੋੜੂ, ਓਏ ਓ ਲੋੜੂ, ਓਏ ਆ ਮੱਲਾ ਤੂੰ ਆਪਣੇ ਪਾਪਾ ਜੀ
ਸਤਿ ਸ਼੍ਰੀ ਅਕਾਲ ਨਹੀਂ ਬੁਲਾਈ ਓਏ। ਓ ਕਿਰਲਾ ਵੱਲਾ ਉਰੇ ਓਏ ਮੇਰੇ ਲਾਲ। ਓ ਹੀਰਿਆ ਜੁੱਲੀ ਓਏ ਆ ਉਰੇ ਮੇਰਾ ਸ਼ੇਰ ਬੜਾ ਹੋ ਗਿਆ। ਕੀ ਬੜਾ ਜੁੱਲੀ? ਉਹ ਥਾਣੇ ਦਾ ਬਣਾਉਣਾ ਲਿਆ ਧੋਣੀ ਧੀ ਵੀ ਆ ਸਿਆਣੀ ਐ। ਜਵਾਕ ਆ ਕੇ ਚਿੰਬੜ ਗਏ ਸਾਰੇ। ਰੋਂਦੀ ਨੇ ਨੇੜੇ ਹੋ ਕੇ ਦੇਖਿਆ, ਰੋਦੀ ਨੂੰ ਦਾਰੂ ਦੀ ਬੋ ਆਈ ਥੋੜੀ ਜਿਹੀ। ਰੋਦੀ ਨੂੰ ਵੀ ਉਹਦੇ ਨਾਸਾਂ ਨੂੰ ਚੰਗੀ ਲੱਗੀ। ਆਹ ਜੁੱਲੀ ਕੋੜਾ ਚੂਹਾ ਜਿਹਾ ਰਹਿੰਦਾ ਜਾਂਦਾ। ਰੋਦੀ ਦੇ ਨੇੜੇ ਹੋ ਕੇ ਉਹਨੇ ਕਿਹਾ, ਧਰਮ ਦੇ ਮੂੰਹ ਚੋਂ ਸ਼ਰਾਬ ਵਾਲੀ ਸੁਗੰਧ ਤੇ ਬੂ ਇਕੱਠੀ ਹੈ ਤੇ ਵੇਖੀ ਇਹੋ ਜਿਹਾ ਕੜੀ ਵਰਗਾ ਜਵਾਨ ਬਣਦਾ ਮੇਰਾ ਸ਼ੇਰ ਆ ਸ਼ੇਰ। ਧਰਮ ਨੇ ਪੱਟ ਤੇ ਥਾਪੀ ਮਾਰੀ, ਇਉਂ ਲੱਗੀ ਜਿਵੇਂ ਮੋਗਰੀ ਫਰਸ਼ ਤੇ ਡਿੱਗੀ ਹੋਵੇ। ਰੋਦੀ ਧਰਮੂ ਵੱਲ ਰੋਟੀਆਂ ਖਾਂਦੇ ਵੇਖਦੀ। ਅੱਜ ਉਹਨੂੰ ਧਰਮੂ ਵਧੀਆ ਲੱਗਦਾ। ਅੱਜ ਧਰਮ ਨੇ ਡਾਕਟਰ ਦੇ ਘਰ ਵਾਲੀ ਦੂਜੇ ਦਿਨ ਦੇਖਿਆ ਸਵੇਰੇ। ਡਾਕਟਰ ਦੇ ਕਈ ਚਿਰਾਂ ਬਾਅਦ ਵੇਖਿਆ ਤਾਂ ਡਾਕਟਰ ਦੇ ਘਰ ਵਾਲੀ ਉਲਟੀ ਕਰਦੀ ਵੇਖੀ। ਉਹਦੇ ਮਨ 'ਚ ਗੰਢ ਪੈ ਗਈ। ਮੈਂ ਘਰੇ ਉਹਨੇ ਗੱਲ ਤੋਰੀ, ਲੈ ਮੈਂ ਗੱਲ ਦੀ ਸ਼ਰਤ ਲਾਉਣਾ। ਧਰਮੂ ਕਹਿੰਦਾ, ਸੋਦੀ ਕਾਹਦੀ ਸ਼ਰਤ ਲਾਉਣਾ? ਜੇ ਡਾਕਟਰ ਦਾ ਜਵਾਕ ਹੋਵੇ। ਡਾਕਟਰ ਪਹਿਲਾਂ ਕਿੱਥੇ ਗਿਆ ਸੀ? 5 ਸਾਲ ਲੰਘ ਗਏ, ਪਹਿਲਾਂ ਨਾ ਜੰਮ ਗਏ ਅਸੀਂ 5 ਜੰਮ ਤੇ। ਸਾਰਾ ਦਿਨ ਬਾਹਰ ਤੁਰੀ ਫਿਰਦੀ ਐ, ਇਹਦਾ ਕੀ ਪਤਾ? ਮੈਂ ਨਾ ਡਾਕਟਰ ਨੂੰ ਉਹ ਗਿਣਦੀ ਐ। ਡਾਕਟਰ ਉਹਦੇ ਅੱਗੇ ਸਾਹ ਨਹੀਂ ਕੱਢਦਾ। ਡਾਕਟਰ ਦੇ ਉਹ ਸੀਰਵੇਂ ਪਏ। ਡਾਕਟਰ ਕੋਈ ਬੰਦਾ ਹੈ ਟੀਵੀ ਤੇ ਬੰਦੇ ਦੇ ਰੋਹ ਪਾ ਜਾਏ। ਬੰਦਾ ਟੀਵੀ ਦੇ ਵਲ ਕੱਢ ਕੇ ਰੱਖੇ ਜਿਵੇਂ ਮੈਂ ਤੇਰੇ ਕੱਢਦਾ ਹਾਂ। ਰੋਦੀ ਵੱਲ ਧਰਮੂ ਆਖਿਆ, ਟੀਵੀ ਦਾ ਬੰਦੇ ਦੀ ਆਗਿਆ 'ਚ ਰਹਿਣਾ ਧਰਮ ਹੈ। ਰੋਦੀ ਧਰਮੂ ਦੀ ਹਾਂ 'ਚ ਹਾਂ। ਤੇਰੇ ਵੱਡੇ ਡਾਕਟਰ ਦੀ ਧਰਮ ਡਾਕਟਰ ਦੀ ਹਾਲਤ ਬਹੁਤ ਔਖਾ ਹੈ। ਧਰਮੂ ਨੂੰ ਨਤੀਜੇ ਦਾ ਉਡੀਕ ਭਰੋਸਾ ਸੀ। ਡਾਕਟਰ ਦੀ ਪਤਨੀ ਵਾਂਗ ਪਹਿਲਾਂ ਜਿਵੇਂ ਮੰਗਿਆ, ਹੁਣ ਫਿਰ ਕੁੜੀ ਹੋਰ ਜੰਮੂ। ਇੱਧਰ ਹੋਰ ਰੋਦੀ ਦੇ ਸ਼ੇਰ ਜੰਮੂ। ਦਿਨ ਪੂਰੇ ਡਾਕਟਰ ਦੀ ਪਤਨੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ, ਖੁਸ਼ੀਆਂ। ਪੂਰੇ 15 ਦਿਨ ਬਾਅਦ ਰੋਦੀ ਨੇ 2 ਲੜਕਿਆਂ ਨੂੰ ਜਨਮ ਦਿੱਤਾ। ਡਾਕਟਰ ਨੇ ਕੀ ਰੋਦੀ ਦਾ ਮੁਕਾਬਲਾ ਕਰ ਲੂ? ਧਰਤੀ ਤੇ ਧਰਮੂ ਛਾਲਾਂ ਮਾਰੇ, ਗੱਪਾਂ ਮਾਰਦੇ ਆ ਵੀ ਡਾਕਟਰੀ ਦਾ ਜਵਾਕ 7 ਸ਼ੇਰ ਦਾ। ਧਰਮੂ ਨੇ ਜਿਹੜੇ 2 ਜੋੜੇ ਸੀ ਉਹ ਬਸਾਰ ਗਏ ਸੀ। ਰੰਗ ਸਾਫ ਸੀ। ਜਵਾਕ ਐਂ ਲੱਗਦੇ ਅੱਧੇ ਹੀ ਨੇ, ਨਾ ਲੱਤ ਦਿਖਣ ਨਾ ਪੈਰ ਦਿਖਣ, ਜਿਵੇਂ ਭੋਰਾ ਕੋਈ ਗੋੜਾ ਰੂਹ ਦਾ ਪਿਆ। ਰਹਿਣ ਲੱਗ ਗਏ ਸ਼ਕਲਾਂ 'ਚ। ਧਰਮੂ ਦੀ ਸ਼ਕਲ ਡਿੱਲਣ ਲੱਗ ਗਈ। ਡਾਕਟਰ ਦਾ ਲੜਕਾ 5 ਸਾਲ ਹੋ ਗਿਆ। ਧਰਮੂ ਨੇ ਘਰ 'ਚ 2 ਕੁੜੀਆਂ ਹੋਰ ਹੋ ਗਈ। ਉਹਨਾਂ 'ਚ ਇੱਕ ਗੁਜ਼ਰ ਗਈ, ਦੂਜੀ ਗੂੰਗੀ ਸੀ। ਉਹਦੇ ਮੂੰਹ 'ਚੋਂ ਲਾਲਾਂ ਡਿੱਗਦੀਆਂ। ਲੱਗਦਾ ਵੀ ਬੜਾ ਹੋ ਕੇ ਲਾਲੂ ਹੀ ਬਣੂ। ਲਾਲਾ ਨਹੀਂ ਸੀ ਹਟਦੀ। ਡਾਕਟਰ ਦਾ ਮੁੰਡਾ ਸਕੂਲ ਜਾਣ ਲੱਗ ਗਿਆ, ਸੁਨੱਖਾ ਬਹੁਤ। 7ਵੇਂ ਸਾਲ ਡਾਕਟਰ ਦੇ ਘਰੇ ਇੱਕ ਹੋਰ ਮੁੰਡਾ ਹੋ ਗਿਆ। ਉਹਦੇ ਨੰਗ ਨਕਸ਼ ਪਲੱਛਣ ਪਿਓ ਤੇ ਗੱਲਾਂ ਦੀ ਲਾਲੀ ਮਾਂ ਸੀ। ਬਹੁਤ ਸੁਨੱਖੇ ਤਿੰਨੇ ਜਵਾਕ। ਧਰਮੂ ਨੇ ਇਹਦੇ ਦੌਰਾਨ 2 ਹੋਰ ਜੰਮਤੇ, ਜਿਨ੍ਹਾਂ ਦੀ ਸ਼ਕਲ ਧਰਮੂ ਤੇ ਰੋਂਦੀ ਤੇ ਘੱਟ ਸੀ, ਪਰ ਭੱਦੀ ਸੀ ਸ਼ਕਲ। ਲੱਗਦਾ ਵੀ ਹੁਣ ਸ਼ਕਲਾਂ ਵਿਗੜਨ ਲੱਗ ਗਈ। ਧਰਮੂ ਦੇ ਬੜੇ ਲੜਕੇ ਨੇ ਕੱਦ ਨਾ ਕੀਤਾ, ਤੁਰਦਾ ਉਹਦੇ ਗਿੱਟੇ ਭਿੜਦੇ। ਮਾਂ ਪਿਓ ਤੇ ਜਿਹੋ ਜਿਹਾ ਸੀ ਧਰਮੂ ਜਿੱਡਾ ਹੀ ਉਹ ਹੁੰਦਾ ਜਾਂਦਾ ਜਿਹੜਾ ਰੋੜੂ ਸੀ ਪਹਿਲਾਂ। ਡਾਕਟਰ ਦੀ ਕੁੜੀ ਜਵਾਨ ਹੋ ਰਹੀ ਸੀ, ਲੰਬੀ ਹੋ ਰਹੀ ਸੀ। ਧਰਮੂ ਨੂੰ ਪਤਾ ਲੱਗਾ ਵੀ ਡਾਕਟਰ ਨੇ ਆਪਰੇਸ਼ਨ ਕਰਾਤਾ। ਧਰਮੂ ਨੇ ਡਾਕਟਰ ਨੂੰ ਇਹ ਗੱਲ ਕਰਦੇ ਕਿਤੇ ਸੁਣ ਲਿਆ ਸੀ। ਹੱਕ ਕਰਤੀ ਕੁੱਤੀ ਜਾਤ ਨੇ ਪੁੱਠੀ ਗੱਲ ਜੰਮ ਕੇ 2.5 ਟੋਟਰੂ ਪਾਸਾ ਭੋਗ। ਉਹਦਾ ਜਨਾਨੜਾ ਨਾ ਹੋਵੇ। ਧਰਮੂ ਨੇ ਮਨ 'ਚ ਡਾਕਟਰ ਨੂੰ ਗਾਲ ਕੱਢੀ। ਇੱਕ ਦਿਨ ਉਹਨੇ ਰੋਦੀ ਨਾਲ ਵੀ ਗੱਲ ਕੀਤੀ। ਡਾਕਟਰ ਨੇ ਆਪਰੇਸ਼ਨ ਕਰਾਤਾ। ਹਾਂ ਤੇਰੇ ਬੇੜਾ ਬਹਿ ਜਾਣ ਤੇਰੇ, ਇਹ ਤਾਂ ਪਾਪ ਕੀਤਾ। ਆਪਰੇਸ਼ਨ ਕਿਉਂ ਕਰਤਾ? ਪਤਾ ਨਹੀਂ ਜਨਾਨੜਾ ਜਾਂ ਉਈਓ ਜਵਾਕ ਪਹਿਲੇ ਵੀ ਨਹੀਂ ਇਹਦੇ ਹੈਗੇ। ਨਹੀਂ 15 ਸਾਲਾਂ 'ਚ 3 ਜਵਾਕ। ਇਹ ਕੀ ਕਹਾਣੀ ਹੋਈ? ਇਹਦਾ ਬਹੁਤ ਮਾੜੀ ਕੀਤੀ ਆਪਰੇਸ਼ਨ ਕਰਾ ਕੇ। ਪਹਿਲੇ ਵੀ ਇਹਦੇ ਨਹੀਂ ਸੀ। ਤੂੰ ਮੰਨਦਾ ਮੇਰੀ ਗੱਲ? ਜਵਾਕ ਹਰ ਸਾਲ ਜੰਮੇ ਜਨਾਨੀ। ਇੱਕ ਦਿਨ ਡਾਕਟਰ ਨੇ ਹਾਕ ਮਾਰ ਕੇ, ਧਰਮੂ ਹਾਂ ਜੀ ਆਹ ਮੱਝ ਲੈ ਜਾ ਆਪਣੀ ਹਸਪਤਾਲ। ਉਹ ਆਸ ਨਾਲ ਲੱਗਦੀ ਹੈ ਇਹ। ਧਰਮੂ ਡਾਕਟਰ ਦੀ ਭਾਰੀ ਤੇ ਬਹੁਤ ਕੱਦਾਵਰ ਮੱਝ ਖੋਲ ਕੇ ਲੈ ਕੇ ਜਾਣੇ। ਦੇਖੀ ਦੂਜੇ ਹਸਪਤਾਲ ਲਿਜਾਈ ਇਹਨੂੰ। ਕਿਉਂ ਜੀ ਇੱਥੇ ਕੀ ਆ? ਉਹ ਇੱਥੇ ਵਾਲੇ ਸਾਨ ਦੀ ਸ਼ਕਲ ਨਹੀਂ ਚੰਗੀ, ਨਾ ਕੱਦ ਹੈ, ਫਿਰ ਕੱਟਰੂ ਵੀ ਇਹ। ਤਾਂ ਇਹਦੇ ਨਾਲ ਕੀ ਫਰਕ ਪੈਂਦਾ ਜੀ? ਕੱਦ ਤੇ ਕਾਠ ਨਾਲ? ਸਾਨ ਤਾਂ ਸਾਨ ਹੀ ਆ। ਉਹ ਜਾ ਓਏ, ਤੈਨੂੰ ਨਹੀਂ ਪਤਾ, ਪਰਲੇ ਡਾਕਟਰ ਲੈ ਕੇ ਜਾਈ। ਧਰਮੂ ਵਾਪਸ ਮੱਝ ਲੈ ਕੇ ਆਇਆ। ਡਾਕਟਰ ਇੱਕ ਦੂਜੇ ਨੌਕਰ ਤੇ ਹੈਰਾਨ ਸੀ। ਜਦ ਤੈਨੂੰ ਪਤਾ ਸੀ ਓਏ ਬਈ ਇਹ ਆਸ ਦੇ ਨਾਲ ਹੈ, ਗਾਂ ਤੇ ਢੱਠਾ ਤੇ ਤੋਪਰਾ ਨਹੀਂ ਸੀ ਕਰੀਦਾ। ਉਹ ਜੀ ਮੈਂ ਕੀ ਕਰਾਂ, ਮੇਰਾ ਜੋਰ ਨਹੀਂ ਚੱਲਿਆ। ਕਰਤਾ ਵਰਤਾ ਫਾਹਾ ਉੱਲੂਆ। ਤੈਨੂੰ ਪਤਾ ਇਹ ਢੱਟੇ ਦੀ ਕਿਸਮ ਦਾ ਵਾਰਾ ਢੱਟਾ ਕਾਦੇ ਦਾ, ਛੋਟਾ ਸਿੰਘ ਖੁੰਡੇ ਦੇ। ਇਹ ਕੋਈ ਢੱਟਾ ਹੈ? ਡਾਕਟਰ ਨੇ ਭੜ ਕੇ ਕਿਹਾ। ਧਰਮੂ ਨੂੰ ਸਮਝ ਨਾ ਲੱਗੇ ਕਹਿੰਦਾ ਕੀ ਹੈ।
ਢੱਟਾ ਹੁੰਦਾ, ਢੱਟੇ 'ਚ ਕੀ ਫਰਕ ਹੁੰਦਾ ਸਿੰਘਾਂ ਤੇ ਚਿਹਰੇ ਮੋਹਰੇ ਦਾ? ਇਹੋ ਜਿਹੇ ਜਾਨਵਰ ਸਰਕਾਰ ਨੂੰ ਖੱਸੀ ਕਰ ਦੇਣੇ ਚਾਹੀਦੇ ਆ, ਸਾਡੇ ਪਸ਼ੂਆਂ ਦੀ ਕਿਸਮ ਚੰਗੀ ਬਣੇ। ਧਰਮ ਨੂੰ ਲੱਗਦਾ ਨਹੀਂ ਡਾਕਟਰ ਦਾ ਸਿਰ ਫਿਰ ਗਿਆ। ਧਰਮ ਨੇ ਆ ਕੇ ਰੋਧੀ ਨਾਲ ਗੱਲ ਕੀਤੀ, ਹੈ ਜੈ ਖਾਨੇ ਦਾ ਕੀ ਕਹਿੰਦਾ, ਢਹਿ ਜਾਣਾ ਡਾਕਟਰ ਬਈ ਢੱਟੇ ਵੀ ਖੱਸੀ ਕਰਦੇ ਨੇ। ਐਵੇਂ ਗੱਲਾਂ ਮਾਰਦਾ ਜਨਾਨਾ ਜਿਹਾ ਤਾਂ ਹੈਗਾ ਧਰਮ ਨੂੰ ਡਾਕਟਰ ਤੇ ਪੂਰਾ ਸ਼ੱਕ। ਧਰਮ ਨੂੰ ਇਹ ਹੈਰਾਨੀ ਸਾਰੀ ਰਾਤ ਸੁਣਾਉਂਦੀ ਰਹੀ ਵੀ ਇਹ ਖੱਸੀ ਕਰਨ ਵਾਲੀ ਗੱਲ ਕਰੀਏ। ਧਰਮੋ, ਡਾਕਟਰ ਨੇ ਆਵਾਜ਼ ਦਿੱਤੀ। ਹਾਂ ਜੀ। ਧਰਮੋ ਹੱਥ 'ਚ ਬੰਨ, ਤੇਰੇ ਕਿੰਨੇ ਜਵਾਕ ਹੈ? ਜੀ ਸੁੱਖ ਨਾਲ 7 ਹੈ। 7 ਜੀ ਸੁੱਖ ਨਾਲ 2 ਬੀਬੀਆਂ ਵੀ ਨੇ। ਹੈਰਾਨੀ ਜੀ ਡੁੱਬੀਆਂ ਅੱਖਾਂ ਦਾ। ਉਹ ਕੰਬਖਤਾ ਇੰਨੇ ਜਵਾਕ? ਜੀ ਵਾਹਿਗੁਰੂ ਦੀ ਮਾਇਆ ਬੱਚ, ਵਾਹਿਗੁਰੂ ਦੀ ਮਾਇਆ, ਪਰ ਤੈਨੂੰ ਕੋਈ ਸੋਚਣਾ ਵੀ ਚਾਹੀਦਾ। ਤੂੰ ਧਰਮੂ ਡਾਕਟਰ ਧਰਮ ਦੇ ਕਿਰਲੇ ਵਰਗੇ ਚਿੱਬ ਖੜੇਬੇ ਵੱਲ ਝਾਕਦਾ। ਸਰਕਾਰ ਨੂੰ ਅਜਿਹੇ ਜਾਨਵਰ ਖੱਸੀ ਕਰਦੇ ਚਾਹੀਦੇ ਜਿਹੜੇ ਸਰੀਰਕ ਤੌਰ ਤੇ ਰਿਸ਼ਟ ਪੁਸ਼ਟੀ ਚੰਗੀ ਡੀਲ ਡੋਲ ਵਾਲੇ ਤੇ ਵਧੀਆ ਸ਼ਕਲ ਵਾਲੇ, ਜਿਹਦਾ ਸਾਡੀ ਕੌਮ ਕਿਵੇਂ ਸੁੰਦਰ ਬਣੂ, ਬੰਦੇ ਵੀ ਖੱਸੀ ਕਰਨੇ ਚਾਹੀਦੇ ਆ। ਉਹਨੇ ਹੌਲੀ ਦੇ ਕੇ ਮੂੰਹ 'ਚ ਕਿਹਾ, ਓਏ ਤੂੰ ਵੀ ਆਪਰੇਸ਼ਨ ਕਰਾ ਲੈ। ਡਾਕਟਰ ਨੇ ਚਿਹਰੇ ਤੇ ਝਾਕ ਕੇ ਧਰਮ ਨੂੰ ਕਿਹਾ। ਧਰਮੂ ਚੁੱਪ ਕਰਕੇ ਖੜਾ ਰਿਹਾ। ਧਰਮੂ ਉਦਾਸ ਰਿਹਾ ਬਹੁਤ। ਆ ਕੇ ਰੋਦੀ ਗਾਲਾਂ ਕੱਢੇ ਬਈ ਡਾਕਟਰ ਤੇ ਸਾਡੇ ਜਵਾਕ ਨਹੀਂ ਜਰੇ ਜਾਂਦੇ, ਇਸ ਤਾਂ ਹਰ ਸਾਲ ਜੰਮਣਾ ਬੇੜਾ ਬਹਿ ਜੇ ਇਹੋ ਜਿਹੇ ਡਾਕਟਰ ਦਾ। ਤੂੰ ਨਾ ਮਨ ਤੇ ਲਾਈ ਜੀ, ਤੂੰ ਐ ਕਿਉਂ ਗੱਲ ਸੋਚਦਾ ਹੈ? ਮੈਂ ਜਨਾਨਾ ਜਿਹਾ ਸਾਲਾ ਵੱਧ ਕੇ ਜਵਾਕ ਜੰਮ ਕੇ ਤੈਨਾ ਮੈਨੂੰ ਪੱਟਾਂ ਦੀਆਂ ਘੁੱਗੀਆਂ ਦਿਖਾਉਂਦਾ। ਦੂਜੀ ਲਪਾ ਕੇ ਸਾਰੀ ਜਿਹੀ ਮਟਕਣ ਕਰਦੇ ਫਿਰੂ ਵੀ ਸਾਲੀਏ ਜਵਾਕ ਦਾ ਤਾਂ ਜੰਮੇ ਨਹੀਂ। ਇੱਧਰ ਦੇਖ ਰੋਦੀ ਵੱਧ, ਕੱਪੜੇ ਚਾਹੇ ਨਹੀਂ ਜੁੜੇ, ਜਵਾਕ ਤਾਂ ਛੱਤ ਤੇ 2 9 ਫਿਰਦੇ ਨੇ। ਧਰਮੂ ਦੇ ਇੱਕ ਹੋਰ ਕੁੜੀ ਹੋ ਗਈ। ਹੁਣ ਉਹ ਕੁੜੀ ਨੂੰ ਚੱਕਣ ਤੇ ਰੌਲਾ ਅੱਜ ਪਾਈ ਖੜਾ ਸੀ। ਅੱਜ ਜਿਹੜਾ ਸਵੇਰ ਦਾ ਖਲਾਰਾ ਪਿਆ ਸੀ, ਕਹਿੰਦਾ ਜਵਾਕ ਨਹੀਂ ਚੱਕਣਾ। ਮੈਨੂੰ ਪਤਾ ਤੇਰਾ ਦਿਮਾਗ ਵਿਗੜਿਆ ਖੜਾ। ਜਿੱਦਣ ਦੀ ਅੰਦਰ ਤੂੰ ਮੂਰਤ ਲਾਈ ਆ, ਤੂੰ ਇਹਦੇ ਕਰਕੇ ਲਾਈ ਆ ਮੈਂ ਤੇਰਾ ਗੁਲਾਮ ਬਣਾ, ਤੇਰਾ ਚਾਕਰ ਬਣਾ, ਮੇਰਾ ਡਾਕਟਰ ਤੀਵੀਂ ਦਾ ਗੁਲਾਮ ਹੋ ਸਕਦਾ, ਪਰ ਧਰਮੂ ਨਹੀਂ, ਮੈਂ ਜਵਾਕ ਨਹੀਂ ਅੱਜ ਚੱਕਣਾ। ਕੁਝ ਦਿਨ ਪਹਿਲਾਂ ਰੋਦੀ ਜਵਾਕ ਦਿਖਾਉਣ ਗਏ ਹਸਪਤਾਲ। ਉਹਨਾਂ ਨੇ ਇੱਕ ਪਿਕਚਰ ਦੇਤੀ, ਕੈਲੰਡਰ ਦੇਦਾ ਜੀ, ਤੇ ਇੱਕ ਜਨਾਨੀ ਤੇ 3 ਜਵਾਕਾਂ ਦੀ ਤਸਵੀਰ ਆ। ਨਿੱਕਾ ਜਵਾਕ ਮਰਦ ਨੇ ਚੱਕਿਆ, ਦੂਜਾ ਜਵਾਕ ਮਰਦ ਨੇ ਉਂਗਲੀ ਲਾਇਆ, ਇੱਕ ਨਾਲ ਤੁਰਿਆ ਜਾਂਦਾ। ਘਰ ਵਾਲੀ ਪਿੱਛੇ ਸੁਰਖ ਸਾੜੀ ਲਾ ਕੇ ਤੁਰੀ ਜਾਂਦੀ। ਧਰਮ ਨੂੰ ਲੱਗਿਆ ਇਹ ਰੋਦੀ ਨੇ ਤਸਵੀਰ ਜਾਣ ਕੇ ਲਾਈ ਹੈ। ਧਰਮ ਨੂੰ ਪਹਿਲੇ ਦਿਨ ਤਸਵੀਰ ਵੇਖ ਕੇ ਤਿੜਕ ਗਿਆ। ਤਸਵੀਰ ਪਾਉਣ ਲੱਗਿਆ, ਰੋਦੀ ਨੂੰ ਗਾਲਾਂ ਦੇ ਕੇ ਰੋਦੀ ਨੇ ਮਸਾਂ ਬੰਦ ਕੀਤਾ। ਤਸਵੀਰ ਤਾਂ ਬਚ ਗਈ, ਪਰ ਮਨ 'ਚ ਫੈਸਲਾ ਗਿਆ ਬਈ ਰੋਦੀ ਦਾ ਗੁਲਾਮ ਨਹੀਂ ਬਣਨਾ, ਜਵਾਕ ਨਹੀਂ ਚੱਕਣਾ। 3 ਜਵਾਕਾਂ ਦਾ ਮਤਲਬ ਕੀ? ਬੰਦੇ ਨੇ 2 ਜਵਾਕ ਚੱਕੇ ਨੇ, ਇੱਕ ਤੁਰਿਆ ਜਾਂਦਾ। ਹੁਣ ਮੈਨੂੰ ਧੱਕੇ ਨਾਲ ਚੁਕਾਉਂਦੀ। ਮੇਰਾ ਭਤੀਜਾ ਮੇਥੋਂ ਜਵਾਕ ਲੈ ਕੇ ਖੜਾ ਨਹੀਂ ਹੁੰਦਾ, ਚੁੱਕ ਲਾ ਜੇ ਅਸਲ ਦਾ ਤਾਂ। ਰੋਦੀ ਨੇ ਕਿਹਾ, ਤੂੰ ਸੋਚਦੀ ਆ ਤੇਰੀਆਂ ਚਾਲਾਂ 'ਚ ਆ ਜਾਊ, ਇਹ ਨਹੀਂ ਹੋਣਾ। ਧਰਮੂ ਨੇ ਹਮੇਸ਼ਾ ਲਈ ਲਕੀਰ ਕਹਿੰਦੀ। ਰੋਦੀ ਗਾਲਾਂ ਕੱਢਦੀ, ਜਵਾਕ ਚਲਾਇਆ ਗਿਆ। ਧਰਮੂ ਆਪਣੀ ਹੱਟ 'ਚ ਬੈਠਾ ਸੀ, ਮਰਦ ਪੁਣੇ ਦਾ ਪੱਕਾ। ਗੁਲਾਮ ਨਹੀਂ ਬਣਨਾ, ਜਵਾਕ ਹੁਣ ਨਹੀਂ ਚੱਕਣਾ। ਆ ਜਿਹੜੇ 8 ਜੰਮੇ ਆ ਤੇਰੇ ਨੇ ਇਹ? ਹਾਂ ਮੇਰੇ ਨੇ। ਪਹਿਲਾਂ ਕੋਈ ਚੱਕਦਾ ਬਸ ਚੱਕ ਲੈ ਜਿਹੜੇ ਹੁਣ ਨਹੀਂ ਚੱਕਣਾ। ਇਹ ਡਾਕਟਰ ਨੇ ਜਾਣ ਕੇ ਭੇਜੀ ਆ। ਇਹ ਫੋਟੋ ਦੇਖ ਕੇ ਗਾਹਾਂ ਮੇਰਾ ਆਪਰੇਸ਼ਨ ਕਰਾਊ, ਉਹ ਤੂੰ ਮੰਨ ਲਿਆ ਗੱਲ ਵਿੱਚੋਂ। ਉਹਦੇ ਬਾਅਦ ਇੱਕ ਦਿਨ ਦੇਖਿਆ ਤਾਂ ਡਾਕਟਰ ਦੀ ਬੱਚੀ ਬੜੀ ਜਵਾਨ ਹੋ ਰਹੀ ਸੀ, ਕਿੱਡੀ ਵੱਧ ਗਈ। ਸੌਰੀ, ਮੈਂ ਮੇਰੇ ਰੋੜੂ ਦੀ ਹਾਨਣ ਸੀ। ਧਰਮੂ ਦੂਜੇ ਨੌਕਰ ਨੂੰ ਕਹਿਦਾ। ਡਾਕਟਰ ਦਾ ਵੱਡਾ ਉਹਨਾਂ ਦਿਨਾਂ ਦੇ ਵਿੱਚ ਗੱਲ ਕੀ ਹੋਈ, ਇੱਕ ਦਿਨ ਕੁੜੀ ਦਰਾਂ ਦੇ ਮੂਹਰੇ ਤੁਰਦੀ ਫਿਰਦੀ, ਐਕਸੀਡੈਂਟ ਹੋ ਗਿਆ। ਡਾਕਟਰ ਦੀ ਕੁੜੀ ਮਰ ਗਈ। ਕੋਠੀ 'ਚ ਸੋਗ ਪੈ ਗਿਆ। ਡਾਕਟਰ ਦਾ ਬੜਾ ਲੜਕਾ ਭੈਣ ਦੇ ਦਰੇਕ 'ਚ ਬਿਮਾਰ ਪੈ ਗਿਆ। ਉਹ ਪਾਗਲਾਂ ਵਾਂਗੂ ਸੰਗੀਤਾ ਕਹਿੰਦਾ ਬਿਮਾਰੀ ਅਜਿਹਾ ਰੋਗ ਬਣ ਗਈ, ਬੱਚੇ ਨੂੰ ਹਮੇਸ਼ਾ ਲਈ ਖਾ ਗਈ। ਵੱਡੇ ਲੜਕੇ ਦੇ ਬਿਮਾਰ ਹੁੰਦਿਆਂ ਛੋਟੇ ਲੜਕੇ ਨੂੰ ਡਾਕਟਰਾਂ ਨੇ ਦੇਹਰਾਦੂਨ ਸਕੂਲ 'ਚ ਭੇਜਤਾ। ਡਾਕਟਰ ਤੇ ਉਹਦੀ ਪਤਨੀ ਹੌਕੇ ਭਰਨ ਹੱਸਣ ਦੀ ਗੂੰਜ ਦੀ ਬਜਾਏ ਘਰ 'ਚ ਹੌਕੇ ਟੱਕਣ ਲੱਗੇ। ਡਾਕਟਰ ਦਾ ਛੋਟਾ ਲੜਕਾ ਬਿਮਾਰ ਹੋ ਗਿਆ, ਉਹਨੂੰ ਸਕੂਲ ਵਾਲਿਆਂ ਨੇ ਘਰ ਪਹੁੰਚਾ ਦਿੱਤਾ। ਉਹ ਵੀ ਬਿਮਾਰ। ਸੰਗੀਤਾ ਤੇ ਕੁੱਕੂ ਨੂੰ ਯਾਦ ਕਰੇ ਉਹ ਦੇਹਰਾਦੂਨ ਤੋਂ, ਉਹ ਵੀ ਜਵਾਕ ਕਰਿਆ ਗਿਆ। ਧਰਮੂ ਦੇ ਘਰ 'ਚ ਇੱਕ ਹੋਰ ਕੁੜੀ ਹੋ। ਰੋਦੀ 'ਚ ਮੰਜੀ ਤੋਂ ਉੱਠਣ ਦੀ ਵੀ ਤਾਕਤ ਨਾ, ਭਾਵੇਂ ਅੰਦਰ ਲੱਗੀ ਤਸਵੀਰ ਦੇ ਵਿੱਚ ਲਿਖਿਆ ਸੀ ਪਰਿਵਾਰ ਦੀ ਵਿਉਂਤਬੰਦੀ। ਧਰਮ ਨੂੰ ਬਾਰ-ਬਾਰ ਯਾਦ ਆਉਂਦੀ। ਉਹ ਲੜਕੀ ਪਰਾਂ ਭਗਾ ਮਾਰ ਕੇ ਨੂੰ ਵੀ ਦਿਲ ਕਰਦਾ, ਪਰ ਕੋਈ ਚਾਰਾ ਨਾ ਹੁੰਦਾ ਵੇਖੇ। ਧਰਮ ਉਹਨੂੰ ਚੁੱਕੀ ਰੱਖ। ਧਰਮੂ ਕੋਠੀ ਅੱਗੇ ਪਹੁੰਚਿਆ। ਕੋਠੀ ਅੰਦਰੋਂ ਹਸਪਤਾਲ ਦਾ ਡਾਕਟਰ ਬਾਹਰ ਨਿਕਲਿਆ। ਗੱਲਾਂ ਕਰਦੇ ਨੇ, ਵਾਹਿਗੁਰੂ ਇਹ ਵਿਚਾਰਿਆਂ ਨਾਲ ਕੋਈ ਰਾਹ ਨਹੀਂ ਰਿਹਾ। ਔਲਾਦ ਕਿੰਨੀ ਖੂਬਸੂਰਤ ਹੈ, ਪਰ ਬਹੁਤ ਮਾੜਾ ਹੋਇਆ। ਡਾਕਟਰ ਸਾਹਿਬ ਅਜੇ ਜਵਾਨ ਸੀ, ਇਹੋ ਜਿਹੇ ਸਡੌਲ ਜੋੜਿਆਂ ਨੂੰ ਜਿਹਨਾਂ ਦੀ ਔਲਾਦ ਖੂਬਸੂਰਤ ਹੋਵੇ ਆਪਰੇਸ਼ਨ ਨਹੀਂ ਕਰਾਉਣਾ ਚਾਹੀਦਾ, ਕੀ ਖਿਆਲ ਹੈ?
ਸਗੋਂ ਇਹਨਾਂ ਨੂੰ ਬੱਚੇ ਜੰਮਣੇ ਚਾਹੀਦੇ ਨੇ, ਆਪਣੀ ਕੌਮ ਵਧੀਆ ਹੋਵੇ। ਬਿਲਕੁਲ ਸਹੀ ਗੱਲ ਹੈ। ਇਹਨਾਂ ਲੋਕਾਂ ਨੂੰ ਆਪਰੇਸ਼ਨ ਥੋੜ੍ਹਾ ਕਰਾਉਣਾ ਚਾਹੀਦਾ। ਜਿਹੜੇ ਕੁਝ ਸਰੀਰ ਵਾਲਿਆਂ ਨੂੰ ਔਲਾਦ ਪੈਦਾ ਕਰਨ ਦਾ ਹੱਕ ਨਹੀਂ ਮਿਲਣਾ ਚਾਹੀਦਾ। ਜਿਹੜੇ ਇਹ ਜਵਾਕ ਜੰਮਦੇ ਆ, ਇਹਨਾਂ ਦਾ ਕੀ ਹਾਲ ਹੈ? ਉਹਨਾਂ ਦੇ ਐਨ ਸਾਹਮਣੇ ਕੋਠੀ ਦੇ ਦਰ ਤੇ ਧਰਮੂ ਆਪਣੀ ਜਮਾਂਦਰੂ ਅੰਨੀ ਲੜਕੀ ਨੂੰ ਚੁੱਕੀ ਖੜਾ, ਕੁੜੀ 4 ਮਹੀਨਿਆਂ ਦੇ ਹੋਣ ਤੇ ਵੀ ਮਸਾਂ ਸੇਰਦੀ ਸੀ। ਧਰਮੂ ਹੁੱਕਾ ਬੱਕਾ ਡਾਕਟਰ ਦੇ ਛਾਤੀ ਵੱਲ ਜਿੱਥੇ ਕਹਿੰਦੇ ਕੀ ਨੇ ਯਾਰ। ਕੋਠੀ ਦੇ ਅੰਦਰ ਚੀਕਾਂ ਧਾਹਾਂ ਵੱਜ ਰਹੀਆਂ ਸੀ। ਚੀਕਾਂ ਸਵੇਰ ਦੀ ਚੁੱਪ ਤੇ ਇਕਾਂਤ ਡਰ ਪੈਦਾ ਕਰਦੀ ਸੀ। ਧਰਮੂ ਦੀ ਕੋਠੀ ਦੇ ਅੰਦਰ ਨੂੰ ਜਾਂਦੇ ਕੰਨ ਕਿਸੇ ਭਗਤ ਦੇ ਅਵੇਸ਼ ਆਵਾਜ਼ ਵੀ ਪੈ ਰਹੀ ਸੀ, ਜਨਨੀ ਜਣੇ ਤਾਂ ਭਗਤ ਜਨ। ਧਰਮ ਨੂੰ ਇਹ ਗੱਲ ਨਹੀਂ ਸੀ ਸਮਝ ਆਉਂਦੀ ਵੀ ਇਹ ਯਾਰ ਚੱਕਰ ਕੀ ਹੈ, ਇਹ ਕਾਹਦੀ ਗੱਲ ਕਹਿੰਦੇ ਆ, ਇਹ ਆਪਰੇਸ਼ਨ ਕਿਉਂ ਕਹਿੰਦੇ ਆ, ਇਹ ਜਵਾਕ ਸੁਨੱਖੇ ਤੇ ਜਵਾਕ ਮਾੜਿਆਂ 'ਚ ਕੀ ਫਰਕ ਹੈ? ਇਹ ਮੈਨੂੰ ਯਾਰ ਸਮਝ ਨਹੀਂ ਆਉਂਦੀ। ਜਾਨੂੰ ਅੰਦਰੋਂ ਰਸੋਈਆ ਬਾਹਰ ਆ ਗਿਆ। ਕਿਵੇਂ ਅੰਦਰ ਡਾਕਟਰ ਸਾਹਿਬ? ਬਸ ਕੁਛ ਨਹੀਂ, ਬਹੁਤ ਮਾੜਾ ਜਾਦੀ ਕੁੜੀ ਮਰੀ ਹੈ, ਉਹਦੇ ਬਾਅਦ ਔਖਾ ਹੋ ਗਿਆ, ਉਹਦੇ ਬਾਅਦ ਦੂਨ ਵਾਲਾ ਬੱਚੇ ਵੀ ਆ ਗਏ, ਦੋਨੇ ਜਵਾਕ ਬਿਮਾਰ ਨੇ। ਮੈਂ ਤਾਂ ਹੀ 20 ਵਾਰ ਕਿਹਾ, ਰੋਦੀ ਵੀ ਜਾ ਕੇ ਇੱਕ ਫੋਟੋ ਲਾਈ ਬੈਠੀ ਆ, ਇਹਦੇ ਭੇਜੀ ਆ ਸਾੜੀ ਵਾਲੀ, ਉਹ 'ਚ 3 ਜਵਾਕ ਹੈ, ਇੱਕ ਜਵਾਕ ਚੱਕਿਆ ਹੋਇਆ, ਇੱਕ ਤੁਰਿਆ ਜਾਂਦਾ, ਇੱਕ ਨੂੰ ਬੰਦੇ ਨੇ ਉਂਗਲ ਲਾਈ ਹੈ, ਜਨਾਨੀ ਪਿੱਛੇ ਠੁਮਕ ਕਰਦੀ ਤੁਰੀ ਆਉਂਦੀ ਹੈ। ਉਦੋਂ ਦੀ ਮੈਨੂੰ ਰੋਦੀ ਕਹਿ ਰਹੀ ਹੈ ਪਰਿਵਾਰ ਵਿਉਂਤਬੰਦੀ। ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਪਰਿਵਾਰ ਵਿਉਂਤਬੰਦੀ ਹੁੰਦੀ ਕੀ ਹੈ। ਗੱਲ ਸੁਣ ਲੈ, ਤੇਰੇ ਜਵਾਕ ਕਿੰਨੇ ਨੇ? ਮੇਰੇ ਵੀ 2 ਨੇ। ਕੁਛ ਵੀ ਹੋ ਜਾਣ, 2 ਹੋਣ, 10 ਹੋਣ, 12 ਹੋਣ, ਆਪਰੇਸ਼ਨ ਨਾ ਕਰਾ ਦੀ। ਜਿੱਦਣ ਬੰਦਾ ਆਪਰੇਸ਼ਨ ਕਰਾ ਦਿੰਦਾ ਟੀਵੀ ਦਾ ਗੁਲਾਮ ਹੋ ਜਾਂਦਾ। ਆਹ ਦੇਖ ਲੈ ਕੀ ਹੋਇਆ ਫਿਰਦਾ ਡਾਕਟਰ ਦੇ। ਬਹੁਤ ਮਾੜੀ ਗੱਲ ਹੈ, ਇਹ ਨਹੀਂ ਹੋਣੀ ਚਾਹੀਦੀ। ਮੈਂ ਤਾਂ ਨਹੀਂ ਰੋਦੀ ਦਾ ਗੁਲਾਮ ਹੁੰਦਾ। ਕਿਵੇਂ ਜਵਾਕ ਜੰਮੀ ਜਾਣੇ ਨੇ, ਨਾ ਜੰਮੀ ਜਾਈਏ, ਪਰ ਗੁਲਾਮੀ ਦਾ ਕੀ ਮਤਲਬ ਹੈ? ਦੇਖ ਲੈ ਹੁਣ ਡਾਕਟਰਾਂ ਦਾ ਹਾਲ। ਮੈਂ ਨਹੀਂ ਗੁਲਾਮ ਬਣਦਾ। ਉਹਨੇ ਫੇਰ ਕਿਹਾ ਸਾਹਮਣੇ ਰਸੋਈਆ, ਉਹਨੂੰ ਵੀ ਨਹੀਂ ਸੀ ਪਤਾ ਲੱਗਦਾ ਵੀ ਧਰਮੂ ਕਹਿਣਾ ਕੀ ਚਾਹੁੰਦਾ। 1:47 ਆਪਣੇ ਕੋਲ 5-7 ਮਿੰਟ ਨੇ ਜੇ ਕਿਸੇ ਕੋਈ ਗੱਲਬਾਤ ਅੱਜ ਕਰਨੀ ਹੋਵੇ। ਬੂਟਾ ਸਿੰਘ ਸ਼ਾਹ ਜੀ ਦੀ ਕਹਾਣੀ ਗੁਲਾਮ ਬਹੁਤ ਇੱਕ ਵੱਡਾ ਸੁਨੇਹਾ ਹੈ ਤੇ ਧਰਮੂ ਤੇ ਡਾਕਟਰ ਦੀ ਕਹਾਣੀ ਹੈ। ਲਾਈਨ ਨੰਬਰ 4 ਅਤੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੇ ਭਾਈ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਤੇ ਚਲੋ ਮੈਂ ਰੇਡੀਓ ਨਾਲ ਹੀ ਲੈਣਾ ਚਾਹੁੰਦਾ ਅਤੇ ਇੱਕ ਆਪਾਂ ਹੋਸਟ ਸਾਹਿਬ ਨਾ ਉਹ ਪੂਰੀ ਉਹ ਆਪਣਾ ਉਹ ਕਦੇ ਉਹਦਾ ਮੂੰਹ ਦੇਖ ਲਓ, ਮੇਰਾ ਮੂੰਹ ਦੇਖ ਲਓ, ਇਹ ਗੱਲਾਂ ਨਹੀਂ ਕਰਨੀ ਚਾਹੀਦੀਆਂ। ਇਹ ਨਾ ਆਪਣਾ ਸਿੱਖ ਕੌਮ ਜਿਹੜੀ ਹੈ ਨਾ, ਆਪਾਂ ਨੂੰ ਯਹੂਦੀਆਂ ਦੀ ਰੀਸ ਕਰਨੀ ਚਾਹੀਦੀ ਆ। ਦੇਖੋ ਪਹਿਲਾਂ ਆਪਾਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਚਾਈਨਾ ਦੀ ਜਾਂ ਉਹ ਆਪਣਾ ਇੰਡੀਆ ਦੀ ਕੋਈ ਲੜਾਈ ਨਾ ਲੱਗੇ, ਉਹ 'ਚ ਮੁਕਤ ਦਾ ਘਾਣ ਹੋਣਾ ਜੀ। ਪਰ ਮੈਂ ਤੁਹਾਨੂੰ ਇੰਨਾ ਦੱਸਦਾ, ਜੇ ਚਾਈਨਾ ਦਾ ਕੋਈ ਪੰਗਾ ਪੈ ਗਿਆ ਨਾ, ਇਹਨਾਂ ਤਾਂ ਹੁਣ ਤੇ ਫਰਾਂਸ ਤੋਂ ਉਹ ਆਪਣਾ ਲਹਿਪ ਉਹ ਜਿੱਦਾਂ ਫਾਈਟਰ ਲਏ 2 ਆਏ ਆ। ਚਾਈਨਾ ਨੇ ਆਲਰੇਡੀ ਸਟੈਲਥ ਫਾਈਟਰ ਸਾਰੇ ਉਹ ਅਮਰੀਕਾ ਨਕਲ ਕਰਕੇ ਲਏ ਆ। ਚਾਈਨਾ ਕੋਲ ਇੰਨੀ ਪਾਵਰ ਆ ਨਾ, ਉਹ ਸਾਊਥ ਚਾਈਨਾ 'ਚ ਉਹ ਆਪਾਂ ਪੂਰਾ ਕੰਟਰੋਲ ਕਰ ਰਹੇ ਆ। ਅਮਰੀਕਾ ਵੀ ਖੰਘਣ ਨਹੀਂ ਦਿੰਦੇ, ਕਿਉਂਕਿ ਉਹਨਾਂ ਦੀ ਸਪੇਸ ਦੇ ਵਿੱਚ ਵੀ ਜਿਹੜੀ ਲੈਬ ਜਾਂਦੀ ਹੈ ਨਾ, ਤੁਹਾਨੂੰ ਪਤਾ ਇੱਕ ਵਾਰੀ ਆਪਾਂ ਛੋਟੇ ਹੁੰਦੇ ਸੀ ਉਦੋਂ ਕਹਿੰਦੇ ਸਕਾਈ ਲੈਬ ਜੀ ਡਿੱਗਣੀ ਆ, ਮੀਂਹ ਪੈਂਦਾ ਹੈ ਨਾ, ਉਦੋਂ ਹੁੰਦਾ ਸੀ। ਤੇ ਉਹ ਆਪਣਾ ਉਹਦੇ ਕਰਕੇ ਚਾਈਨਾ ਬਹੁਤ ਐਡਵਾਂਸ ਆ। ਜੇ ਕੋਈ ਪੰਗਾ ਪੈ ਗਿਆ ਨਾ ਇੰਡੀਆ ਦਾ, ਇਹ 72 ਘੰਟੇ ਦੀ ਝਾਲ ਆ ਤੇ ਆਪਣੇ ਚਾਈਨਾ ਦੀ। ਉਸ ਤੋਂ ਬਾਅਦ ਮੈਂ ਤੁਹਾਨੂੰ ਹੁਣ ਦੱਸ ਦਿੰਦਾ, ਪਾਕਿਸਤਾਨ ਨੇ ਵੀ ਨਾਲੇ ਕਸ਼ਮੀਰ 'ਚ ਫਾਇਰਿੰਗ ਕਰ ਦੇਣੀ ਹੈ। ਦੂਜਾ ਹੁਣ ਜਿਹੜੇ ਆਪਾਂ ਕਹਿੰਦੇ ਭਾਰਤ ਵਾਸਤੇ ਜਹਾਂ ਆਪਾਂ ਰਿਕੁਐਸਟ ਕਰਦੇ ਹਾਂ ਤੇ ਇਹ ਆਪਾਂ ਅਰਦਾਸ ਕਰਦੇ ਹਾਂ ਵੀ ਜੰਗ ਨਾ ਲੱਗੇ, ਸਾਰੇ ਕੰਟਰੀ ਉਹ ਕਰ ਲੈਣ ਤੇ ਮੋਦੀ ਸਾਹਿਬ ਤੇ ਪਰਨਾ ਪਾ ਕੇ ਮੁੱਛਾਂ ਇਹਨਾਂ ਦੀਆਂ ਉਹ ਆਪਣਾ ਕੋਈ ਟ੍ਰਿਮ ਨਹੀਂ ਕੀਤੀਆਂ ਹੈ ਨਾ, ਉਹ ਜਿਹਦਾ ਸ਼ੋਅ ਕਰਦਾ ਮੈਂ ਸਟ੍ਰੈਸ ਦੇ ਵਿੱਚ ਨੋ ਕੋਈ ਹੁਣ ਆਪਾਂ ਭੇਜ ਦੇਣ ਉਹ ਆਪਣਾ ਤੇ RSS ਨੂੰ ਹੈ ਨਾ। ਠੀਕ ਹੈ। ਬਾਕੀ ਮੈਂ ਕਰਦਾ ਸਿੱਖ ਕੌਮ ਦੀ ਗੱਲ ਹੈ ਨਾ, ਸ਼ਾਇਦ ਮੈਂ ਗਲਤ ਵੀ ਹੋਵਾਂ। ਹੁਣ ਇੱਕ ਦੂਸਰੇ ਦੀ ਗੱਲ ਚੱਲਦੀ ਸੀ, ਚਲੋ ਤੁਸੀਂ ਕਿਹਾ ਸੀ ਵੀ ਨਾ ਮੇਰਾ ਨਾਂ ਲਓ ਨਾ ਕਿਸੇ ਦਾ ਨਾਂ ਲਓ ਹੈ ਨਾ, ਆਪਾਂ ਤੁਹਾਨੂੰ ਫੋਲੋ ਕਰਦੇ ਹਾਂ। ਉਹ ਜੀ ਉਹ ਆਪਣਾ ਮੂੰਹ ਦੇਖ ਲੈਣਾ, ਇਹ ਲਿਖਣਾ ਛੱਡੋ, ਕੋਈ ਨਾ ਜੀ, ਕੋਈ ਨਹੀਂ, ਠੀਕ ਹੈ। ਤੁਸੀਂ ਥੈਂਕ ਯੂ ਬਾਜਵਾ ਸਾਹਿਬ, ਥੈਂਕ ਯੂ। ਨਹੀਂ ਤੇ ਸਿਰਫ ਮੈਂ 2 ਮਿੰਟ ਗੱਲ ਸੁਣ ਲਓ ਬਸ। ਹੈਲੋ ਭਾਜੀ 2 ਮਿੰਟ ਗੱਲ ਸੁਣ ਲਓ ਹੈ ਨਾ। ਹੈਲੋ ਜੀ
ਭਾਈ ਜੀ ਮੈਂ ਅੱਗੇ ਵੀ ਬੇਨਤੀ ਕਰਦਾ ਤੇ ਕਿਸੇ ਦਾ ਤੁਸੀਂ ਆਪਣੇ ਮੇਰੇ ਪ੍ਰੋਗਰਾਮ 'ਚ ਆਪਾਂ ਗੱਲ ਨਾ ਕਰੀਏ, ਕੋਈ ਸ਼ੋਅ ਤੇ ਕੁਛ ਕਰੇ, ਤੁਸੀਂ ਮੇਰੇ ਸ਼ੋਅ ਦੀ ਮੇਰੇ ਨਾਲ ਗੱਲ ਕਰਿਆ ਕਰੋ। ਸਾਰਿਆਂ ਨੂੰ ਅੱਗੇ ਵੀ ਬੇਨਤੀ ਕੀਤੀ ਆ, ਕੋਈ ਹੋਸਟ ਕੁਛ ਕਹਿੰਦਾ ਹੋਵੇ ਕੋਈ ਮਤਲਬ ਨਹੀਂ, ਆਪਣੇ ਬਾਰੇ ਕੋਈ ਕੁਛ ਕਹਿੰਦਾ ਕਹੀ ਜਾਣ ਦਿਓ, ਤੁਸੀਂ ਵਰੀ ਨਾ ਕਰਿਆ ਕਰੋ। ਤੁਸੀਂ ਆਪਣੇ ਪ੍ਰੋਗਰਾਮ 'ਚ ਜਿਹੜੀ ਤੁਹਾਨੂੰ ਜੀ ਕਰਦਾ ਗੱਲ ਕਰ ਲਿਆ ਕਰੋ। ਇਨਵੈਸਟਾ ਪ੍ਰਾਈਮ ਰਿਐਲਿਟੀ ਕਿਉਂਕਿ ਇਹੀ ਤਾਂ ਚਾਹੁੰਦੇ ਆ ਵੀ ਗੱਲ ਇੱਕ ਵਾਰ ਤੁਰੇ, ਫਿਰ 2 ਘੰਟੇ ਲੱਗਣ, 2 ਘੰਟੇ ਅਸੀਂ ਲਾਈਏ, ਦੂਜੇ ਦਿਨ 2 ਘੰਟੇ ਆਪਾਂ ਲਾਈਏ, ਆਪਾਂ ਆਪਣੇ ਮੁੱਦੇ ਤੋਂ ਨਾ ਭਟਕੀਏ, ਆਪਾਂ ਆਪਣੀ ਗੱਲ ਕਰੀਏ, ਅਗਲਾ ਆਪਣੀ ਗਲਤੀ ਕਰੇ। ਜੈਰੀ ਬਰਾੜ, ਬਾਕੀ ਮੈਂ ਅੱਗੇ ਵੀ ਕਿਹਾ ਵੀ ਇਹ ਤੇ ਆਪਾਂ ਕੀ ਗੱਲਾਂ ਬਾਤਾਂ ਕਰਨੀਆਂ, ਮੈਨੂੰ ਸਭ ਪਤਾ ਲੱਗਦਾ ਵੀ ਕੀ ਕੋਈ ਗੱਲ ਕਰ ਰਿਹਾ ਜਾਂ ਕੋਈ ਨਿੱਜੀ ਤੌਰ ਤੇ ਚੁੰਡੀਆਂ ਵੱਢਦਾ, ਵੱਢ ਲੈਣ ਦੇ, ਕੋਈ ਗੱਲ ਨਹੀਂ। ਚੁੰਡੀ ਤੇ ਘਰੂਟ 'ਚ ਫਰਕ ਹੈ, ਬਸ ਇਹ ਖਿਆਲ ਰੱਖਿਓ। ਇਹ ਸੀ ਅੱਜ ਦਾ ਪ੍ਰੋਗਰਾਮ। ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਹਿੱਸਾ ਪਾਇਆ। ਮਾਫੀ ਹੈ ਪਹਿਲੀ ਤੁਸੀਂ ਇੰਟਰਵਿਊ ਮੇਅਰ ਹੋਣ ਵਾਲੀ ਆਵਾਜ਼ ਕਲੀਅਰ ਨਹੀਂ ਸੀ, ਇਸ ਨੂੰ ਦੇਖਦੇ ਹਾਂ ਜੀ, ਫਿਰ ਬੇਨਤੀ ਕਰਕੇ ਸਹੀ ਕਰਦੇ ਹਾਂ। ਰੱਬ ਰੱਖਾ, ਧੰਨਵਾਦ।